ਉਹਨਾਂ ਵਿੱਚ ਮੇਰੇ ਬਾਪੂ ਜੀ ਦੇ ਤਗਮੇ, ਮੇਰੇ ਫਾਦਰ ਦੀਆਂ ਸਰਟੀਫਿਕੇਟਸ ਵਗੈਰਾ, ਉਹਦੇ ਵਿੱਚ ਇਹ ਤਸਵੀਰ ਸੀਗੀ। ਭਗਤ ਸਿੰਘ ਜਦੋਂ ਇਹਨਾਂ ਨੂੰ ਕੈਦ ਕੀਤਾ ਹੈ, ਜਿਹੜੀ ਉਹ ਤਸਵੀਰ ਹੈ, ਉਹ ਜਿਹੜਾ ਕੇਸ ਸੀਗਾ ਹੈ, ਉਹ ਦੁਸਹਿਰਾ ਕੇਸ ਸੀਗਾ ਹੈ, ਅਤੇ ਉਹਦੇ ਵਿੱਚ ਬਾਪੂ ਜੀ ਨੇ ਉਹਦੀ ਇਨਵੈਸਟੀਗੇਸ਼ਨ ਕਰਕੇ ਬਾਪੂ ਜੀ ਨੇ ਰਿਪੋਰਟ ਦਿੱਤੀ, ਅਤੇ ਉਹਨੇ ਮੈਨੂੰ ਉਹ ਰਿਪੋਰਟ ਦੀ ਨਾ, ਜਿਹਦੇ 'ਚ ਉਹਦੀ ਰਿਕਮੈਂਡੇਸ਼ਨ ਬਾਪੂ ਜੀ ਦੀ ਆ ਕਿ ਇਹਨੂੰ ਬੇਲ 'ਤੇ ਛੱਡਿਆ ਜਾਵੇ। ਇਹ ਜਦੋਂ ਆਉਂਦੇ ਹੁੰਦੇ ਸੀ ਨਾ ਸਾਡੇ ਘਰ, ਅਤੇ ਮੇਰੇ ਕੋਲ ਮੇਰੇ ਮਾਮਾ ਜੀ ਦੀਆਂ ਲੜਕੀਆਂ ਰਹਿੰਦੀਆਂ ਸੀ ਹੈ, ਇੱਕ ਤਾਂ ਜਾ ਚੁੱਕੀ ਸੀ ਇੰਗਲੈਂਡ ਵਿਆਹ ਕਰਾ ਕੇ, ਅਤੇ ਦੂਜੀ ਅਜੇ ਮੇਰੇ ਕੋਲ ਪੜ੍ਹਦੀ ਸੀ। ਸੋ ਮੈਂ ਸੋਚਿਆ ਕਿ ਉਹ ਏਜ ਮੇਰੇ ਤੋਂ ਬਹੁਤ ਛੋਟੀ ਸੀ, ਸੋ ਆਈ ਥੋਟ ਹੀ ਕਮਸ ਫॉर ਹਰ। ਸ਼ਿਵ ਕੁਮਾਰ ਬਟਾਲ ਵੀ ਪ੍ਰੋਫੈਸਰ ਮੋਹਨ ਸਿੰਘ ਅਤੇ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, SS ਮੀਸ਼ਾ, ਇਹ ਸਭ ਮੇਰੇ ਬਰਾਤੀ ਸੀ। ਅਤੇ ਕਾਲੋਂ ਸੀ, ਮੋਹਨ ਕਾਲੋਂ, ਅਤੇ ਇਹ ਮੇਰੇ ਤਾਂ ਫਿਰ ਰਾਈਟਰ ਦੇ ਬਰਾਤੀ ਹੋਣੇ ਸੀ ਨਾ। ਇਹ ਆਉਂਦੇ ਸੀ ਸਾਡੇ ਘਰ ਵੀ ਜੋ ਬਣਿਆ ਜੋ ਖਾ ਲਿਆ, ਕਦੇ ਇਹਨਾਂ ਨੇ ਨਹੀਂ ਕਿਹਾ ਵੀ ਇਹਦੇ 'ਚ ਲੂਣ ਜ਼ਿਆਦਾ ਇਹਦੇ। ਸੋ ਮੈਂ ਕਿਹਾ ਇਹ ਠੀਕ ਹੈ। ਮੈਂ ਦੇਖਿਆ ਵੀ ਦੇਸਰਾਜ ਗੋਇਲ ਨੇ ਕਾਲਾ ਕੋਟ ਪਾਇਆ ਹੋਇਆ, ਮੈਂ ਕਿਹਾ ਦੇਸ ਯਾਰ ਲਾ ਆਪਣਾ ਕੋਟ। ਮੈਂ ਉਹਦੇ ਵਾਲਾ ਕੋਟ ਪਾ ਲਿਆ, ਉਹਦੇ ਵਾਲਾ ਕੋਟ ਪਾ ਕੇ ਚਾਹ ਪੀਣ ਲੱਗੇ। ਇਹਨੇ ਨੂੰ 5 ਮਿੰਟ ਬਾਅਦ ਉਹ ਆਇਆ, ਇੱਕ ਹੱਥ ਵਿੱਚੋਂ ਇੱਕ ਜੇਬ 'ਚੋਂ ਸਿਗਰਟਾਂ ਦੀ ਡੱਬੀ ਕੱਢ ਲਈ, ਇੱਕ 'ਚੋਂ ਮਾਚਿਸ ਕੱਢ ਲਈ, ਸਾਰਿਆਂ ਨੂੰ ਦਿਖਾ ਕੇ ਕਹਿੰਦਾ ਕੁਛ ਨਹੀਂ ਮੈਂ ਤਾਂ ਆਹ ਹੀ ਲੈਣ ਆਇਆ ਸੀ। ਲੋਕਾਂ ਨੂੰ ਪਤਾ ਸੀ ਵੀ ਸ਼ਿਵ ਕੁਮਾਰ ਨੇ ਇੱਥੇ ਆਉਣਾ, ਅਤੇ ਉੱਥੇ ਤਾਂ ਮਾਝੇ ਵਾਲੇ ਲੋਕ ਬਰਾਤ ਨੂੰ ਰਿਸੀਵ ਕਰਨਾ, ਡਾਂਗਾਂ ਵੱਡੀਆਂ ਡਾਂਗਾਂ ਫੜੀਆਂ ਹੋਈਆਂ ਉਹਨਾਂ ਨੇ। ਉਹ ਆਇਆ ਫਿਰ ਰਾਤ ਨੂੰ ਬੜਾ ਲੇਟ ਨਾ ਆ ਕੇ ਸੌਂ ਗਿਆ। ਸਵੇਰੇ ਆਨੰਦ ਕਾਰਜ 'ਤੇ ਉਹਨੂੰ ਕਿਹਾ ਕੋਈ ਸੁਣਾ ਦੇ, ਉਹ ਜਾ ਕੇ ਉਹਨੇ ਪੂਰੀ ਲੈ ਦੇ ਵਿੱਚ ਧੀਆਂ ਦੇ ਦੁੱਖ ਡਾਢੇ ਵੇ ਲੋਕ, ਇਹਨਾਂ ਨੂੰ ਜੰਮਦੀਆਂ ਨੂੰ ਮਾਰਦੇ ਹੋਏ ਦੁੱਖ ਕਰਦੇ। ਗੁਲਜ਼ਾਰ ਸਿੰਘ ਸੰਧੂ ਪੰਜਾਬੀ ਸਾਹਿਤ ਵਿੱਚ ਇੱਕ ਬੇਹੱਦ ਮਕਬੂਲ ਕਹਾਣੀਕਾਰ ਦੇ ਤੌਰ ਤੇ ਜਾਣੇ ਜਾਂਦੇ ਨੇ। ਆਪਣੇ ਨਾਨਕੇ ਪਿੰਡ ਕੋਟਲਾ ਬਡਲਾ ਵਿਖੇ 22 ਮਾਰਚ 1934 ਨੂੰ ਜਨਮ ਲੈਣ ਵਾਲੇ ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਖੰਨਾ ਦੇ ਆਰੀਆ ਸਕੂਲ ਤੋਂ ਕੀਤੀ। ਉਹਨਾਂ ਦਾ ਦਾਦਕਾ ਪਿੰਡ ਦੁਆਬੇ ਵਿੱਚ ਹੋਣ ਕਰਕੇ ਉਹਨਾਂ ਉੱਪਰ ਮਲਵਈ ਅਤੇ ਦੁਆਬੀ ਦੋਵਾਂ ਬੋਲੀਆਂ ਦਾ ਪ੍ਰਭਾਵ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਖਾਲਸਾ ਕਾਲਜ ਮਾਲਪੁਰ ਤੋਂ ਗ੍ਰੈਜੂਏਸ਼ਨ ਅਤੇ MA ਅੰਗਰੇਜ਼ੀ ਦਿੱਲੀ ਦੇ ਕੈਂਪ ਕਾਲਜ ਤੋਂ ਕੀਤੀ। ਸੰਨ 1947 ਦੇ ਬਟਵਾਰੇ ਅਤੇ 84 ਦੇ ਸਿੱਖ ਕਤਲੇਆਮ ਨੂੰ ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਬੜਾ ਨੇੜਿਓਂ ਤੱਕਿਆ ਅਤੇ ਇਸ ਉੱਪਰ ਅਨੇਕਾਂ ਕਹਾਣੀਆਂ ਲਿਖੀਆਂ। ਉਹਨਾਂ ਦੇ ਕੁਝ ਕਹਾਣੀ ਸੰਗ੍ਰਹਿ ਜਿਵੇਂ ਹੁਸਨ ਦੇ ਹਾਣੀ ਅਤੇ ਅਮਰ ਕਥਾ ਉਹਨਾਂ ਦੇ ਸਾਹਿਤਕ ਕੱਦ ਨੂੰ ਦਰਸਾਉਂਦੇ ਨੇ। ਇਸ ਤੋਂ ਇਲਾਵਾ ਉਹਨਾਂ ਨੇ 3 ਨਾਵਲ ਅਤੇ ਆਪਣੀ ਸਵੈ ਜੀਵਨੀ ਬਿਨ ਮੰਗੇ ਮੋਤੀ ਮਿਲੇ ਵੀ ਲਿਖੀ ਹੈ। ਉਹਨਾਂ ਵੱਲੋਂ ਅਜੀਤ ਅਖਬਾਰ ਵਿੱਚ ਲਿਖੇ ਜਾਂਦੇ ਕਾਲਮ ਨਿੱਕ ਸੁੱਕ ਦੀ ਪਾਠਕਾਂ ਨੂੰ ਬੇਹੱਦ ਉਡੀਕ ਰਹਿੰਦੀ ਹੈ। ਅਨੇਕਾਂ ਵੱਡੇ ਅਹੁਦਿਆਂ ਤੇ ਬਿਰਾਜਮਾਨ ਰਹੇ ਗੁਲਜ਼ਾਰ ਸਿੰਘ ਸੰਧੂ ਹੋਰੀ ਅਖਬਾਰ ਪੰਜਾਬੀ ਟ੍ਰਿਬਿਊਨ ਅਤੇ ਦੇਸ਼ ਸੇਵਕ ਦੇ ਸੰਪਾਦਕ ਵੀ ਰਹਿ ਚੁੱਕੇ ਨੇ। ਪ੍ਰੋਗਰਾਮ ਦਸਤਕ ਦੇ ਵਿੱਚ ਸਾਡੇ ਨਾਲ ਗੁਲਜ਼ਾਰ ਸਿੰਘ ਸੰਧੂ ਅਤੇ ਉਹਨਾਂ ਦੇ ਧਰਮ ਪਤਨੀ ਸੁਰਜੀਤ ਕੌਰ ਵੀ ਹੋਣਗੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੋਵਾਂ ਜੀਆਂ ਨੂੰ ਇਸ ਪ੍ਰੋਗਰਾਮ ਦਸਤਕ ਦੇ ਵਿੱਚ ਮੈਂ ਤਹਿ ਦਿਲੋਂ ਜੀ ਆਇਆਂ ਕਹਿੰਦੀ ਹਾਂ। ਉਸ ਤੋਂ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਅੱਜ ਇਸ ਪ੍ਰੋਗਰਾਮ ਦੀ ਇਸ ਕਰਕੇ ਵੀ ਹੈ ਕਿਉਂਕਿ ਪਹਿਲੀ ਵਾਰ ਇੰਟਰਵਿਊ ਦੇ ਵਿੱਚ ਲਿਖਣ ਵਾਲੇ ਅਤੇ ਉਹਨਾਂ ਦੀ ਪਤਨੀ ਦੋਨੋਂ ਨਾਲ ਨੇ ਨਾ। ਬਹੁਤ ਸਾਲ ਪਹਿਲਾਂ ਲੋਕ ਇੱਕ ਕਾਲਮ ਪੜ੍ਹਦੇ ਹੁੰਦੇ ਸੀ, ਮੈਂ ਤਾਂ ਬੋਲਾਂਗੀ। ਬੰਜਾਰਾ ਬੇਦੀ ਜੀ ਇਸ ਕਾਲਮ ਨੂੰ ਲਿਖਦੇ ਹੁੰਦੇ ਸੀ ਅਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਸੀ ਅਕਸਰ ਲੇਖਕਾਂ ਦੀਆਂ ਪਤਨੀਆਂ ਦੀਆਂ ਹੁੰਦੀਆਂ ਸੀ। ਅਤੇ ਇਸ ਲਈ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਅੱਜ ਇਸ ਇੰਟਰਵਿਊ ਦੇ ਵਿੱਚ ਬੈਠੇ ਹੋ। ਚੰਗਾ ਸਰ, ਜਦੋਂ ਤੁਸੀਂ ਬਹੁਤ ਵਰੇ ਪਹਿਲਾਂ ਜਦੋਂ ਤੁਸੀਂ ਖੰਨੇ ਪੜ੍ਹਦੇ ਹੁੰਦੇ ਸੀ ਤਾਂ ਆਪਣੇ ਮਾਮਾ ਜੀ ਸਵਰਨ ਸਿੰਘ ਹੋਣਾ ਨਾਲ ਤੁਸੀਂ ਕਿੱਸੇ ਪੜ੍ਹਿਆ ਕਰਦੇ ਸੀ। ਉਦੋਂ ਕਦੀ ਸੋਚਿਆ ਸੀ ਜਾਂ ਉਹਨਾਂ ਨਾਲ ਕਦੀ ਗੱਲਬਾਤ ਐਵੇਂ ਹੋਈ ਸੀ ਵੀ ਸਵਰਨ ਸਿੰਘ ਆਪਾਂ ਇੱਕ ਦਿਨ ਬਹੁਤ ਵੱਡੇ ਲੇਖਕ ਬਣਾਂਗੇ ਅਤੇ ਇਸ ਤਰ੍ਹਾਂ ਲੋਕ ਆਪਣੀਆਂ ਕਿਤਾਬਾਂ ਪੜ੍ਹਿਆ ਕਰਨਗੇ? ਓਡੇ ਵੱਡੇ ਤਾਂ ਅਸੀਂ ਬਣ ਹੀ ਨਹੀਂ ਸਕੇ। ਕਿੱਸੇ ਵਾਲੇ ਤਾਂ ਬਹੁਤ ਪਾਪੂਲਰ ਹੁੰਦੇ ਆ, ਅਸੀਂ ਤਾਂ ਕਿੱਸੇ ਬੜੇ ਸ਼ੌਕ ਨਾਲ ਪੜ੍ਹਦੇ ਹੁੰਦੇ ਸੀ। ਇੱਕ ਵਾਰੀ ਕਿੱਸੇ ਚੋਰੀ ਕਰਦੇ ਮੈਂ ਫੜਿਆ ਵੀ ਗਿਆ ਸੀ ਖੰਨੇ। ਉਹ ਸਵਰਨ ਨੂੰ
ਜ਼ਿਆਦਾ ਆਦਤ ਸੀ ਵੀ ਕੋਈ ਨਾ ਕੋਈ ਚੀਜ਼ ਖਸਕਾ ਲਓ ਜੇ ਖਿਸਕਦੀ ਹੈ। ਉਹਨੇ ਇੱਕ ਵੱਡਾ ਕਿੱਸਾ ਖਰੀਦਿਆ, ਇੱਕ ਛੋਟਾ ਉਹਦੇ ਵਿੱਚ ਪਾ ਕੇ ਨਾ ਪੇਮੈਂਟ ਵੱਡੇ ਦੀ ਕੀਤੀ ਇੱਕ। ਅਤੇ ਉਹ ਦੁਕਾਨਦਾਰ ਕਹਿੰਦਾ ਦਿਖਾਈ ਜ਼ਰਾ ਤਾਂ ਉਹ ਫਿਰ ਉਹਨੂੰ ਉਹ ਫੜਾ ਕੇ ਭੱਜ ਗਿਆ ਅਤੇ ਮੈਂ ਫੜਿਆ ਗਿਆ ਉੱਥੇ। ਮੈਨੂੰ ਕਹਿੰਦਾ ਕੰਨਾਂ ਨੂੰ ਹੱਥ ਲਵਾਏ ਮੇਰੇ 'ਤੇ 2 ਵਾਰੀ ਉਹਨੇ। ਦੁਕਾਨਦਾਰ ਨੇ ਵੀ ਅੱਗੇ 'ਤੇ ਨਹੀਂ ਕਰੋਗੇ? ਮੈਂ ਕਿਹਾ ਜੀ ਨਹੀਂ, ਅੱਗੇ 'ਤੇ ਨਹੀਂ ਕਰਦੇ। ਕਿੱਸਿਆਂ ਦੀ ਗੱਲ ਇੱਕ ਹੋਰ ਬਹੁਤ ਦਿਲਚਸਪ ਹੈ ਸਾਡੇ। ਮੇਰੀ ਮਾਸੀ ਬਹੁਤ ਪੜ੍ਹਦੀ ਹੁੰਦੀ ਸੀ ਅਤੇ ਉਹ ਮਾਸੜ ਇੱਕ ਵਾਰੀ, ਉਹਦੇ ਵੀ ਬੱਚਾ ਕੋਈ ਨਹੀਂ ਸੀ, ਬਹੁਤੀ ਪੇਕੀ ਰਹਿੰਦੀ ਹੁੰਦੀ ਸੀ। ਮਾਸੜ ਇੱਥੇ ਦਾ ਹੀ ਸੀ, ਡੇਰਾਬੱਸੀ ਦੇ ਨੇੜੇ ਪਿੰਡ ਆ ਇੱਕ ਸੁੰਡਰਾ ਖੇੜੇ। ਮਾਸੜ ਨੇ ਇੱਕ ਵਾਰੀ ਕੋਈ ਟੈਲੀਗ੍ਰਾਮ ਪਾਤੀ, ਨਿਹਾਲ ਸਿੰਘ ਔਨ ਡੈਥ ਬੈੱਡ। ਉਹ ਪੜ੍ਹਨ ਵਾਲੇ ਨੇ ਇਹ ਪੜ੍ਹ ਦਿੱਤਾ ਵੀ ਨਿਹਾਲ ਸਿੰਘ ਦੀ ਡੈਥ ਹੋ ਗਈ ਹੈ। ਅਤੇ ਪਿੰਡ ਦੀਆਂ ਸਾਰੀਆਂ ਮਾਸੀਆਂ, ਆਂਢ ਗੁਆਂਢ, ਘੱਗਰੇ ਘੁੱਗਰੇ ਇਕੱਠੇ ਕੀਤੇ ਵੀ ਚਲੋ ਹੁਣ ਡੈਥ ਹੋ ਗਈ ਅਤੇ ਮਕਾਣੇ ਜਾਣਾ। ਅਤੇ ਮਾਸੀ ਨਾ ਲੱਭੇ ਕਿੱਥੇ। ਅਤੇ ਮਾਸੀ ਨਹੀਂ ਬਚਨੋ ਤੂੰ ਕਿੱਥੇ ਹੈ? ਕਹਿੰਦੀ ਮੇਰਾ ਜਾਨੀ ਚੋਰ ਦਾ ਕਿੱਸਾ ਨਹੀਂ ਲੱਭ ਰਿਹਾ। ਉਹ ਕਿੱਸੇ ਲੱਭ ਰਹੀ ਸੀ ਆਪਣੇ। ਅਤੇ ਇੰਨੇ ਨੂੰ ਫਿਰ ਕੋਈ ਪੜ੍ਹਿਆ ਲਿਖਿਆ ਆ ਗਿਆ, ਉਹਨੇ ਟੈਲੀਗ੍ਰਾਮ ਦੁਬਾਰਾ ਪੜ੍ਹੀ ਅਤੇ ਉਹਦੇ 'ਚ ਇਹ ਸੀ ਵੀ ਮਰਿਆ ਨਹੀਂ ਹੈ, ਡੈਥ ਬੈੱਡ। ਵੀ ਐਵੇਂ ਮਾਸੜ ਨੇ ਐਵੇਂ ਲਾਈ ਹੈ ਗੱਲ। ਫਿਰ ਸਾਰੇ ਹਾਸਾ ਪੈ ਗਿਆ ਅਤੇ ਫਿਰ ਕੋਈ ਨਹੀਂ ਗਿਆ ਮਾਸੜ ਦੀ ਖਬਰ ਨੂੰ। ਹੌਲੀ ਹੌਲੀ ਉਹਨਾਂ ਦਿਨਾਂ 'ਚ ਟੈਲੀਫੋਨ ਤਾਂ ਹੁੰਦੇ ਨਹੀਂ ਸੀ, ਪਰ ਫਿਰ ਅੰਦਾਜ਼ਾ ਲਾ ਲਿਆ ਵੀ ਮਾਸੜ ਨੇ ਇਹ ਗੱਪ ਮਾਰੀ ਹੈ ਮਾਸੀ ਨੂੰ ਸੱਦਣ ਵਾਸਤੇ। ਕਿੱਸੇ ਬਹੁਤ ਹੁੰਦੇ ਕਿੱਸੇ। ਅਸੀਂ ਤਾਂ ਦਿਨ ਰਾਤ ਇਕੱਠੇ ਪੜ੍ਹਦੇ ਰਹਿੰਦੇ ਸੀਗੇ। ਹਾਂਜੀ ਸਰ, ਤੁਹਾਡੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਸੀ ਜੀ ਅਤੇ ਤੁਹਾਡੇ ਨਾਨਾ ਜੀ ਬਹੁਤ ਕਿੱਸੇ ਪੜ੍ਹਦੇ ਸੀ ਨਾ, ਉਹਨਾਂ ਤੋਂ ਸ਼ਾਇਦ ਤੁਹਾਨੂੰ ਹਾਂ, ਨਾਨਾ ਜੀ ਇੰਨੇ ਪੜ੍ਹਦੇ ਨਹੀਂ ਸੀ ਹੁੰਦੇ। ਨਾਨਾ ਜੀ ਗਾਉਂਦੇ ਹੁੰਦੇ ਸੀਗੇ। ਉਹ ਆਪਣੇ ਛੱਤ ਦੇ ਉੱਤੇ ਉਹਨਾਂ ਨੇ ਕਿੱਸਾ 4 ਕੁ ਲਾਈਨਾਂ ਜਿਹੜੀਆਂ ਯਾਦ ਹੋਣੀਆਂ ਉਹ ਗਾਣੀਆਂ ਲੋਕਾਂ ਨੇ ਸਾਰਿਆਂ ਨੇ ਸੁਣਨੀਆਂ। ਨਾਨਾ ਜੀ ਦੀ ਆਵਾਜ਼ ਬੜੀ ਅੱਛੀ ਸੀ। ਜਿਵੇਂ ਮੈਨੂੰ ਪਤਾ ਨਹੀਂ ਕਿਉਂ ਤੁਹਾਨੂੰ ਮਿਲ ਕੇ ਬਹੁਤ ਜ਼ਿਆਦਾ ਚੰਗਾ ਇਸ ਲਈ ਵੀ ਲੱਗਿਆ ਕਿਉਂਕਿ ਤੁਸੀਂ ਖੰਨੇ ਪੜ੍ਹੇ ਹੋ ਬਹੁਤ ਸਮਾਂ। ਤੁਸੀਂ ਆਪਣਾ ਬਚਪਨ ਆ ਜਿਹੜਾ ਖੰਨੇ ਗੁਜ਼ਾਰਿਆ ਆਪਣੇ ਮਾਸੀ ਜੀ ਕੋਲੇ। ਤੁਹਾਡਾ ਨਾਨਕਾ ਪਿੰਡ ਵੀ ਖੰਨੇ ਦੇ ਨਾਲ ਹੀ ਹੈ। ਹਾਂ ਬਿਲਕੁਲ। ਸਰ ਜਿਵੇਂ ਤੁਹਾਡੇ ਦਾਦਕਾ ਪਰਿਵਾਰ ਆ ਜਿਹੜਾ ਉਹ ਦੁਆਬੇ 'ਚ ਸੀ। ਹਾਂਜੀ। ਦੁਆਬੇ ਨੂੰ ਜਦੋਂ ਅਸੀਂ ਆਮ ਭਾਸ਼ਾ 'ਚ ਗੱਲ ਕਰਦੇ ਹਾਂ ਤਾਂ ਕਹਿ ਦਿੰਦੇ ਦੁਆਬੇ ਦੀ ਬੋਲੀ ਬਹੁਤ ਖਰਵੀ ਹੁੰਦੀ ਹੈ ਅਤੇ ਮਾਲਵਾ ਜਿਹੜਾ ਉਹ ਹਮੇਸ਼ਾ ਮਿੱਠਾ ਬੋਲਦਾ ਹੈ ਨਾ। ਤਾਂ ਇਹਨਾਂ ਦੋਨਾਂ ਬੋਲੀਆਂ 'ਚੋਂ ਤੁਹਾਡੀਆਂ ਲਿਖਤਾਂ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਕਿ ਕਿਹੜੀ ਬੋਲੀ ਦਾ ਪ੍ਰਭਾਵ ਹੈ ਜਿਹੜਾ ਉਹ ਜ਼ਿਆਦਾ? ਨਾਨਕਿਆਂ ਵਾਲੀ ਦਾ। ਨਾਨਕਿਆਂ ਵਾਲੀ ਸਾਡੀ ਕੋਲ ਬੋਲੀ ਖਰਵੀ ਹੁੰਦੀ ਹੈ ਅਤੇ ਦੁਆਬੀਆਂ ਦੀ ਜਿੱਦਾਂ ਕਿੱਦਾਂ ਲਫ਼ਜ਼ ਉਹਨਾਂ ਨੇ ਆਪਾਂ ਨੇ ਜਿਵੇਂ ਕਿਵੇਂ ਕਹਿਣਾ। ਕੀ ਹਾਲ ਹੈ ਭਾਈ ਕਾਕੋ, ਤਕੜੀ ਤਾਂ ਐਂ ਅਸੀਂ ਮਿਠਾਸ ਨਾਲ ਕਹਿਣਾ। ਉੱਥੇ ਇੰਨੀ ਮਿੱਠੀ ਬੋਲੀ ਨਹੀਂ ਹੈਗੀ ਸਾਡੇ ਦੁਆਬੇ ਵਿੱਚ। ਮੇਰੀ ਬੋਲੀ ਦੇ ਉੱਤੇ ਮੇਰੇ 'ਤੇ ਬਹੁਤਾ ਮਾਲਵੇ ਦਾ ਅਸਰ ਹੈ। ਦਿੱਲੀ ਵਾਲੇ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਲੱਗਦਾ ਹੀ ਨਹੀਂ ਦੁਆਬੀਆ, ਕਿ ਵੀ ਤੂੰ ਸਾਰੀ ਗੱਲਬਾਤ ਤੇਰੀ ਜਿਹੜੀ ਲਹਿਜਾ ਹੈ ਉਹ ਤਾਂ ਮਾਲਵੇ ਦਾ। ਇਹ ਸੀ। ਸਾਡੇ ਘਰਾਂ 'ਚ ਆਮ ਕਹਿ ਦਿੰਦੇ ਆ ਵੀ ਸੰਧੂ ਬਹੁਤ ਰੁੱਖੇ ਹੁੰਦੇ ਆ, ਕਹਿਣਗੇ ਵੀ ਇਹ ਬਿਲਕੁਲ ਟਕੇ ਵਰਗਾ ਜਵਾਬ ਦੇ ਦਿੰਦੇ ਆ। ਅਤੇ ਤਾਈਓ ਮੈਨੂੰ ਲੱਗਦਾ ਕਿ ਮਾਲਵੇ 'ਚ ਰਹਿਣ ਕਰਕੇ ਤੁਹਾਡੇ ਅੰਦਰ ਜਿਹੜੀ ਮਿਠਾਸ ਹੈ ਇਹ ਆਮ ਸੰਧੂਆਂ 'ਚ ਮਿਲਦੀ ਨਹੀਂ। ਬਹੁਤਾ ਰੁੱਖੇ ਨਹੀਂ ਅਸੀਂ ਕਹਿੰਦੇ। ਸਾਡੇ ਲੜਨ ਵਿੱਚ ਅਸੀਂ ਆਏ ਹੋਏ ਮਾਝੇ ਤੋਂ। ਲੜਨ ਵਿੱਚ ਚੰਗੇ ਤਕੜੇ ਹੁੰਦੇ ਸੀ ਸਾਡੇ। ਇੱਕ ਵਾਰੀ ਮੇਰੇ ਪਿਤਾ ਜੀ ਹਲ ਨਹੀਂ ਸੀ ਵਾਹੁੰਦੇ, ਊਠ ਰੱਖਦੇ ਹੁੰਦੇ ਸੀਗੇ। ਅਤੇ ਇੱਕ ਵਾਰੀ ਸਾਡਾ ਊਠ ਜਿਹੜਾ ਨਾ ਕਿਤੇ ਉੱਧਰ ਨਾਲ ਦੇ ਪਿੰਡ ਵਾਲਿਆਂ ਦੇ ਖੇਤਾਂ ਵਿੱਚ ਚਰਦਾ ਰਿਹਾ ਬਹੁਤ ਦੇਰ। ਉਹਨਾਂ ਨੂੰ ਪਤਾ ਲੱਗਿਆ ਅਤੇ ਉਹ ਭੱਜ ਕੇ ਆਏ ਅਤੇ ਉਹਨਾਂ ਨੇ ਸਾਡੇ ਬਾਬੇ ਦੇ ਉੱਤੇ ਹਮਲਾ ਕਰ ਦਿੱਤਾ। ਉਹ ਬੰਦੇ ਜ਼ਿਆਦਾ ਸੀ ਅਤੇ ਕਹਿੰਦੇ ਨੇ ਕਿ ਵੀ ਉਹ ਇੰਨੇ ਨੂੰ ਜਦ ਬਾਬੇ ਨੇ ਡਾਂਗ ਫੜ ਲਈ, ਫਿਰ ਪੜਦਾਦੇ ਨੇ ਉਹਨੂੰ ਜੱਫੀ ਪਾ ਲਈ ਵੀ ਕਿਤੇ ਇਹਨੇ ਸੋਟੀ ਮਾਰਤੀ ਅਤੇ ਉਹਨਾਂ ਨੇ ਕਿਸੇ ਨਾ ਕਿਸੇ ਨੇ ਜ਼ਖਮੀ ਹੋ ਜਾਣਾ ਵੀ ਇਹ ਤਾਂ ਚੱਲ ਲਊਗਾ। ਉਹ ਕਹਿੰਦੇ ਇਹਦੇ ਮਾਰੋ ਜਿਹੜੀਆਂ ਮਾਰਨੀਆਂ, ਕਹਿੰਦੇ ਇਹ 'ਤੇ ਨਾ ਲੱਗ ਜਾ ਕਿਤੇ। ਸਾਡੇ ਲੜਨ ਭਿੜਨ ਲਈ ਜਾਣੇ ਜਾਂਦੇ ਸੀ ਸੰਧੂ ਸਾਡੇ ਇਲਾਕੇ ਦੇ। ਕੁਦਰਤੀ ਬਣਿਆ ਹੁੰਦਾ ਉਹ ਤਾਂ। ਮੈਮ ਵੀ ਆਪਣੇ ਨਾਲ ਬੈਠੇ ਨੇ। ਮੈਮ ਸਰ ਜਦੋਂ ਵੀ ਕਿਸੇ ਇੰਟਰਵਿਊ 'ਚ ਗੱਲ ਕਰਦੇ ਨੇ ਤਾਂ ਹਮੇਸ਼ਾ ਕਹਿੰਦੇ ਨੇ ਕਿ ਪਹਿਲੀ ਵਾਰੀ ਉਹ ਅੰਮ੍ਰਿਤਾ ਪ੍ਰੀਤਮ ਉਹਨਾਂ ਦੇ ਘਰ ਤੁਹਾਨੂੰ ਮਿਲੇ ਸੀ, ਹੈ ਨਾ? ਤੁਸੀਂ ਉਹਨਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਸੀਗੇ ਅਤੇ ਜਦੋਂ ਤੁਹਾਡੇ ਡਿਪਾਰਟਮੈਂਟ ਨੂੰ ਇੱਕ ਕਿਰਾਏ ਦੇ ਉੱਪਰ ਵੱਡੀ ਬਿਲਡਿੰਗ ਚਾਹੀਦੀ ਸੀ ਤਾਂ ਤੁਸੀਂ ਉਸ ਸਮੇਂ ਅੰਮ੍ਰਿਤਾ ਪ੍ਰੀਤਮ ਜੀ ਨੂੰ ਮਿਲਣ ਗਏ।
ਪਰ ਅਸਲ 'ਚ ਤੁਹਾਡਾ ਵਿਆਹ ਦਾ ਜਿਹੜਾ ਰਾਬਤਾ ਉਹ ਕਿਵੇਂ ਬਣਿਆ? ਕਿਉਂਕਿ ਇੱਕ ਮੁਲਾਕਾਤ 'ਚ ਇਹ ਤਾਂ ਗੱਲ ਤੈਅ ਹੈ ਕਿ ਵਿਆਹ ਵਾਲੀ ਗੱਲ ਤਾਂ ਤੈਅ ਨਹੀਂ ਹੋਈ ਹੋਣੀ। ਨਹੀਂ, ਉਹ ਜਿਹੜਾ ਇਹਨਾਂ ਇਹ ਕਹਿੰਦੇ ਆ ਨਾ, ਉਹ ਪਹਿਲੀ ਵਾਰੀ ਅੰਮ੍ਰਿਤਾ ਦੇ ਘਰ ਮਿਲੇ ਸੀ। ਅੱਛਾ। ਹਾਂ, ਫਿਰ ਉਹਦੇ ਬਾਅਦ ਤੇ ਕਿਉਂਕਿ ਵੀ ਹੈਡ ਕਾਮਨ, ਮੇਰਾ ਕੁਲੀਗ ਸੀ, ਇਹਨਾਂ ਦਾ ਦੋਸਤ ਸੀ, ਫਿਰ ਉਹਨਾਂ ਦੇ ਘਰ ਫਿਰ ਬਈ ਸਾਡੇ ਘਰ ਆ ਜਾਓ। ਸੋ ਇਟ ਬਿਕੇਮ ਅ ਸੋਸ਼ਲ ਸਰਕਲ ਵਰਗੀ ਗੱਲ ਨਾ। ਅਸਲ ਵਿੱਚ ਐਮ.ਐਸ. ਰੰਧਾਵਾ ਦੀ ਹੈ ਨਾ ਫੋਟੋ ਆਪਣੇ ਸਾਹਮਣੇ। ਹਾਂਜੀ। ਐਮ.ਐਸ. ਰੰਧਾਵਾ ਦੇ ਦਫ਼ਤਰ ਵਿੱਚ ਮੈਂ ਹੁੰਦਾ ਸੀ ਸਬ ਐਡੀਟਰ ਪੰਜਾਬੀ। ਇੱਕ ਮੇਰਾ ਦੋਸਤ ਸੀਗੀ ਬ੍ਰਿਜੇਸ਼ ਭਾਟੀਆ, ਉਹਦੀ ਪਲੇਟ ਪਈ ਹੈ। ਹਾਂਜੀ। ਬ੍ਰਿਜੇਸ਼ ਭਾਟੀਆ ਹੁੰਦਾ ਸੀ ਸਬ ਐਡੀਟਰ ਹਿੰਦੀ। ਉਹ ਹਿੰਦੀ ਤੋਂ ਬਾਅਦ ਫਿਰ ਅਸਿਸਟੈਂਟ ਐਡੀਟਰ ਹਿੰਦੀ ਹੋ ਗਿਆ, ਫਿਰ ਐਡੀਟਰ ਹਿੰਦੀ ਹੋ ਗਿਆ। ਫਿਰ ਜਦੋਂ ਐਡੀਟਰ ਹੋਇਆ ਤਾਂ ਉਹ ਇੱਕ ਨੈਸ਼ਨਲ ਇੰਸਟੀਚਿਊਟ ਆਫ ਫੈਮਿਲੀ ਪਲੈਨਿੰਗ ਹੁੰਦੀ ਸੀ, ਉਹਦੇ ਵਿੱਚ ਜਾ ਕੇ ਐਡੀਟਰ ਲੱਗ ਗਿਆ। ਉਹਨਾਂ ਦਿਨਾਂ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਫੈਮਿਲੀ ਪਲੈਨਿੰਗ ਦਾ ਡਾਇਰੈਕਟਰ ਕੋਈ ਨਹੀਂ ਸੀ ਅਤੇ ਸੁਰਜੀਤ ਅਫੀਸ਼ੀਏਟ ਡਾਇਰੈਕਟਰ ਕਰ ਰਹੀ ਸੀ। ਉਹ ਬ੍ਰਜੇਸ਼, ਇਹਦਾ ਮਤਲਬ ਹੈ ਕਿ ਜਾ ਕੇ ਇਹਦਾ ਸਬੋਰਡੀਨੇਟ ਬਣ ਗਿਆ। ਬ੍ਰਜੇਸ਼ ਨੇ ਫਿਰ ਮੈਨੂੰ ਐਕਚੁਅਲੀ ਮੇਰੇ ਕੋਲ ਗੱਲਾਂ ਕਰਨੀਆਂ, ਮੇਰੀ ਜਿਹੜੀ ਬੌਸ ਹੈ ਉਹ ਜੱਟੀ ਹੈ ਅਤੇ ਤੈਨੂੰ ਕਦੇ ਮਿਲਾਵਾਂਗਾ। ਫਿਰ ਮਿਲਣ ਦਾ ਪ੍ਰੋਗਰਾਮ ਤਾਂ ਬਣਿਆ, ਉਹ ਅਚਾਨਕ ਹੀ ਅੰਮ੍ਰਿਤਾ ਪ੍ਰੀਤਮ ਦਾ ਘਰ ਦੇਖਣ ਦੇ ਬਹਾਨੇ। ਬਾਅਦ ਵਿੱਚ ਫਿਰ ਹੋਰ ਵੀ ਗੱਲਾਂ ਬਹੁਤ ਸਾਰੀਆਂ। ਪਾਕਿਸਤਾਨ ਦੀ ਜਿਹੜੀ 1965 ਦੀ ਜੰਗ ਹੈ ਨਾ, ਉਹਦੇ ਵਿੱਚ ਅਸੀਂ ਜ਼ਿਆਦਾ ਇੱਕ ਦੂਜੇ ਦੇ ਨੇੜੇ ਹੋਏ। ਬਿਲਕੁਲ ਮੈਮ, ਤੁਹਾਡੀ ਕਾਫੀ ਉਮਰ ਸੀ ਉਦੋਂ, ਤੁਸੀਂ ਸਿਰ ਤੋਂ ਜਿਵੇਂ 5 ਸਾਲ ਵੱਡੇ ਵੀ ਹੋ ਉਮਰ ਦੇ ਵਿੱਚ। 4.5। ਹਾਂ। ਹਾਂਜੀ। ਤੇ ਤੁਸੀਂ ਫਿਰ ਕਿੱਦਾਂ ਚੁਣਿਆ ਕਿ ਇਹੀ ਮੇਰੇ ਲਈ ਇੱਕ ਪਰਫੈਕਟ ਮੈਚ ਆ? ਕਿਉਂਕਿ ਤੁਸੀਂ ਇੱਕ ਚੰਗੀ ਪੋਸਟ 'ਤੇ ਵੀ ਸੀਗੇ ਉਸ ਸਮੇਂ, ਇੱਕ ਡਿਪਾਰਟਮੈਂਟ ਦੇ ਹੈੱਡ ਸੀ ਤੁਸੀਂ, ਤਾਂ ਉਸ ਤੋਂ ਪਹਿਲਾਂ ਨਹੀਂ ਸੀ ਘਰਦਿਆਂ ਦਾ ਕੋਈ ਪ੍ਰੈਸ਼ਰ ਕਿ ਵਿਆਹ ਕਰਵਾ ਲਾ, ਹੁਣ ਸੈੱਟ ਹੈ ਤੂੰ? ਕਿਉਂਕਿ ਉਸ ਸਮੇਂ ਦੇ ਵਿੱਚ ਤਾਂ 20-22 ਸਾਲ ਦੀ ਉਮਰ 'ਚ ਕੁੜੀਆਂ ਨੂੰ ਵਿਆਹ ਦਿੰਦੇ ਸੀ। ਪ੍ਰੈਸ਼ਰ ਹੈ ਵੀ ਸੀ ਅਤੇ ਨਹੀਂ ਵੀ ਸੀ। ਬਿਕੋਜ਼ ਆਈ ਡਿਸਾਈਡਡ ਮੈਂ ਕਿ ਮੈਂ ਨਹੀਂ ਵਿਆਹ ਕਰਾਉਣਾ ਹੈ। ਸੋ ਐਂਡ ਦੇयर वर ਰੀਜ਼ਨਸ ਵਿਚ ਆਈ ਵੁੱਡ ਨਾਟ ਲਾਈਕ ਟੂ ਡਿਸਕਸ ਹੈ। ਸੋ ਇਸ ਕਰਕੇ ਮਤਲਬ ਇਹ ਸੀਗਾ ਕਿ ਫਿਰ ਦਿੱਲੀ ਦੇ ਵਿੱਚ ਤੇ ਉਂਝ ਵੀ ਮੇਰਾ ਕਿਉਂਕਿ ਆਈਡੀਆ ਹੀ ਨਹੀਂ ਸੀਗਾ ਵਿਆਹ ਕਰਾਉਣ ਦਾ। ਔਰ ਹੁਣ ਇਸ ਵਿੱਚ ਤੁਹਾਨੂੰ ਦੱਸਾਂ ਕਿ ਇਹ ਜਦੋਂ ਆਉਂਦੇ ਹੁੰਦੇ ਸੀ ਨਾ ਸਾਡੇ ਘਰ, ਅਤੇ ਮੇਰੇ ਕੋਲ ਮੇਰੇ ਮਾਮਾ ਜੀ ਦੀਆਂ ਲੜਕੀਆਂ ਰਹਿੰਦੀਆਂ ਸੀ ਹੈ। ਇੱਕ ਤਾਂ ਜਾ ਚੁੱਕੀ ਸੀ ਇੰਗਲੈਂਡ ਵਿਆਹ ਕਰਾ ਕੇ, ਅਤੇ ਦੂਜੀ ਅਜੇ ਮੇਰੇ ਕੋਲ ਪੜ੍ਹਦੀ ਸੀ। ਸੋ ਮੈਂ ਸੋਚਿਆ ਕਿ ਉਹ ਏਜ ਮੇਰੇ ਤੋਂ ਬਹੁਤ ਛੋਟੀ ਸੀ। ਸੋ ਆਈ ਥੋਟ ਹੀ ਕਮਸ ਫॉर ਹਰ। ਅਤੇ ਇਹਨਾਂ ਨੂੰ ਮੈਂ ਕਦੇ ਨਾ ਭਾਟੀਆ ਨੇ ਦੱਸਿਆ ਸੀ ਵੀ ਇਹ ਸੰਧੂ ਹੈ, ਕਿਉਂਕਿ ਮੇਰੇ ਨਾਨਕੇ ਵੀ ਸੰਧੂ ਨੇ। ਸੋ ਮੈਂ ਕਦੇ ਇਹਦਾ ਹੈ ਹੀ ਸੀ। ਆਈ ਥੋਟ ਕਿ ਸੋ ਵੈਨ ਹੀ ਪ੍ਰਪੋਜ਼ ਟੂ ਮੀ। ਸੋ ਹੁਣ ਜਿਹੜਾ ਤੁਹਾਡਾ ਦੂਸਰਾ ਕੁਐਸਚਨ ਹੈ, ਉਹ ਇਹ ਹੈਗਾ ਹੈ ਕਿ ਸਾਡਾ ਏਜ ਦਾ ਵੀ ਮੈਨੂੰ ਸ਼ਾਇਦ ਬਾਅਦ ਹੀ ਜਾ ਕੇ ਪਤਾ ਲੱਗਾ ਕਿ ਸਾਡਾ ਇੰਨਾ ਜ਼ਿਆਦਾ ਡਿਫਰੈਂਸ ਹੈ, ਕਿਉਂਕਿ ਇਹ ਆਪਣੀ ਏਜ ਤੋਂ ਜ਼ਿਆਦਾ ਵੱਡੇ ਲੱਗਦੇ ਸੀ। ਉਹ ਹੁਣ ਵੀ ਤੁਹਾਡੇ 'ਚ ਲੱਗਦਾ ਤੁਸੀਂ ਵੱਡੇ ਨਹੀਂ ਲੱਗਦੇ। ਅਤੇ ਪ੍ਰੋਬਬਲੀ ਮੈਂ ਆਪਣੀ ਏਜ ਤੋਂ ਸ਼ਾਇਦ ਥੋੜ੍ਹੀ ਛੋਟੀ ਲੱਗਦੀ ਸੀ। ਸੋ ਇਸ ਕਰਕੇ, ਔਰ ਬਾਕੀ ਵੈਸੇ ਵੀ ਆਫਟਰ 25 ਈਅਰਸ ਨਾ ਏਜ ਦਾ ਕੋਈ ਉਹ ਰਹਿੰਦਾ ਨਹੀਂ ਹੈ। ਇਹ ਐਡੋਲੈਸੈਂਟ ਪੀਰੀਅਡ ਦੇ ਵਿੱਚ ਜਾਂ ਅਰਲੀ ਪੀਰੀਅਡ ਵਿੱਚ ਹੁੰਦਾ ਕਿ ਏਜ ਦਾ ਡਿਫਰੈਂਸ ਤੁਹਾਨੂੰ ਮਹਿਸੂਸ ਹੁੰਦਾ ਹੈ ਜਾਂ ਓਬਵੀਅਸ ਹੁੰਦਾ ਹੈ। ਪਰ ਜਦੋਂ ਤੁਸੀਂ ਮਿਡਲ ਏਜ 'ਚ ਪਹੁੰਚ ਜਾਓ, ਫਿਰ ਏਜ ਇਜ਼ ਨੋ। ਇਹ ਹੁੰਦਾ ਹੈ ਬਾਅਦ ਦੇ ਵਿੱਚ, ਅਤੇ ਹੁੰਦਾ ਕਿ ਵੈਦਰ। So when he proposed, so I said, I thought about it. I started thinking about it. So ਉਸ ਵੇਲੇ ਜਿਹੜੇ ਮੇਰੇ ਲਈ ਇੰਪੋਰਟੈਂਟ ਸੀਗਾ, ਨੋਟ ਕਿ ਵੀ ਇਕਨੋਮਿਕਲ, ਕਿ ਮੈਂ ਤਾਂ ਇਹ ਵੀ ਨਹੀਂ ਪੁੱਛਿਆ ਕਿ ਤੁਹਾਡੇ ਜ਼ਮੀਨ ਕਿੰਨੀ ਆ ਜਾਂ ਕੀ ਹੈਗਾ, ਨਥਿੰਗ ਹੈ। ਇਟ ਵਾਜ਼ ਕਿ ਬੇਸਿਕਲੀ ਗੁੱਡ ਮੈਨ। ਵੈਲਿਊ ਸਿਸਟਮ ਜਿਹੜਾ ਸੀ ਨਾ, ਸੋ ਮੈਨੂੰ ਇਹ ਸੀਗਾ ਕਿ ਵੀ ਇਹ ਕੰਜੂਸ ਨਹੀਂ, ਇਹ ਫਿਰਨ ਤੁਰਨ ਦੇ ਸ਼ੌਕੀਨ ਨੇ। ਸੋ
ਦੈਟ ਵਾਜ਼ ਵਨ ਥਿੰਗ। ਅਤੇ ਇਹਨਾਂ ਨੂੰ ਇਹ ਆਉਂਦੇ ਸੀ ਸਾਡੇ ਘਰ ਵੀ ਜੋ 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 ਬਣਿਆ ਜੋ ਖਾ ਲਿਆ, ਕਦੇ ਇਹਨਾਂ ਨੇ ਨਹੀਂ ਕਿਹਾ ਵੀ ਇਹਦੇ 'ਚ ਲੂਣ ਜ਼ਿਆਦਾ ਇਹਦੇ। ਸੋ ਮੈਂ ਕਿਹਾ ਇਹ ਠੀਕ ਹੈ ਕਿ ਜਿਸ ਬੰਦੇ ਨੂੰ, ਕਿਉਂਕਿ ਮੇਰੇ ਸਾਡੀ ਇੱਕ ਕੁਲੀਗ ਸੀਗੀ, ਉਹਦਾ ਹਸਬੈਂਡ ਉਹ ਅੱਛਾ ਖਾਣਾ ਬਣਾਉਂਦੀ ਸੀ, ਪਰ ਉਹ ਦੱਸਦੀ ਹੁੰਦੀ ਸੀ ਕਿ ਜੇ ਕਦੇ ਖਾਣੇ ਦੇ ਵਿੱਚ ਕੋਈ ਲੂਣ ਇੱਧਰ ਉੱਧਰ ਹੋ ਜਾਏ ਜਾਂ ਉਹਦੇ ਹਸਬੈਂਡ ਨੂੰ ਪਸੰਦ ਨਾ ਆਵੇ ਤਾਂ ਉਹ ਥਾਲੀ ਵਗਾ ਮਾਰਦਾ ਸੀ। ਅੱਛਾ ਜੀ। ਹਾਂ, ਹੀ ਵਾਜ਼ ਸੋ ਫਿਊਰੀਅਸ ਅਬਾਊਟ ਇਟ, ਫਸੀ ਅਬਾਊਟ ਇਟ। ਅਤੇ ਮੈਂ ਕਿਹਾ ਚਲੋ ਇਹ ਹੈਗਾ ਵੀ ਰੋਟੀ ਦਾ ਕੋਈ ਨਹੀਂ, ਕੱਪੜਿਆਂ ਦਾ ਵੀ, ਡਰੈਸ ਦਾ ਵੀ ਕੋਈ ਬਹੁਤਾ ਉਹ ਨਹੀਂ ਸੀਗਾ। ਸੋ ਇਸ ਕਰਕੇ ਐਂਡ ਸਟੇਟ ਫਾਰਵਰਡ। ਸੋ ਇਹ ਜਿਹੜੀਆਂ ਵੈਲਿਊਜ਼ ਆਫ ਲਾਈਫ ਨਾ, ਔਰ ਇਹ ਜਿਹੜੀਆਂ ਕੁਆਲਿਟੀਜ਼ ਸੀਗੀਆਂ, ਸੋ ਮੈਂ ਉਹਨੂੰ ਤਰਜੀਹ ਦੇ ਕੇ ਹੈ ਅਤੇ ਸੋਚਿਆ ਵੀ ਚਲੋ ਜੇ ਮਤਲਬ ਇਹਨਾਂ ਨੇ ਹਾਂ ਨਹੀਂ ਕੀਤੀ ਵੈਸੇ। ਹਾਂ, ਉਹ ਤਾਂ ਮੈਂ ਕਿਹਾ ਸੀ, ਮੈਨੂੰ ਕਹਿਣ ਲੱਗੇ ਕਿ ਵੀ ਇਹਨਾਂ ਦੇ ਬ੍ਰਦਰ ਮੇਰੇ ਕੋਲ ਆਉਂਦੇ ਇੱਕ ਦੋ ਵਾਰੀ ਡਰਿੰਕ ਲਈ ਆ ਗਏ ਸੀਗੇ ਉੱਥੇ ਦਿੱਲੀ। ਇਹ ਕਹਿੰਦੇ ਇਹ ਗੱਲ ਤੈਨੂੰ ਮੇਰੇ ਵੀਰ ਜੀ ਨਾਲ ਕਰਨੀ ਪਊਗੀ। ਫਿਰ ਮੈਂ ਇਹਨਾਂ ਦੇ ਬ੍ਰਦਰ ਨੂੰ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਤਾਂ ਮੈਂ ਮਨਾ ਹੀ ਲੈਣਾ ਸੀ, ਇਹ ਮੰਨੇ ਨਾ ਮੰਨੇ। ਤੁਹਾਡੀ ਇਸ ਗੱਲੋਂ ਤੁਹਾਡੇ ਮਾਤਾ ਜੀ ਵੀ ਇਹਨਾਂ ਦੀ ਬਹੁਤ ਤਾਰੀਫ ਕਰਦੇ ਸੀ ਕਿ ਗੁਲਜ਼ਾਰ ਨੂੰ ਜੋ ਬਣਾ ਦਿਓ ਉਹ ਖਾ ਲੈਂਦੇ ਨੇ, ਸੁਭਾਅ ਦੇ ਬਹੁਤ ਠੰਡੇ ਨੇ ਨਾ। ਇਹ ਇੱਕ ਦੋ ਗੱਲਾਂ ਮੈਂ ਇਹਨਾਂ ਬਾਰੇ ਪੜ੍ਹੀਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ। ਸਿਰ ਜਦੋਂ ਤੁਹਾਡਾ ਵਿਆਹ ਹੋਇਆ, ਕਹਿੰਦੇ ਨੇ ਕਿ ਵਿਆਹ ਦੀ ਬਰਾਤ ਆ ਜਿਹੜੀ ਉਹ ਬੜੀ ਅਲੱਗ ਤਰੀਕੇ ਦੀ ਸੀ, ਹੈ ਨਾ। ਵਿਆਹ ਵੈਸ਼ਨੋ ਸੀ, ਪਰ ਕਹਿੰਦੇ ਵੀ ਪਰ ਸਾਰੇ ਸ਼ਰਾਬੀ ਸੀ ਉਸ ਵਿਆਹ 'ਚ। ਉਹ ਸ਼ਿਵ ਕੁਮਾਰ ਬਟਾਲ ਵੀ, ਪ੍ਰੋਫੈਸਰ ਮੋਹਨ ਸਿੰਘ ਅਤੇ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, SS ਮੀਸ਼ਾ, ਇਹ ਸਭ ਮੇਰੇ ਬਰਾਤੀ ਸੀ। ਰਾਈਟਰਾਂ ਦੇ ਸਰਵਣ ਸਿੰਘ ਤੇ ਨਹੀਂ ਸੀ ਹੈ, ਸਰਵਣ ਨਹੀਂ ਸੀ ਉਹ। ਅਤੇ ਕਾਲੋਂ ਸੀ, ਮੋਹਨ ਕਾਲੋਂ। ਅਤੇ ਇਹ ਮੇਰੇ ਤਾਂ ਫਿਰ ਰਾਈਟਰ ਬਰਾਤੀ ਹੋਣੇ ਸੀ ਨਾ। ਅਤੇ ਉਹ ਬਲਕਿ ਉਹਨਾਂ ਨੂੰ ਬਰਾਤੀਆਂ ਨੂੰ ਇਕੱਠੇ ਕਰਨਾ ਬੜਾ ਔਖਾ ਸੀਗਾ। ਇਹ ਮੇਰੀ ਬਰਾਤ ਤਾਂ ਉਹਦੇ ਵਿੱਚ ਬੱਸ ਵਿੱਚ ਚਲੀ ਗਈ ਸੀ ਅਤੇ ਉਹਨਾਂ ਨੂੰ ਮੈਂ ਪਿਕਅਪ ਕਰਨਾ ਸੀ ਲੁਧਿਆਣੇ ਤੋਂ, ਪ੍ਰੋਫੈਸਰ ਮੋਹਨਸੂ ਨੂੰ। ਮੋਹਨਸੂ ਪਹਿਲਾਂ ਲੱਭੇ ਨਾ, ਜਾਂ ਮੋਹਨਸੂ ਲੱਭਿਆ, ਉਹਦੀ ਵਾਈਫ ਕਹਿੰਦੀ ਉਹ ਦਰੱਖਤ ਥੱਲੇ ਸ਼ਤਰੰਜ ਖੇਡਦੇ ਹੋਣੇ, ਮੈਨੂੰ ਦਰੱਖਤ ਨਾ ਲੱਭੇ ਕਿਹੜੇ ਸ਼ਤਰੰਜ ਖੇਡਦੇ ਆ। ਉੱਥੇ ਜਦ ਪਹੁੰਚਿਆ ਅਤੇ ਉਹ ਸਾਧੂ ਸਿੰਘ ਹਮਦਰਦ ਨਾਲ ਸ਼ਤਰੰਜ ਖੇਡ ਰਹੇ ਸੀ, ਅਤੇ ਸ਼ਾਦੀ ਸਿੰਘ ਵੀ ਹੁੰਦਾ ਸੀ ਅਕਾਲੀ ਪੱਤਰਕਾਰ ਦਾ ਐਡੀਟਰ, ਉਹ ਸ਼ਤਰੰਜ ਖੇਡਦੇ ਸੀ। ਮੋਹਨ ਸਿੰਘ ਕਹੇ ਬਸ ਆਹ ਬਾਜੀ ਲਾ ਲੈਣ ਦੇ, ਆਪਾਂ ਇਹਨਾਂ ਨੂੰ ਵੀ ਲੈ ਕੇ ਚੱਲਾਂਗੇ। ਮੈਂ ਕਿਹਾ ਵੀ ਸਾਡਾ ਹੋਰ ਵੀ ਟੌਰ ਬਣੂਗਾ ਜੇ ਐਡੇ ਐਡੀਟਰ ਜਾਣਗੇ। ਮੈਂ ਆਹ ਲਾ ਲੈਂਦੇ, ਕਈ ਬਾਜੀਆਂ ਲਾਉਂਦੇ ਢੇਰ। ਫਿਰ ਉਹਨਾਂ ਨੇ ਆਪਣੇ ਕੱਚੇ ਬਣਾਣਾ ਚੁੱਕੇ, ਫਿਰ ਮੇਰੀ ਗੱਡੀ 'ਚ ਬੈਠੇ, ਫਿਰ ਮੈਂ ਆਪ ਹੀ ਲਾੜਾ ਅਤੇ ਆਪ ਹੀ ਗੱਡੀ ਚਲਾ ਕੇ ਗਿਆ। ਆਪ ਗੱਡੀ ਚਲਾ ਕੇ ਗਿਆ ਤਾਂ ਉੱਥੇ ਪਹੁੰਚਿਆ ਤਾਂ ਉਹਨਾਂ ਨੂੰ ਬੱਸ ਜਿਹੜੀ ਹੈ ਇਹ ਉਡੀਕਦੇ ਸੀਗੇ। ਅਤੇ ਬਾਪੂ ਜੀ ਬੜੇ ਨਾਰਾਜ਼ ਮੇਰੇ ਵੀ ਮੁੰਡੇ ਨੇ ਕਿੰਨੀ ਨਾਲਾਇਕੀ ਕੀਤੀ ਹੈ ਵੀ ਨਾਲ ਨਹੀਂ ਲੈ ਆਏ ਸੀ ਉਹਨੂੰ। ਖੈਰ ਜਦ ਮੈਂ ਉੱਥੇ ਪਹੁੰਚਿਆ ਤਾਂ ਫਿਰ ਕੱਪੜੇ ਕੁੱਪੜੇ ਬਦਲਣ ਦੀ ਵੀ ਮੇਰੇ ਕੋਲ ਕੋਈ ਹੈ ਨਹੀਂ ਸੀ। ਟਰੰਕ ਮੇਰਾ ਉੱਤੇ ਪਿਆ ਸੀ ਬੱਸ ਦੇ ਥੱਲੇ, ਕੌਣ ਲਾਉਂਦਾ ਅਤੇ ਕੌਣ ਪਹਿਨਦਾ। ਮੈਂ ਕਾਲੀ ਜੀ ਪੈਂਟ ਪਾਈ ਹੋਈ ਸੀ। ਮੇਰਾ ਇੱਕ ਦੋਸਤ ਦੇਸਰਾਜ ਗੋਇਲ, ਜਿਹਦੀ ਮੈਂ ਹੁਣੇ ਗੱਲ ਦੱਸਦਾ ਸੀ ਵੀ ਮੈਨੂੰ, ਉਹ ਦੇਸਰਾਜ ਗੋਇਲ ਦਿੱਲੀ ਤੋਂ ਆਇਆ ਹੋਇਆ ਸੀਗਾ। ਇੱਕ ਰਾਜਗੋਪਾਲਨ ਮੇਰਾ ਦੋਸਤ ਦਿੱਲੀ ਤੋਂ ਆਇਆ ਹੋਇਆ ਸੀਗਾ। ਉਹ ਦੋਨੇ ਉਹ ਵੀ ਦੋਨੇ ਬੱਸ ਵਾਲਿਆਂ ਕੋਲ ਖੜ੍ਹੇ ਸੀ। ਉਹ ਜਾਣਦੇ ਨਹੀਂ ਸੀ ਉਹਨਾਂ ਨੂੰ, ਪਰ ਉਹ ਆਪਣੇ ਦੋ ਗੱਲਾਂ ਕਰ ਰਹੇ। ਮੈਂ ਦੇਖਿਆ ਵੀ ਦੇਸਰਾਜ ਗੋਇਲ ਨੇ ਕਾਲਾ ਕੋਟ ਪਾਇਆ ਹੋਇਆ। ਮੈਂ ਕਿਹਾ ਦੇਸ ਯਾਰ ਲਾ ਆਪਣਾ ਕੋਟ। ਮੈਂ ਉਹਦੇ ਵਾਲਾ ਕੋਟ ਪਾ ਲਿਆ। ਉਹਦੇ ਵਾਲਾ ਕੋਟ ਪਾ ਕੇ ਚਾਹ ਪੀਣ ਲੱਗੇ। ਇਹਨੇ ਨੂੰ 5 ਮਿੰਟ ਬਾਅਦ ਉਹ ਆਇਆ। ਇੱਕ ਹੱਥ ਵਿੱਚੋਂ ਇੱਕ ਜੇਬ 'ਚੋਂ ਸਿਗਰਟਾਂ ਦੀ ਡੱਬੀ ਕੱਢ ਲਈ, ਇੱਕ 'ਚੋਂ ਮਾਚਿਸ ਕੱਢ ਲਈ। ਸਾਰਿਆਂ ਨੂੰ ਦਿਖਾ ਕੇ ਕਹਿੰਦੇ ਕੁਛ ਨਹੀਂ ਮੈਂ ਤਾਂ ਆ ਹੀ ਲੈਣ ਆਇਆ ਸੀ। ਹੁਣ ਕਿਸੇ ਨੂੰ ਕੀ ਦੱਸੀਏ ਕਿ ਕੋਟ ਮੰਗਿਆ ਹੋਇਆ ਕਿ ਸਿਗਰਟਾਂ ਪੀਂਦੇ ਆ। ਉਹ ਇੱਦਾਂ ਦਾ ਹੀ ਸੀ ਸਾਡਾ ਤਾਂ ਵਿਆਹ ਦਾ। ਤੁਹਾਡੇ ਇਹ ਗੱਲਾਂ ਨੇ ਜਿਹੜੀਆਂ ਤੁਹਾਡੀਆਂ, ਇਹ ਸਾਹਿਤਕ ਗਲਿਆਰਿਆਂ 'ਚ ਬਹੁਤ ਮਤਲਬ ਅੱਜ ਵੀ ਬੜੇ ਚਾਅ ਨਾਲ ਕੀਤੀਆਂ ਜਾਂਦੀਆਂ ਨੇ ਕਿ ਗੁਲਜ਼ਾਰ ਸਿੰਘ ਸੰਧੂ ਉਹਨਾਂ ਦਾ ਵਿਆਹ ਹੈ ਜਿਹੜਾ ਯਾਦਗਾਰ ਸੀ, ਹੈ ਨਾ। ਕਹਿੰਦੇ ਵੀ 11:30-12 ਵਜੇ ਸ਼ਿਵ ਕੁਮਾਰ ਇੱਕ ਬੱਸ ਤੋਂ ਉਤਰੇ ਅਤੇ ਉਹਨਾਂ ਨੇ ਉਸ ਵੇਲੇ ਵੀ ਪੀਤੀ ਹੋਈ ਸੀ। ਬੜੀ ਦੇਰ ਨਾਲ ਉਹ ਬੱਸ 'ਚੋਂ ਉਤਰਿਆ ਅਤੇ ਸ਼ਿਵ ਕੁਮਾਰ ਤਾਂ ਜਿਹੜਾ ਉਤਰਿਆ ਉਹ ਤਾਂ ਆਇਆ ਸੀਗਾ ਮੋਹਨ ਕਾਲਮ ਨਾਲ। ਇੱਕ ਟਰੱਕ ਆਇਆ, ਟਰੱਕ ਆ ਕੇ ਕੋਲ ਖੜ੍ਹਾ ਹੋ ਗਿਆ। ਅਸੀਂ ਕਿਹਾ ਵੀ ਟਰੱਕ 'ਚ ਕੌਣ ਹੋਊਗਾ। ਉਹ ਬੱਕਰੀਆਂ ਸੀ ਪਿੱਛੇ ਉਹਦੇ,
ਅਗਲੀ ਸੀਟ ਤੋਂ ਤੇ ਸੰਤ ਸਿੰਘ ਸੇਖੋਂ ਉਹ ਟਰੱਕ ਵਿੱਚ ਉਤਰੇ, ਕਿਉਂਕਿ ਉਸ ਵੇਲੇ ਸਵਾਰੀ ਬੜੀ ਔਖੀ ਮਿਲਦੀ ਹੁੰਦੀ ਸੀ। ਉਹਨੇ ਟਰੱਕ ਵਾਲੇ ਨੂੰ ਕਿਹਾ ਵੀ ਭਾਈ ਅਸੀਂ ਵਿਆਹ ਜਾਣਾ ਹੈ। ਉਹਨੇ ਕਿਹਾ ਵੀ ਬਹਿ ਜਾਓ ਤੁਸੀਂ ਅੱਗੇ। ਬੱਕਰੀਆਂ ਵਾਲੇ ਟਰੱਕ 'ਚ ਸੰਤ ਸਿੰਘ ਸੇਖੋਂ ਉਤਰੇ। ਫਿਰ ਬੜੀ ਦਿਲਚਸਪ ਗੱਲ ਹੈ ਕਿ ਸ਼ਿਵ ਕੁਮਾਰ ਨੇ ਦਾਰੂ ਇੰਨੀ ਪੀਤੀ ਹੋਈ ਸੀ, ਉਹਨੂੰ ਕਹਿੰਦੇ ਵੀ ਕੁਝ ਪੜ੍ਹ ਕੇ ਲੋਕ ਤਾਂ ਉੱਥੇ ਸ਼ਿਵ ਕੁਮਾਰ ਦੇ ਨਾਂ ਕਰਕੇ ਬਹੁਤੇ ਆਏ ਸੀ, ਗੁਲਜ਼ਾਰ ਸਿੰਘ ਸੰਧੂ ਕਰਕੇ ਕੋਈ ਨਹੀਂ ਸੀ ਆਇਆ ਹੋਇਆ ਉੱਥੇ। ਲੋਕਾਂ ਨੂੰ ਪਤਾ ਸੀ ਵੀ ਸ਼ਿਵ ਕੁਮਾਰ ਨੇ ਇੱਥੇ ਆਉਣਾ ਹੈ। ਅਤੇ ਉੱਥੇ ਦਾ ਮਾਝੇ ਵਾਲੇ ਲੋਕ ਬਰਾਤ ਨੂੰ ਰਿਸੀਵ ਕਰਨ ਆਏ, ਡਾਂਗਾਂ ਵੱਡੀਆਂ ਵੱਡੀਆਂ ਡਾਂਗਾਂ ਫੜੀਆਂ ਹੋਈਆਂ ਉਹਨਾਂ ਨੇ। ਐਨੀਵੇ ਔਰ ਰਾਤ ਨੂੰ ਤਾਂ ਉਹਨੇ ਕੁਝ ਸੁਣਾਇਆ ਹੀ ਨਹੀਂ ਰਾਤ ਸੀ। ਨੂੰ ਤਾਂ ਉਹਨੇ ਕੋਈ ਸੁਣਾਇਆ ਹੀ ਨਹੀਂ। ਫਿਰ ਸਵੇਰੇ ਉਹ ਆਇਆ, ਫਿਰ ਰਾਤ ਨੂੰ ਬੜਾ ਲੇਟ ਨਾ ਆ ਕੇ ਸੌਂ ਗਿਆ। ਸਵੇਰੇ ਆਨੰਦ ਕਾਰਜ 'ਤੇ ਉਹਨੂੰ ਕਿਹਾ ਕੋਈ ਸੁਣਾ ਦੇ। ਉਹ ਜਾ ਕੇ ਉਹਨੇ ਪੂਰੀ ਲੈ ਦੇ ਵਿੱਚ ਧੀਆਂ ਦੇ ਦੁੱਖ ਡਾਢੇ ਵੇ ਲੋਕ ਇਹਨਾਂ ਨੂੰ ਜੰਮਦੀਆਂ ਨੂੰ ਮਾਰਦੇ ਹੋਏ ਦੁੱਖ। ਉਹ ਫਿਰ ਉਸ ਵੇਲੇ ਤਾਂ ਕੋਈ ਚੁੱਪ ਨਾ, ਪਰ ਬੀਬੀਆਂ ਜਿਹੜੀਆਂ ਨੇ ਹੰਝੂ ਸਿੱਟੀ ਜਾਣ, ਸਾਰੀਆਂ ਰੋਣ। ਜਦੋਂ ਬੈਠਿਆ ਕਹਿੰਦੇ ਕਵੀ ਦਾ ਸੇਖੋਂ ਸਾਹਿਬ ਨੇ ਫੇਕਿਆ। ਇਹ ਕਵੀ ਦੇ ਪਲ ਹੁੰਦੇ ਆ, ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਤੁਰ ਪੈਂਦਾ, ਕਿਹੜੇ ਵੇਲੇ। ਅੱਜ ਕੱਲ੍ਹ ਤਾਂ ਧੀਆਂ ਜਿਹੜੀਆਂ ਨੇ ਮੁੰਡਿਆਂ ਦੇ ਨਾਲ, ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਨੇ, ਕੰਮ 'ਤੇ ਜਾਂਦੀਆਂ ਨੇ। ਉਹਨਾਂ ਨੇ ਫਿਰ ਉਹਦੀ ਤਹਿ ਜਮਾਈ। ਮੈਮ ਤੁਸੀਂ ਕਦੀ ਅੱਜ ਸ਼ਿਕਵਾ ਨਹੀਂ ਕਰਦੇ ਹੁਣ ਕਦੀ ਮੈਮ ਵੀ ਇੱਕ ਵਿਆਹ ਇੰਨੀ ਲੇਟ ਹੋਇਆ, ਉੱਤੋਂ ਦੀ ਤੁਸੀਂ ਧਾਰਾ ਕੋਟ ਮੰਗ ਕੇ ਮੈਨੂੰ ਵਿਆਹਣ ਆ ਗਏ? ਉਹਨੂੰ ਪਤਾ ਸੀ ਵੀ ਇਹ ਇੱਦਾਂ ਦਾ ਹੀ ਆ। ਨਹੀਂ ਮਤਲਬ ਇਹ ਮੈਨੂੰ ਵੀ ਨਾ ਕੋਈ ਉਹ ਇਕਨੋਮਿਕਸ ਦਾ ਨਹੀਂ ਸੀਗਾ। ਹਾਂਜੀ ਹੈ ਜਿਸ ਤਰ੍ਹਾਂ ਨਾ ਦਾਜ ਦਾ ਨਾ ਇਕਨੋਮਿਕਸ ਦਾ। ਅਤੇ ਮੈਂ ਇਹਨਾਂ ਨੂੰ ਕਹਿ ਦਿੱਤਾ ਸੀ ਕਿ ਜਦੋਂ ਇਹਨਾਂ ਨੇ ਕਿਹਾ, ਮੈਂ ਕਿਹਾ ਦੇਖੋ ਇੱਕ ਤਾਂ ਦਾਜ ਕੋਈ ਨਹੀਂ ਹੋਏਗਾ, ਹੈ ਵਿਆਹ ਸਿੰਪਲ ਹੋਣਾ ਚਾਹੀਦਾ ਹੈ। ਇਹਨਾਂ ਨੇ ਮੇਰੇ ਬ੍ਰਦਰ ਨੂੰ ਕਿਹਾ ਕਿ ਜੀ ਬਰਾਤ 75 ਬੰਦਿਆਂ ਦੀ ਆਏਗੀ, ਹੈ ਉੱਥੇ ਪਹੁੰਚ ਗਏ 125 ਬੰਦੇ। ਅੱਛਾ ਜੀ। ਜਿਹਨੂੰ ਵੀ ਪਤਾ ਲੱਗ ਗਿਆ ਗੁਲਜ਼ਾਰ ਦਾ ਵਿਆਹ ਹੈ। ਸੋ ਬਹੁਤ ਉਹ ਸੀਗਾ। ਅਤੇ ਮੈਂ ਮੈਰਿਜ 'ਤੇ ਕੋਈ ਦਹੇਜ ਵਗੈਰਾ ਨਹੀਂ ਸੀਗਾ, ਨਥਿੰਗ। ਹੈ ਈਵਨ ਹੁਣ ਮੈਂ ਤੁਹਾਨੂੰ ਦੱਸਾਂ, ਬਾਅਦ ਵਿੱਚ ਦਿੱਲੀ ਆ ਕੇ ਹਾਂ ਬਾਅਦ ਵਿੱਚ ਹੀ ਕੀਤਾ ਸੀਗਾ ਕਿ ਵੀ ਮੈਂ ਆਪਣੀਆਂ ਸਾੜੀਆਂ ਪੁਰਾਣੀਆਂ, ਕਿਉਂਕਿ ਮੈਂ ਸ਼ੁਰੂ ਤੋਂ ਹੀ ਨਾ ਲਾਈਟ ਕਲਰਸ ਪਾਉਂਦੀ ਸੀ। ਅਤੇ ਇਹਨਾਂ ਦਾ ਜਿਹੜਾ ਫੇਵਰੇਟ ਕਲਰ ਸੀਗੇ ਉਹ ਬਰਾਊਨ, ਮਸਟਰਡ, ਔਰੇਂਜ। ਅਤੇ ਮੈਂ ਫਿਰ ਨਾ ਆਪਣੀਆਂ ਪੁਰਾਣੀਆਂ ਸਾੜੀਆਂ ਨੂੰ ਠੱਪੇ ਲਵਾ ਕੇ ਉਹਨਾਂ ਦੇ ਕਲਰਸ ਚੇਂਜ ਕਰਵਾ ਲਏ। ਸੋ ਮੈਂ ਕੋਈ ਆਪਣਾ ਡਰੈਸ ਵਗੈਰਾ ਕੁਛ ਨਹੀਂ ਸੀ ਬਣਵਾਇਆ। ਜਿਹੜੀ ਅਸੀਂ ਰਿਸੈਪਸ਼ਨ ਦਿੱਤੀ ਨਾ ਦਿੱਲੀ ਆ ਕੇ, ਹਾਂਜੀ ਉਹਦੇ ਵਿੱਚ ਇਹਨਾਂ ਦੇ ਨਾ ਤਾਂ ਕੋਈ ਬਰਾਈਟ ਸਾੜੀ, ਨਾ ਕੋਈ ਬਰਾਈਟ ਸੂਟ, ਸਧਾਰਨ ਕੁੜੀਆਂ ਵਾਂਗੂ ਹੈ। ਅਤੇ ਵੈਸੇ ਰਿਸੈਪਸ਼ਨ 'ਤੇ ਆਇਆ ਸੀਗਾ ਗੁਰਮੁਖ ਸਿੰਘ ਮੁਸਾਫਰ ਵੀ ਸਾਡੇ ਆਇਆ ਉਸ 'ਤੇ ਰਿਸੈਪਸ਼ਨ 'ਤੇ, ਹੋਰ ਬੰਦੇ ਵੀ ਵੱਡੇ ਵੱਡੇ ਬੰਦੇ ਜਿੰਨੇ ਦਿੱਲੀ ਦੇ ਮੈਨੂੰ ਜਾਣਦੇ ਸੀ। ਹਾਂਜੀ ਉਹ ਬਹੁਤੇ ਸਾਊਥ ਇੰਡੀਅਨ ਨੇ ਇਹ ਕਮੈਂਟ ਕੀਤਾ ਵੀ ਨੈਵਰ ਸੀਨ ਏ ਬਰਾਈਡ ਸੋ ਸਿੰਪਲ। ਹਾਂਜੀ ਨਹੀਂ ਮੈਂ ਸਾੜੀ ਤੇ ਖਰੀਦੀ ਸੀ, ਬਟ ਦੈਟ ਵਾਜ਼ ਅਗੇਨ ਬੜੀ ਸੋਫੀ ਕਲਰ ਦੀ, ਬੇਜ ਕਲਰ ਦੀ। ਮੇਰੇ ਵਿਆਹ ਦਾ ਵੀ ਜਿਹੜਾ ਸੂਟ ਸੀ ਉਹ ਵੀ ਬੇਜ ਕਲਰ ਦਾ ਸੀਗਾ। ਸੋ ਲਾਈਟ ਮਤਲਬ ਪਿੰਕ ਤੇ ਮੈਨੂੰ ਇਜ਼ ਨੋਟ ਮਾਈ ਫੇਵਰੇਟ ਕਲਰ। ਮੈਂ ਗੱਲਾਂ ਤੁਹਾਡੀਆਂ ਲਿਖਤਾਂ 'ਤੇ ਵੀ ਕਰਨੀਆਂ ਨੇ, ਪਰ ਇਸ ਗੱਲਬਾਤ ਦਾ ਮੈਨੂੰ ਇੰਨਾ ਲੁਤਫ ਆ ਰਿਹਾ ਕਿ ਇੱਕ ਦੋ ਸਵਾਲ ਜਿਹੜੇ ਮੇਰੇ ਇਸ ਬਾਰੇ 'ਚ ਹੋਰ ਨੇ ਮੈਂ ਹੁਣੇ ਹੀ ਪੁੱਛ ਲਵਾਂ। ਪੁੱਛ ਲਓ। ਸਰ ਬਾਰੇ ਇਹ ਗੱਲ ਬਹੁਤ ਮਸ਼ਹੂਰ ਹੈ ਕਿ ਇਹ ਬਹੁਤ ਮਹਿਮਾਨ ਨਵਾਜ਼ੀ ਕਰਦੇ ਸੀਗੇ। ਜਦੋਂ ਵੀ ਕੋਈ ਪੰਜਾਬ ਦਾ ਲੇਖਕ ਦਿੱਲੀ ਜਾਂਦਾ ਸੀ ਤਾਂ ਠਾਰ ਇਹਨਾਂ ਕੋਲ ਹੀ ਹੁੰਦੀ ਸੀ। ਕਹਿੰਦੇ ਵੀ ਉਦੋਂ ਫਿਰ ਮੁਰਗੇ ਦਾ ਦੌਰ ਚੱਲਦਾ ਸੀ ਅਤੇ ਜਾਣ ਲੱਗੇ ਵੀ ਗੁਲਜ਼ਾਰ ਸਿੰਘ ਸੰਧੂ ਹੋਣਾ ਉਹਨਾਂ ਨੂੰ ਰਸਤੇ ਲਈ ਵੀ ਜਿਹੜਾ ਰੋਟੀ ਪਾਣੀ ਆ ਉਹ ਵੀ ਪੈਕ ਕਰਕੇ ਦੇ ਦਿੰਦੇ ਸੀ। ਵੀ ਬੰਦੇ ਨੂੰ ਇਹ ਲੱਗਦਾ ਹੁੰਦਾ ਸੀ ਜਿਵੇਂ ਮੈਂ ਆਪਣੇ ਨਾਨਕਿਓਂ ਚੱਲਿਆ। ਵਿਆਹ ਤੋਂ ਬਾਅਦ ਵੀ ਇਹ ਚੀਜ਼ਾਂ ਚੱਲਦੀਆਂ ਰਹੀਆਂ ਕਿ ਥੋੜ੍ਹਾ ਬਹੁਤਾ ਸੁਧਾਰ? ਨਹੀਂ ਚੱਲਦੇ ਰਹੇ, ਸਾਡੇ ਵੀ ਆਉਂਦੇ ਰਹੇ। ਉਹੀ ਹੈ ਨਾ ਕਿ ਕੋਈ ਦੇਖੋ ਪ੍ਰੋਬਲਮ ਉੱਥੇ ਆਉਂਦੀ ਹੈ ਜੇ ਕੋਈ ਮਹਿਮਾਨ ਆਵੇ ਫਸੀ ਹੋਵੇ, ਹੈ ਜੇ ਕੋਈ ਹੋਵੇ ਅਤੇ ਆਵੇ ਜੀ ਆ ਵੀ ਹੋਣਾ ਚਾਹੀਦਾ, ਉਹ ਵੀ ਹੋਣਾ ਚਾਹੀਦਾ, ਦੈਨ ਇਟ ਬੋਦਰਸ। ਹੁਣ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਵੀ ਰੋਟੀ ਖਾ ਲਓ, ਹੈ ਤਾਂ ਕੋਈ ਉਹ ਨਹੀਂ ਹੈ, ਸਿੱਧਾ ਦੱਸ ਦਿੱਤਾ ਕਿ ਕੀ ਬਣਿਆ ਹੈ। ਸੋ ਉਹ ਹੈ ਸਿੱਧਾ ਦਾਲ ਰੋਟੀ ਹੈ,
ਸਿੰਪਲ ਫੂਡ ਹੈ। ਸੋ ਇਸ ਕਰਕੇ ਕੋਈ ਉਹ ਨਹੀਂ ਹੋਇਆ। ਬਾਕੀ ਜਿਸ ਤਰ੍ਹਾਂ ਹੁੰਦਾ ਹੈ ਨਾ ਕਿ ਮੈਂ ਵੀ ਜੁਆਇੰਟ ਫੈਮਿਲੀ ਤੋਂ ਵੱਡੀ, ਫਿਰ ਜਦੋਂ ਪਾਰਟੀਸ਼ਨ ਬਣਿਆ ਸਾਡੇ ਸਾਰੇ ਰਿਸ਼ਤੇਦਾਰ ਉੱਧਰੋਂ ਆਏ ਸੀ, ਖਾਸ ਕਰ ਔਰ ਕਿਉਂਕਿ ਸਾਡੇ ਪਿੰਡ 'ਚ ਸਕੂਲ ਸੀਗਾ ਨੇੜੇ ਤੇੜੇ, ਜਿਵੇਂ ਇਹ ਨਾਨਕੇ ਲੈ ਕੇ ਪੜ੍ਹੇ ਨਾ ਸਾਡੇ, ਐਟ ਅ ਟਾਈਮ ਦੇयर ਯੂਜ਼ਡ ਟੂ ਬੀ ਪਾਰਟੀਸ਼ਨ ਦੇ ਬਾਅਦ 20 ਕੁੜੀਆਂ ਸਾਡੇ ਘਰ ਪੜ੍ਹਦੀਆਂ ਸੀ। ਮੇਰੇ ਭਾਬੀ ਦੇ ਪੇਕਿਆਂ ਦੀਆਂ ਕੁੜੀਆਂ, ਮੇਰੇ ਭੂਆ ਜੀ ਦੀਆਂ ਲੜਕੀਆਂ, ਅੱਗੋਂ ਹੋਰ ਭੂਆ ਜੀ ਦੇ ਅੱਗੇ ਲੜਕੀ ਦੀਆਂ ਦੋਤੀਆਂ, ਇਹ ਸਾਰੇ ਸਾਡੇ ਘਰ ਆ ਕੇ ਪੜ੍ਹੇ ਹੋਏ ਨੇ। ਸੋ ਇਸ ਕਰਕੇ, ਔਰ ਇਸ ਤੋਂ ਪਹਿਲਾਂ ਜਦੋਂ ਮਤਲਬ ਮੇਰੇ ਮਾਮੇ ਲਾਹੌਰ ਸਾਡੇ ਘਰ ਆਫਟਰ ਮੇਰੀ ਮਦਰ ਦੀ ਮੈਰਿਜ ਦੇ ਬਾਅਦ ਉੱਥੇ ਆ ਕੇ ਪੜ੍ਹੇ ਹੋਏ ਨੇ। ਸੋ ਆਈ ਵਾਜ਼ ਯੂਜ਼ਡ ਟੂ, ਮੈਨੂੰ ਸਾਡੇ ਪਰਿਵਾਰ 'ਚ ਸੀਗਾ ਕਿ ਬਈ ਆਇਆ ਗਿਆ ਤੇ ਹਾਂ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ, ਮੇਰੇ ਨਾਨਕਿਆਂ ਦੇ ਵਿੱਚ ਵੀ ਸੀ, ਸਹੁਰਿਆਂ 'ਚ ਵੀ ਸੀ, ਸਾਡੇ ਮੇਰੇ ਪੇਕਿਆਂ 'ਚ ਇੰਨਾ ਨਹੀਂ ਸੀਗਾ, ਲੇਕਿਨ ਨਾਨਕੀ ਔਰ ਸਹੁਰੀ ਬਸ ਇਹ ਖਾਣ ਪੀਣ ਖੁੱਲ੍ਹਾ ਸ਼ੁਰੂ ਤਾਂ ਕੋਈ ਫਾਰਮੈਲਿਟੀ ਨਹੀਂ ਕਰਨੀ, ਪਰ ਜੋ ਕੁਝ ਵੀ ਆਇਆ ਤੁਹਾਨੂੰ ਇੱਕ ਸ਼ੇਅਰਿੰਗ ਸ਼ਿਵ ਕੁਮਾਰ ਦੀ ਗੱਲ ਸੁਣਾ ਦਿੰਦਾ ਵਿੱਚੋਂ ਟੋਕ ਕੇ। ਹਾਂਜੀ ਬਿਲਕੁਲ। ਸ਼ਿਵ ਕੁਮਾਰ ਸਾਡੇ ਵਿਆਹ ਦੇ ਬਾਅਦ ਕਰਤਾਰ ਸਿੰਘ ਦੁੱਗਲ ਨੇ ਪਾਰਟੀ ਕੀਤੀ ਆਪਣੇ ਘਰ ਸਾਡੀ ਮੈਰਿਜ ਲਈ। ਅੱਛਾ, ਸ਼ਿਵ ਕੁਮਾਰ ਦਾ ਉਹਨੂੰ ਪਤਾ ਸੀ ਵੀ ਉਹਨੇ ਸ਼ਾਮ ਨੂੰ ਆਉਣਾ, ਅਤੇ ਸ਼ਿਵ ਕੁਮਾਰ ਖਾਸ ਕਰਕੇ ਉਹ ਸ਼ਾਮ ਇਸ ਕਰਕੇ ਰੱਖੀ ਗਈ ਕਿ ਸ਼ਿਵ ਕੁਮਾਰ ਆ ਰਿਹਾ। ਹਾਂਜੀ। ਅਤੇ ਉਹ ਉੱਥੇ ਸਜਾਦ ਜਹੀਰ ਅਤੇ ਅਲੀ ਸਰਦਾਰ ਜਾਫਰੀ ਅਤੇ ਪ੍ਰੀਤਮ ਸਿੰਘ ਸਫੀਰ ਸਾਰੇ ਆਏ ਹੋਏ ਸੀਗੇ ਪਾਰਟੀ ਵਿੱਚ, ਅਤੇ ਸ਼ਿਵ ਕੁਮਾਰ ਨੂੰ ਉਡੀਕ ਰਹੇ ਆ। ਉਸ ਵੇਲੇ ਟੈਲੀਫੋਨ ਤਾਂ ਹੁੰਦੇ ਨਹੀਂ ਸੀ। ਸ਼ਿਵ ਨੂੰ ਜਦੋਂ ਆਵਾਜ਼ ਮਿਲਿਆ ਉਹਨਾਂ ਦੀ ਨਹੀਂ, ਇੱਕ ਮਿੰਟ, ਸ਼ਿਵ ਨੂੰ ਉਡੀਕ ਰਹੇ ਆ, ਸ਼ਿਵ ਪਹੁੰਚਿਆ ਹੀ ਨਹੀਂ। ਜਦ ਸ਼ਿਵ ਪਹੁੰਚਿਆ ਤਾਂ ਰੋਟੀ ਖਾ ਲਈ ਸੀ, ਅਤੇ ਆਪਣਾ ਦੁੱਗਲ ਵੀ ਬੜਾ ਇਸ ਤਰ੍ਹਾਂ ਹੁੰਦੇ, ਜਾ ਨਾਲਾਇਕ, ਤੇਰੇ ਲਈ ਕੋਈ ਖਾਣਾ ਨਹੀਂ ਮੇਰੇ ਘਰ ਵਿੱਚ। ਉਹਨੂੰ ਉੱਥੋਂ ਮੋੜ ਦਿੱਤਾ। ਮੈਂ ਵੀ ਫਿਰ ਮਗਰ ਤੁਰ ਪਿਆ। ਮੈਂ ਘਰ ਆ ਕੇ ਉਹਨੂੰ ਰੋਟੀ ਖਿਲਾਈ, ਕਿਉਂਕਿ ਰਹਿਣਾ ਉਹਨੇ ਮੇਰੇ ਕੋਲ। ਇੱਦਾਂ ਦਾ ਕੰਮ ਚੱਲਦੇ ਹੀ ਰਹੇ ਆ। ਸਰ ਆਪਾਂ ਹੁਣ ਤੁਹਾਡੀਆਂ ਲਿਖਤਾਂ ਵੱਲ ਥੋੜ੍ਹਾ ਜਿਹਾ ਆਉਂਦੇ ਹਾਂ। ਤੁਸੀਂ ਕਹਿੰਦੇ ਹੋ ਕਿ ਬਹੁਤ ਘੱਟ ਪੜ੍ਹਦੇ ਹੋ ਤੁਸੀਂ, ਹੈ ਨਾ? ਮੈਂ ਬਹੁਤ ਘੱਟ ਪੜ੍ਹਦਾ ਹਾਂ। ਇਸ ਗੱਲ ਦਾ ਵੀ ਬੜਾ ਚਾਅ ਜਿਹਾ ਹੋ ਰਿਹਾ, ਕਿਉਂਕਿ ਜਦੋਂ ਵੀ ਵੱਡੇ ਲੇਖਕਾਂ ਕੋਲ ਜਾਈਦਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਜੋ ਬੰਦਾ ਕਿਤਾਬਾਂ ਨਹੀਂ ਪੜ੍ਹਦਾ ਤਾਂ ਉਹਦੇ ਕੱਦ ਨੂੰ ਉਹ ਬੜਾ ਛੋਟਾ ਗਿਣ ਲੈਂਦੇ ਨੇ, ਹੈ ਨਾ? ਤੇ ਤੁਸੀਂ ਕਹਿੰਦੇ ਕਿ ਤੁਸੀਂ ਹਮੇਸ਼ਾ ਦੇਖੀਆਂ ਹੋਈਆਂ ਘਟਨਾਵਾਂ ਨੂੰ ਆਪਣੇ ਪਾਤਰ ਬਣਾ ਕੇ ਆਪਣੀਆਂ ਕਹਾਣੀਆਂ ਨੂੰ ਚਿੱਤਰਿਆ। ਤੁਸੀਂ ਬਹੁਤ ਸਾਰਾ ਸਫ਼ਰ, ਜਿਵੇਂ ਮੈਮ ਕਹਿੰਦੇ ਵੀ ਘੁੰਮਣ ਦੇ ਬਹੁਤ ਸ਼ੌਕੀਨ ਸੀ, ਹੈ ਨਾ? ਉਹਨਾਂ ਚੀਜ਼ਾਂ ਨੂੰ ਲਿਖਤਾਂ ਦਾ ਰੂਪ ਦਿੱਤਾ ਹੈ। ਜਦੋਂ ਬਟਵਾਰਾ ਹੋਇਆ ਤੁਹਾਡੇ ਪਿੰਡ ਵਿੱਚ, ਇੱਕ ਬਹੁਤ ਵੱਡੀ ਘਟਨਾ ਹੁੰਦੀ ਹੈ, ਉਸ ਘਟਨਾ ਦੇ ਉੱਪਰ ਤੁਸੀਂ ਇੱਕ ਬਹੁਤ ਵੱਡੀ ਕਹਾਣੀ ਲਿਖਦੇ ਹੋ, ਜਿਹਨੂੰ ਕਿ ਸਨਮਾਨ ਵੀ ਮਿਲਦਾ ਹੈ। 84 ਦਾ ਜਿਹੜਾ ਦੌਰ ਸੀ, ਉਸ ਸਮੇਂ ਤੁਸੀਂ ਦਿੱਲੀ 'ਚ ਸੀ, ਤੁਸੀਂ ਉਸ ਦੌਰ ਨੂੰ ਅੱਖੀਂ ਵੇਖਿਆ ਹੈ ਕਿ ਉਸ ਉੱਪਰ ਵੀ ਤੁਸੀਂ? ਹਾਂ, ਉਹਦੇ ਉੱਤੇ ਮੈਂ 3-4 ਕਹਾਣੀਆਂ ਨੇ। ਉਹਨਾਂ ਵਿੱਚੋਂ ਇੱਕ ਮੁਰਗੇ ਦਾ ਪੰਜਾ ਨਾਂ ਦੀ ਕਹਾਣੀ ਬਹੁਤ ਮਸ਼ਹੂਰ ਹੋਈ ਸੀ। ਅਤੇ ਮੈਂ ਨੋਰਮਲੀ ਜਿਹੜਾ ਮੇਰਾ ਲਿਖਿਆ ਹੋਇਆ ਨਾ, ਕੋਈ ਮੇਰੇ ਉੱਤੇ ਵੱਡੇ ਤੋਂ ਵੱਡਾ ਕ੍ਰਿਟਿਕ ਵੀ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਤੋਂ ਕੋਈ ਨਕਲ ਮਾਰੀ ਹੈ, ਕਿਉਂਕਿ ਮੈਂ ਪੜ੍ਹਿਆ ਹੀ ਨਹੀਂ ਹੁੰਦਾ। ਮੈਂ ਜਿਹੜੀਆਂ ਚੀਜ਼ਾਂ ਦੇਖਦਾ ਨਾ, ਮੈਂ ਨੋਰਮਲੀ ਉਹਨਾਂ ਦੇ ਬਾਰੇ ਹੀ ਲਿਖਦਾ। ਮੈਂ ਦੁਨੀਆ ਦੇਖੀ ਬਹੁਤ ਹੈ, ਦੇਰ ਇਜ਼ ਨੋ ਡਾਊਟ। ਮੈਨੂੰ ਦੋਸਤਾਂ ਨੇ ਪਿਆਰ ਬੜਾ ਦਿੱਤਾ, ਮੈਂ ਦੋਸਤੀ ਨਿਭਾਈ ਵੀ ਬੜੀ ਹੈ। ਮੈਂ ਕਈ ਦੋਸਤਾਂ ਦੀ ਮਦਦ ਵੀ ਕੀਤੀ ਹੈ, ਕਈ ਦੋਸਤਾਂ ਨੇ ਮੇਰੀ ਮਦਦ ਕੀਤੀ ਹੈ, ਅਤੇ ਜ਼ਿੰਦਗੀ ਦੇਖੀ ਬਹੁਤ ਹੈ। ਅਤੇ ਮੈਂ ਦੇਖੀ ਜਾਣੀ ਪਛਾਣੀ ਜ਼ਿੰਦਗੀ ਦੇ ਬਾਰੇ ਲਿਖਿਆ, ਜੋ ਕੁਛ ਵੀ ਲਿਖਿਆ। ਇਹ ਵੀ ਹੁੰਦਾ ਵੀ ਕੋਈ ਘਟਨਾ ਜਿਹੜੀ ਤੁਸੀਂ, ਜਿਵੇਂ ਮੈਂ ਤੁਹਾਡੇ 1-2 ਨਾਵਲਾਂ ਦਾ ਵੀ ਜਿਨ੍ਹਾਂ ਦਾ ਜ਼ਿਕਰ ਆਉਂਦਾ, ਉਹ ਵੀ ਤੁਸੀਂ ਉਹਨਾਂ ਘਟਨਾਵਾਂ 'ਤੇ ਹੀ ਲਿਖੇ ਹੋਏ ਨੇ ਜੋ ਤੁਹਾਡੇ ਨਾਲ ਤੁਸੀਂ ਨੇੜਿਓਂ ਵੇਖੀਆਂ। ਹਾਂ। ਇਹ ਵੀ ਹੁੰਦਾ ਵੀ ਕੋਈ ਰਿਸ਼ਤੇਦਾਰ ਜਾਂ ਮਿੱਤਰ ਇਹ ਗੱਲ ਤੁਹਾਨੂੰ ਕੋਈ ਵੀ ਗੱਲ ਦੱਸਣ ਤੋਂ ਡਰਦੇ ਨੇ ਵੀ ਗੁਲਜ਼ਾਰ ਸੰਧੂ ਹੋਣਾ ਤਾਂ ਕੀ ਪਤਾ ਇਹਦੇ 'ਤੇ ਕੋਈ ਕਹਾਣੀਆਂ ਲਿਖ ਕੇ ਕੱਲ੍ਹ ਨੂੰ ਪਬਲਿਸ਼ ਕਰਵਾ ਦੇਣ? ਨਹੀਂ, ਉਹ ਕੋਈ ਖੈਰ ਕਿਸੇ ਨੂੰ ਡਰ ਹੋਣਾ ਨਹੀਂ ਚਾਹੀਦਾ, ਕਿਉਂਕਿ ਮੈਂ ਜੋ ਵੀ ਲਿਖਦਾ ਨਾ, ਮੈਂ ਇੱਕੋ ਹੀ ਗੱਲ ਸਿਰਫ ਯਾਦ ਰੱਖਦਾ, ਆਪਣੇ ਮਨ ਵਿੱਚ ਰੱਖਦਾ ਵੀ ਮੇਰੀ ਗੱਲ ਪੜ੍ਹ ਕੇ ਕਿਸੇ 'ਤੇ ਕੋਈ ਬੁਰਾ ਅਸਰ ਨਾ ਹੋਵੇ, ਜਾਂ ਮੇਰੀ ਕਹਾਣੀ ਤੋਂ ਕੋਈ ਇਸ ਤਰ੍ਹਾਂ ਦੀ ਲੀਡ ਨਾ ਕਿਸੇ ਨੂੰ ਮਿਲ ਜਾਏ ਵੀ ਜਿਹੜਾ ਉਹਦੇ ਕੋਲੋਂ ਬੁਰਾ ਕੰਮ ਹੋਵੇ।
ਮੈਂ ਜ਼ਿੰਦਗੀ 'ਚ ਨਾ ਉਹ ਜਟਕਾ ਸੁਭਾਅ ਵੀ ਹੈ, ਮੇਰੇ ਨਾਨਕਿਆਂ ਦਾ ਵੀ ਸੁਭਾਅ ਇਹੋ ਜਿਹਾ ਹੀ ਸੀ ਅਤੇ ਬਾਪੂ ਜੀ ਦਾ ਬਹੁਤ ਹੀ ਜ਼ਿਆਦਾ ਸੀ ਕਿ ਅਸੀਂ ਕਦੇ ਕਿਸੇ ਨੂੰ, ਬਾਪੂ ਜੀ ਵੀ ਮੇਰੇ ਬਹੁਤ ਕੰਮ ਤਾਂ ਸੁਧਾਰੇ ਨਹੀਂ ਕਰਦੇ ਸੀ, ਊਠ ਰੱਖਦੇ ਸੀ, ਪਰ ਉਹਨਾਂ ਦੇ ਵੀ ਬੜੇ ਦੋਸਤ ਸੀ, ਪਹਾੜ ਵਿੱਚ ਵੀ ਬੜੇ ਦੋਸਤ ਸੀਗੇ। ਉਹ ਵੀ ਇਹ ਸੋਚਦੇ ਸੀ, ਮੈਨੂੰ ਉਹਨਾਂ ਨੇ ਬਲਕਿ ਇਹ ਵੀ ਕਿਹਾ ਜਦੋਂ ਮੈਂ ਦਿੱਲੀ ਨੂੰ ਤੁਰਨ ਲੱਗਿਆ BA ਕਰਨ ਤੋਂ ਬਾਅਦ, ਅਤੇ ਮੈਨੂੰ ਉਹ ਚੜ੍ਹਾਉਣ ਆਏ ਬੰਗਾ ਰੇਲਵੇ ਸਟੇਸ਼ਨ 'ਤੇ, ਅਤੇ ਮੈਨੂੰ ਕਹਿੰਦੇ ਅੱਛਾ ਪੁੱਤ ਹੁਣ ਤੂੰ ਜਾ। ਉਹਨਾਂ ਊਠ 'ਤੇ ਲੈ ਕੇ ਆਏ ਸੀ ਨਾ, ਊਠ ਦੇ ਉੱਤੇ ਬਿਠਾ ਕੇ ਲਿਆਏ ਸੀ ਮੈਨੂੰ, ਊਠ ਵਾਪਸ ਲੈ ਕੇ ਜਾਣਾ ਸੀ ਉਹਨਾਂ ਨੇ। ਕਹਿੰਦੇ ਬਸ ਤੂੰ ਹੁਣ ਪੁੱਤ ਜਾ ਰਹੇ ਹੈ ਦਿੱਲੀ ਬਹੁਤ ਵੱਡਾ ਸ਼ਹਿਰ ਹੈ, ਮੈਨੂੰ ਕੋਈ ਮਾੜੀ ਖਬਰ ਨਹੀਂ ਤੇਰੀ ਮਿਲਣੀ ਚਾਹੀਦੀ। ਜਸਟ ਦੈਟ। ਬਾਕੀ ਉਹੀ ਤੁਹਾਨੂੰ ਜਿਸ ਤਰ੍ਹਾਂ ਕਹਿ ਰਹੇ ਨਾ, ਇੱਕ ਦੋ ਕਹਾਣੀਆਂ ਨੇ ਜਿਹੜੀਆਂ ਕਿ ਇਹਨਾਂ ਨੇ ਜਾਂ ਮੇਰੇ ਕੋਲੋਂ ਸੁਣੀ ਹੋਈ ਲਿਖੀ ਹੈ, ਜਾਂ ਜਿਸ ਤਰ੍ਹਾਂ ਇੱਕੋ ਜਿਹੜੀ ਇਹਨਾਂ ਦੀ ਕਹਾਣੀ ਆ ਕਿ ਦਾਈਆਂ ਦਾ ਫਲਸਫਾ। ਹਾਂ, ਫਲਸਫੇ ਦੀਆਂ ਦਾਈਆਂ। ਫਲਸਫੇ ਦੀਆਂ ਦਾਈ। ਉਹ ਮੇਰੀ ਭਤੀਜੀ ਦਾ ਇਨਸੀਡੈਂਟ ਸੀਗਾ। ਉਹ ਆਪਣੇ ਜਦੋਂ ਪਹਿਲੀ ਵਾਰੀ ਸਹੁਰੇ ਬੱਸ ਵਿੱਚ ਗਈ ਅਤੇ ਉੱਥੇ ਇਨਸੀਡੈਂਸ ਹੋਇਆ। ਉਹਨੇ ਔਰਤਾਂ ਨੂੰ ਗੱਲਾਂ ਕਰਦੇ ਸੁਣਿਆ। ਉਹਨੇ ਆ ਕੇ ਗੱਲ ਕੀਤੀ ਕਿ ਵੀ ਇਸ ਤਰ੍ਹਾਂ ਬੱਸ 'ਚ ਚੜ੍ਹਿਆ, ਆ ਹੋਇਆ ਉੱਥੇ। ਇੱਕ ਔਰਤ ਸੀਗੀ, ਉਹ ਇਸ ਤਰ੍ਹਾਂ ਕਿ ਵੀ ਉਹ ਆਦਮੀ ਉਹਦਾ ਕਿ ਵੀ ਉੱਥੇ ਇੱਕ ਜਵਾਨ ਲੜਕਾ ਮਰ ਗਿਆ ਐਕਸੀਡੈਂਟ ਦੇ ਨਾਲ। ਅਤੇ ਉਹ ਦੂਜੀ ਉਹਨੂੰ ਪੁੱਛਦੀ ਆ ਕਿ ਵਿਆਹਿਆ ਹੋਇਆ ਸੀ ਕਿ ਨਹੀਂ, ਕਹਿੰਦੀ ਨਹੀਂ ਵਿਆਹ, ਕਹਿੰਦੀ ਚੱਲ ਇਹ ਵੀ ਚੰਗਾ ਹੋਇਆ ਹੈ, ਐਵੇਂ ਜੇ ਵਿਆਹਿਆ ਹੁੰਦਾ ਅਤੇ ਉਹਦੀ ਵਹੁਟੀ ਨੇ ਵਿਧਵਾ ਹੋ ਜਾਣਾ ਸੀਗਾ। ਸੋ ਉਹ ਗੱਲ ਸੁਣ ਕੇ ਇਹਨਾਂ ਨੇ ਕਹਾਣੀ ਲਿਖ ਦਿੱਤੀ ਕਿ ਜਿਹੜੀ ਦਾਈਆਂ ਦਾ ਫਲਸਫਾ, ਦਾਈਆਂ ਦਾ ਫਲਸਫਾ, ਕਿ ਬਈ ਫਲਸਫੇ ਦੀਆਂ ਦਾਈਆਂ ਕੁਛ ਇੱਦਾਂ ਦਾ ਹੈਗੀ ਆ ਕਹਾਣੀ। ਸੋ ਉਹ ਹੈਗਾ ਕਿ ਬਟ ਉਹ ਜਿਵੇਂ ਕਹਿੰਦੇ ਨੇ ਕਿ ਨੈਗੇਟਿਵ ਨਹੀਂ ਹੈ, ਅਤੇ ਇਸ ਕਰਕੇ ਹੁਣ ਜਿਸ ਤਰ੍ਹਾਂ ਪਾਰਟੀਆਂ ਨੇ, ਮੈਂ ਇਹਨਾਂ ਨੂੰ ਮਿਲੀ ਨਹੀਂ ਸੀ, ਇਹਨਾਂ ਦੀ ਜਿਹੜੀ ਉਹ ਕਿਹੜੀ ਕਿਤਾਬ ਹੈ ਜਿਹਦੇ ਵਿੱਚ ਉਹ ਗਮਲੇ ਦੀ ਵੇਲ, ਨਾ ਉਹ ਤਾਂ ਗਮਲੇ ਦੀ ਵੇਲ ਹੈ ਨਾ, ਜਿਹੜੀ ਪਹਿਲੀ ਕਿਤਾਬ ਵਿਆਹ ਤੋਂ ਪਹਿਲਾਂ ਦੀ, ਜਿਹਦੇ ਵਿੱਚ ਉਹ ਬਾਪੂ ਜੀ ਦੀ ਆਪਣੀ ਸਵਾਰੀ ਹੈ। ਆਪਣੀ ਸਵਾਰੀ, ਹਾਂ। ਉਹ ਕਿਤਾਬ ਦਾ ਨਾਂ ਕੀ ਹੈ? ਹੁਸਨ ਦਿਹਾਣੀ। ਹੁਸਨ ਦਿਹਾਣੀ। ਉਹ ਪਾਰਟੀਆਂ ਨੂੰ ਇਹਨਾਂ ਨੇ ਪਾਰਟੀਆਂ ਨੂੰ ਦਿੱਤੀ। ਅੱਛਾ, ਪਾਰਟੀਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆਉਂਦੀ, ਪਾਰਟੀਆਂ ਨੇ ਮੈਨੂੰ ਦੇ ਦਿੱਤੀ, ਕਹਿੰਦਾ ਮੇਰੀ ਦੋਸਤ ਨੇ ਲਿਖੀ ਹੈ। ਅਤੇ ਮੈਂ ਉਹ ਕਹਾਣੀਆਂ ਪੜ੍ਹੀਆਂ, ਅਤੇ ਉਹ ਇਹਨਾਂ ਦੀ ਊਠ ਦੀ ਸਵਾਰੀ ਇਹਨਾਂ ਦੀ ਹੈਗੀ ਆ ਕਹਾਣੀ, ਉਹ ਮੈਂ ਪੜ੍ਹ ਕੇ ਬੜਾ ਹੱਸੀ। ਪਰ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਨੂੰ ਲਿਟਰੇਚਰ ਦਾ ਉੱਦਾਂ ਸਮਝ ਨਹੀਂ ਸੀਗੀ, ਅਤੇ ਆਈ ਜਸਟ ਰੈਡ ਇਟ ਕਿ ਵੀ ਅੱਛੀਆਂ ਨੇ ਸਟੋਰੀਜ਼, ਚਲੋ ਪੜ੍ਹ ਲਈਆਂ, ਗੱਲ ਖਤਮ। ਆਈ ਡਿਡਨਟ ਇਵਨ ਉਹਦਾ ਕਿ ਵੀ ਨੋਟਿਸ ਕੀਤਾ ਕਿ ਵੀ ਇਹ। ਸੋ ਸਰ, ਜਿਵੇਂ ਮੈਮ ਵੀ ਤੁਹਾਡੀ ਕਹਾਣੀ ਬਾਰੇ ਗੱਲ ਕਰ ਰਹੇ ਨੇ, ਤੁਹਾਡੀ ਇਸ ਕਹਾਣੀ ਬਾਰੇ ਮੈਂ ਵੀ ਗੱਲ ਕਰਨਾ ਚਾਹੁੰਦੀ ਸੀ। ਮੁਰਗੇ ਦਾ ਪੰਜਾ, ਜਿਹੜੇ ਤੁਸੀਂ ਕਹਾਣੀ ਲਿਖੀ ਦਿੱਲੀ ਇਨਸੀਡੈਂਟ ਦੇ ਉੱਪਰ, ਹੈ ਨਾ, ਇਸ ਕਹਾਣੀ ਦਾ ਨਾਂ ਤੁਸੀਂ ਮੁਰਗੀ ਦਾ ਪੰਜਾ ਰੱਖਣਾ ਚਾਹੁੰਦੇ ਸੀ। ਫਿਰ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਕਿਤੇ ਲੋਕ ਇਹ ਨਾ ਸਮਝਣ ਲੈਣ ਕਿ ਤੁਸੀਂ ਇੰਦਰਾ ਗਾਂਧੀ ਹੁਣਾਂ ਨੂੰ ਮੁਰਗੀ ਬਣਾ ਕੇ ਪੇਸ਼ ਕਰ ਰਹੇ ਹੋ। ਇਸ ਕਹਾਣੀ ਦੇ ਜ਼ਰੀਏ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਅਸਲ ਦੇ ਵਿੱਚ 84 ਬਾਰੇ? ਅਸਲ ਵਿੱਚ ਤਾਂ ਇਹ ਹੈ ਕਿ ਵੀ ਸਿੱਖਾਂ ਦਾ ਉਸ ਵੇਲੇ ਇੱਦਾਂ ਕਤਲ ਹੋ ਰਿਹਾ ਸੀ, ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਕਿ ਮੈਂ ਆਪਣੇ ਘਰ ਵਿੱਚੋਂ ਮਿਸਾਲ ਦੇ ਤੌਰ 'ਤੇ ਬਾਹਰ, ਮੈਂ ਮਾੜਾ ਜਿਹਾ ਘਰੋਂ ਬਾਹਰ ਨਿਕਲਿਆ ਤਾਂ ਸਾਡਾ ਜਿਹੜਾ ਨੌਕਰ ਸੀ ਨਾ, ਗੜਵਾਲੀ ਸੀ, ਉਹਨੇ ਨਾ ਮੈਨੂੰ ਧੱਕਾ ਮਾਰ ਕੇ ਅੰਦਰ ਭੇਜਿਆ। ਉਹ ਧੱਕਾ ਮਾਰ ਕੇ ਕਹਿੰਦਾ ਸਰ ਪਤਾ ਨਹੀਂ ਵੀ ਬਾਹਰ ਕੀ ਹਾਲ ਸਿੱਖਾਂ ਦਾ ਹੋ ਰਿਹਾ ਹੈ। ਫਿਰ ਮੈਂ 2-3 ਦਿਨ ਬਾਅਦ ਸ਼ਾਹਦਰੇ ਜਾਣਾ ਸੀ, ਤਾਰਾ ਸਿੰਘ ਵਗੈਰਾ ਮੇਰੇ ਰਾਈਟਰ ਉੱਥੇ ਦੋਸਤ ਰਹਿੰਦੇ ਸੀ। ਮੈਂ 2-3 ਦਿਨ ਬਾਅਦ ਵੀ ਜਦ ਗੱਡੀ ਡਰਾਈਵ ਕਰਕੇ ਉਹਨਾਂ ਨੂੰ ਮਿਲਣ ਜਾ ਰਿਹਾ ਸੀ, ਅਤੇ ਮੈਨੂੰ ਇਹੀ ਡਰ ਹੋਇਆ ਕਿ ਵੀ ਕੋਈ ਕਿਤੇ ਮੁਰਗੀ ਜਾਂ ਕੋਈ ਬੱਕਰੀ ਮੇਰੀ ਗੱਡੀ ਦੇ ਅੱਗੇ ਆ ਗਈ, ਅਤੇ ਉਹਦੇ ਕਿਤੇ ਪੰਜੇ ਦੇ ਉੱਤੇ ਦੀ ਵੀ ਮੇਰੀ ਗੱਡੀ ਦਾ ਪਹੀਆ ਲੰਘ ਗਿਆ, ਅਤੇ ਉਹ ਜ਼ਖਮੀ ਹੋ ਗਈ, ਅਤੇ ਲੋਕ ਮੈਨੂੰ ਹਾਲੇ ਵੀ ਮਾਰ ਦੇਣਗੇ, ਵੀ ਦਹਿਸ਼ਤ ਇੰਨੀ ਫੈਲੀ ਹੋਈ ਸੀ। ਅਤੇ ਉਹ ਮੈਂ ਮੁਰਗੇ ਦਾ ਪੰਜਾ ਇਸ ਕਰਕੇ ਨਾਂ ਰੱਖਿਆ ਵੀ ਕਿਤੇ ਇੰਦਰਾ ਗਾਂਧੀ ਨਾਲ ਜੁੜ ਜਾਏ ਮੁਰਗੀ ਦੀ ਗੱਲ ਤਾਂ ਇੰਦਰਾ ਗਾਂਧੀ ਦੀ ਉਹ ਸੀ ਬਲਕਿ, ਅਤੇ ਇਸ ਕਰਕੇ ਮੈਂ ਉਹਨੂੰ ਉਸ ਗੱਲ ਨੂੰ ਅਵੋਇਡ ਕਰਨ ਵਾਸਤੇ ਮੁਰਗੇ ਦਾ ਪੰਜਾ ਟਾਈਟਲ ਰੱਖਿਆ ਸੀ। ਭਾਵ ਮੇਰਾ ਇਹ ਸੀ ਕਿ ਵੀ ਇੰਨਾ ਦਹਿਸ਼ਤ ਸੀ, ਇੰਨਾ ਮਾਹੌਲ ਖਰਾਬ ਸੀ ਕਿ
ਮੈਂ ਹੀ ਸੀ ਹੌਸਲੇ ਵਾਲਾ ਜਿਹੜਾ ਆਪਣੀ ਗੱਡੀ ਲੈ ਕੇ ਇਕੱਲੀ ਡਰਾਈਵ ਕਰਕੇ ਆਪਣੇ ਦੋਸਤਾਂ ਨੂੰ ਮਿਲਣ ਗਿਆ ਉੱਥੇ। ਹਾਂਜੀ, ਦਹਿਸ਼ਤ ਦਾ ਮਾਹੌਲ ਸੀ ਜਿਹੜਾ, ਉਸ ਚੀਜ਼ ਨੂੰ ਮੈਂ ਤੁਹਾਡੀ ਇੱਕ ਕਿਤੇ ਲਿਖੀ ਹੋਈ ਗੱਲ 'ਚ ਇਸ ਕਦਰ ਵੀ ਪੜ੍ਹਿਆ ਕਿ ਜਿਹੜੇ ਤੁਹਾਡੇ ਨਾਨਾ ਜੀ 1947 ਦੇ ਬਟਵਾਰੇ ਵੇਲੇ ਬਚੇ ਹੋਏ ਇੱਕ ਬੱਚੇ ਰਾਮ ਸਿੰਘ ਹੁਣਾਂ ਨੂੰ ਜਦੋਂ ਬਚਾ ਕੇ ਘਰੇ ਲਿਆਉਂਦੇ ਨੇ, ਜਿਨ੍ਹਾਂ ਦਾ ਤੁਹਾਡੇ ਨਾਨੀ ਜੀ ਰਾਮ ਸਿੰਘ ਨਾਂ ਰੱਖ ਦਿੰਦੇ ਨੇ, ਤਾਂ ਜਦੋਂ ਉਹਨਾਂ ਦਾ ਇੱਕ ਬੰਗਾਲੀ ਕੁੜੀ ਨਾਲ ਵਿਆਹ ਹੋ ਜਾਂਦਾ, ਉਸ ਤੋਂ ਬਾਅਦ ਉਹ ਕੇਸ ਨਹੀਂ ਕਟਵਾਉਂਦੇ ਉਹਨਾਂ ਦੇ ਕਹਿਣ ਤੇ, ਹੈ ਨਾ? ਹਾਂ, ਉਹ ਕੁੜੀ ਜਿਹੜੀ ਸੀ ਨਾ ਮਹਾਰਾਸ਼ਟਰਨ ਸੀ, ਬੰਗਾਲੀ ਨਹੀਂ। ਮਹਾਰਾਸ਼ਟਰ ਦੀ ਸੀ, ਮਹਾਰਾਸ਼ਟਰਨ ਸੀ। ਅੱਛਾ ਜੀ। ਉਹ ਵਿਆਹ ਵੀ ਅਸੀਂ ਮਤਲਬ ਉਹ ਰਾਮੂ ਨੂੰ ਫਿਰ ਮੈਂ ਇੱਥੋਂ ਲੈ ਗਿਆ ਸੀਗਾ, ਦਿੱਲੀ ਲੈ ਗਿਆ ਵੀ ਇਹਦੀ ਹੋਰ ਤਾਂ ਕਿਸੇ ਨੇ ਮਦਦ ਨਹੀਂ ਕਰਨੀ। ਮੈਂ ਉੱਥੇ ਉਹਨੂੰ ਕੰਡਕਟਰ ਲਵਾਤਾ, ਫਿਰ ਡਰਾਈਵਰ ਬਣਾ ਦਿੱਤਾ। ਡਰਾਈਵਰ ਜਦ ਬਣ ਗਿਆ ਤਾਂ ਕੋਈ ਟਰੱਕਾਂ ਵਾਲੇ ਕਿਸੇ ਕੁੜੀ ਨੂੰ ਲਈ ਫਿਰਦੇ ਸੀਗੇ, ਅਤੇ ਮੇਰੇ ਇੱਕ ਦੂਜੇ ਮਾਮਾ ਜੀ ਸੀ, ਉਹ ਕਹਿੰਦੇ ਵੀ ਜੇ ਗੁਲਜ਼ਾਰ ਹੈ, ਜੇ ਰਾਮੂ ਮੰਨਦਾ ਹੋਵੇ ਅਤੇ ਆਪਾਂ ਉਹ ਕੁੜੀ ਨਾਲ ਇਹਦਾ ਵਿਆਹ ਕਰ ਦੇਈਏ। ਉਹ 500 ਰੁਪਏ ਵਿੱਚ ਵੇਚ ਰਹੇ ਸੀ ਉਸ ਨੂੰ, ਜਾਂ 1000 ਰੁਪਏ 'ਚ, ਮੈਨੂੰ ਹੁਣ ਯਾਦ ਨਹੀਂ, 500 'ਚ। ਉਹ 500 ਰੁਪਇਆ ਅਸੀਂ ਦਿੱਤਾ ਟਰੱਕ ਵਾਲਿਆਂ ਕੋਲ। ਕੁੜੀ ਉਹਦਾ ਨਾਮ ਮਨਜੀਤ ਕੌਰ ਰੱਖ ਕੇ ਉਹਦੇ ਨਾਲ ਵਿਆਹ ਕਰਤਾ। ਤਾਂ ਉਹ ਹਾਲੇ ਵੀ ਉਹ ਬੱਚੇ ਜਿਹੜੇ ਨੇ ਉਹ ਮੈਨੂੰ ਵੀਰ ਜੀ ਕਹਿੰਦੇ ਨੇ, ਮਿਲਦੇ ਰਹਿੰਦੇ ਨੇ। ਕੱਲ੍ਹ ਪਰਸੋਂ ਹੀ ਬਲਕਿ ਉਹਨਾਂ ਦੇ ਇੱਕ ਬਿਟੀਆ ਦੀ ਚਿੱਠੀ ਆਈ, ਟੈਲੀਫੋਨ ਆਇਆ। ਉਹ ਆਪਣੀ ਭਰਜਾਈ ਦੀ ਜਾਂ ਜਠਾਣੀ ਦੇ ਪੁੱਤ ਦੀ ਖਬਰ ਲਈ ਦਿੱਲੀ ਜਲੰਧਰ ਗਈ ਹੋਈ ਸੀ, ਫਲੋਰ ਦੀ ਬਜਾਏ, ਉੱਥੋਂ ਟੈਲੀਫੋਨ ਕਰਦੀ ਹੈ। ਉਹ ਮੈਨੂੰ ਹਾਲੇ ਵੀ ਵੀਰ ਜੀ ਕਹਿੰਦੇ ਆ, ਮੈਂ ਵੀ ਉਹਨਾਂ ਨੂੰ ਵੀਰ ਜੀ ਕਹਿੰਦਾ। ਉਹ ਜਦੋਂ ਉਹ ਵਿਆਹ ਤੋਂ ਬਾਅਦ ਉਹਨੂੰ ਪਤਾ ਲੱਗਿਆ ਵੀ ਸੁਨਤ ਕੀਤੀ ਹੋਈ ਹੈ ਇਹ ਮੁੰਡੇ ਦੀ, ਤਾਂ ਅਤੇ ਉਹ ਮਹਾਰਾਸ਼ਟਰਨ ਜਿਹੜੀ ਮਨਜੀਤ ਕੌਰ ਜੀ ਦਾ ਨਾਂ ਰੱਖਿਆ ਸੀ, ਉਹਨੇ ਕਿਹਾ ਵੀ ਇਹ ਐਵੇਂ ਪਗੜੀ ਪੁਗੜੀ ਜੀ ਦਾੜੀ ਰੱਖੀ ਹੋਈ ਹੈ, ਵੀ ਇਹਨੂੰ ਕਹਿੰਦੇ ਆ ਵੀ ਇਹ ਕਟਾਈ ਦੇਵੇ ਜਦ ਇਹ ਹੈ ਹੀ ਨਹੀਂ ਹੈਗਾ ਸਿੱਖ। ਉਹ ਕਹਿੰਦੀ ਤੂੰ ਕੇਸ ਕਟਾ ਦੇ। ਉਹ ਕੇਸ ਕਟਾ, ਜਦ ਉਹਨੇ ਕਿਹਾ, ਕਹਿੰਦਾ ਖਬਰਦਾਰ ਜੇ ਤੂੰ ਮੈਂ ਮੁੜ ਕੇ ਇਹ ਕਹਿ ਮੇਰੀ ਬੇਬੇ ਨੇ ਰੱਖੇ ਹੋਏ ਆ, ਬਿਲਕੁਲ, ਕਿਉਂਕਿ ਉਹ ਭਾਵੁਕ ਨਾਨੀ ਨੇ, ਜੁੜੇ ਹੋਏ ਸੀ। ਅਤੇ ਖਬਰਦਾਰ ਜੇ ਤੂੰ ਇਹ ਕਹਿ ਮੈਂ ਤੈਨੂੰ ਘਰੋਂ ਕੱਢ ਦਿਆਂਗਾ। ਉਹ ਫਿਰ ਮੇਰੀ ਮਾਮੀ ਜੀ ਕੋਲ ਪਤਾ ਲੱਗਿਆ। ਮਾਮੀ ਜੀ ਕਹਿੰਦੀ ਇਹਨੂੰ ਸਮਝਾਓ ਮਨਜੀਤ ਨੂੰ, ਇਹ ਮੁੜ ਕੇ ਕਿਤੇ ਰਾਮੂ ਨਾਲ ਆਹ ਗੱਲ ਨਾ ਕਰੇ। ਪਰ ਇਹਦਾ ਇੱਕ ਹੋਰ ਪਾਸਾ ਫਿਰ ਇਹ ਵੀ ਹੈ ਕਿ ਜਦੋਂ ਕੇਸਾਂ ਵਾਲਿਆਂ ਨੂੰ ਮਾਰਿਆ ਜਾਣ ਲੱਗਿਆ, ਕਾਨਪੁਰ ਵੀ, ਝਾਂਸੀ ਵੀ ਅਤੇ ਦਿੱਲੀ ਵੀ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਅਤੇ ਉਹਨੂੰ ਵਿਚਾਰੇ ਨੂੰ ਫਿਰ ਜਿਹੜਾ ਉਹਦਾ ਮਾਲਕ ਸੀ, ਉਹ ਕਹਿੰਦਾ ਵੀ ਤੂੰ ਆਪਣੇ ਕੇਸ ਕਟਾ ਦੇ, ਪਗੜੀ ਲਾ ਦੇ, ਮੈਂ ਤੈਨੂੰ ਤਦੇ ਹੀ ਡਰਾਈਵਰ ਰੱਖ ਸਕਦਾ, ਨਹੀਂ ਰੱਖ ਸਕੂੰਗਾ। ਫਿਰ ਇਕਨੋਮਿਕਸ ਦਾ ਸਵਾਲ ਆ ਗਿਆ ਵੀ ਮੇਰੀ ਜੌਬ ਗਈ ਅਤੇ ਮੇਰਾ ਸਭ ਕੁਝ ਹੀ ਗਿਆ। ਫਿਰ ਉਹਨੇ ਕੇਸ ਕਟਾਏ ਸੀਗੇ। ਉਹ ਮੈਂ ਕਹਾਣੀ ਦਾ ਨਾਂ ਵੀ ਲਿਖਿਆ, ਦਿਨ ਦੀ ਵੀ ਲੁੱਟ। ਬਿਲਕੁਲ, ਜਿਹਦੇ ਵਿੱਚ ਤੁਸੀਂ ਲਿਖਦੇ ਹੋ ਕਿ ਜਦੋਂ ਉਹਨਾਂ ਦੇ ਪੁੱਤਰ ਵੀ ਇਸ ਦਹਿਸ਼ਤ ਦੇ ਵਿੱਚ ਬਾਹਰੋਂ, ਹੈ ਨਾ, ਵਾਲ ਕਟਾ ਕੇ ਆ ਜਾਂਦੇ, ਫਿਰ ਕਿਸ ਤਰੀਕੇ ਨਾਲ ਦੋਵੇਂ ਭਾਵੁਕ ਹੁੰਦੇ ਆ ਤੇ ਬਹੁਤ ਰੋਂਦੇ ਆ। ਸਰ, ਮੈਂ ਤੁਹਾਡੀ ਮਤਲਬ ਅੰਦਰਲੀ ਇੱਕ ਸ਼ਖਸੀਅਤ ਨੂੰ ਇਸ ਨਾਤੇ ਮਹਿਸੂਸ ਕਰ ਰਹੀ ਹਾਂ ਕਿ ਜਦੋਂ ਤੁਸੀਂ ਅੱਜ ਵੀ ਆਪਣੇ ਰਿਸ਼ਤੇ ਨਾਤਿਆਂ ਬਾਰੇ ਗੱਲ ਕਰ ਰਹੇ ਹੋ ਤਾਂ ਤੁਸੀਂ ਭਾਵੁਕ ਹੋ ਰਹੇ ਹੋ, ਤੁਹਾਡੀਆਂ ਅੱਖਾਂ ਜਿਹੜੀਆਂ ਭਰ ਰਹੀਆਂ ਨੇ ਨਾ। ਤੁਹਾਡੇ ਦੋਸਤ ਬਹੁਤ ਚੰਗਾ ਲਿਖਦੇ ਨੇ ਤੁਹਾਡੇ ਬਾਰੇ। ਪ੍ਰਿੰਸੀਪਲ ਸਰਵਣ ਸਿੰਘ ਹੁਣੇ ਲਿਖਦੇ ਨੇ ਕਿ ਗੁਲਜ਼ਾਰ ਸੰਧੂ ਉਹ ਨਾਂ ਹੈ ਜਿਨ੍ਹਾਂ ਦੇ ਮੂੰਹੋਂ ਕਦੀ ਨਾਂ ਨਹੀਂ ਸੁਣੀ, ਹੈ ਨਾ। ਗੁਰਭਜਨ ਸਿੰਘ ਗਿੱਲ ਕਹਿੰਦੇ ਨੇ ਕਿ ਜਿਸ ਉਮਰ ਦੇ ਵਿੱਚ ਆਦਮੀ ਕੁੱਤਿਆਂ ਨੂੰ ਸੈਰ ਕਰਾਉਂਦੇ ਹੁੰਦੇ ਨੇ, ਉਸ ਉਮਰ ਦੇ ਵਿੱਚ ਗੁਲਜ਼ਾਰ ਸਿੰਘ ਸੰਧੂ ਸਾਨੂੰ ਆਪਣੀਆਂ ਲਿਖਤਾਂ ਦੇ ਰਾਹੀਂ ਪੂਰੀ ਦੁਨੀਆ ਦੀ ਸੈਰ ਕਰਵਾ ਰਹੇ ਨੇ। ਇੱਕ ਛੋਟਾ ਜਿਹਾ ਆਪਾਂ ਹਾਸੇ ਵਾਲੇ ਕਿੱਸੇ ਵੱਲ ਆਉਂਦੇ ਹਾਂ। ਪ੍ਰਿੰਸੀਪਲ ਸਰਵਣ ਸਿੰਘ ਕਹਿੰਦੇ ਵੀ ਇੱਕ ਵਾਰੀ ਦਾ ਇੱਕ ਮੌਕਾ ਸੀ ਤਾਂ ਤੁਸੀਂ ਕਨਾਟ ਪਲੇਸ ਦਿੱਲੀ ਵਿਖੇ ਕਾਕੇ ਦੇ ਢਾਬੇ 'ਤੇ ਬੈਠੇ ਸੀ ਅਤੇ ਤੁਸੀਂ ਥੋੜ੍ਹੀ ਜਿਹੀ ਪੀਤੀ ਹੋਈ ਸੀ, ਤਾਜ਼ੀ ਤਨਖਾਹ ਮਿਲੀ ਹੋਈ ਸੀ, ਅਤੇ ਕਹਿੰਦੇ ਗੁਲਜ਼ਾਰ ਸੰਧੂ ਨਾਲੇ ਨੋਟ ਉਡਾ ਰਹੇ ਸੀ ਪੀਤੀ ਹੋਈ 'ਚ, ਅਤੇ ਨਾਲੇ ਕਹਿੰਦੇ ਸੀ ਆਪਣੇ ਘਰੇ ਕਿਹੜਾ ਕੋਈ ਨਿਆਣਾ ਰੋਂਦਾ ਹੈ। ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਡੇ ਦੋਸਤ ਨੇ ਜਿਹੜੇ ਤੁਹਾਡੇ ਬਾਰੇ ਯਾਦ ਰੱਖੀਆਂ ਹੋਈਆਂ ਨੇ, ਉਹਨਾਂ ਨੇ ਬਲਵੰਤ ਗਾਰਗੀ ਕਹਿੰਦੇ ਨੇ ਕਿ ਤੁਸੀਂ ਸਦਾ ਬਹਾਰ ਲੇਖਕ ਸੀ, ਹੈ ਨਾ। ਇਹ ਇੰਨਾ ਪਿਆਰ, ਇੰਨਾ ਸਤਿਕਾਰ, ਮਤਲਬ ਮੈਂ ਬਹੁਤ ਘੱਟ ਲੋਕਾਂ ਬਾਰੇ ਕਿਸੇ ਦੀ ਪਿੱਠ ਪਿੱਛੇ ਸੁਣਿਆ। ਮੈਂ ਖੁਦ ਮੈਂ ਬਹੁਤ ਲੋਕਾਂ ਨੂੰ ਕਹਿੰਦਾ, ਜਿੰਨਾ ਮੈਨੂੰ ਮੁਹੱਬਤ ਪਿਆਰ ਦਿੱਤਾ ਲੋਕਾਂ ਨੇ, ਮੈਨੂੰ ਨਹੀਂ ਲੱਗਦਾ ਵੀ ਇੰਨਾ ਕਿਸੇ ਨੇ ਦਿੱਤਾ ਹੋਵੇ ਕਿਸੇ ਨੂੰ। ਬਹੁਤ ਮਿਹਰਬਾਨ ਰਹੇ ਨੇ ਮੇਰੇ ਦੋਸਤ ਮੇਰੇ 'ਤੇ। ਦੇਸਰਾਜ ਗੋਇਲ ਮੇਰਾ ਬਾਣੀਆ ਦੋਸਤ ਸੀਗਾ। ਹੀ ਵਾਜ਼ ਐਨ ਆਰਡੀਨਰੀ ਲੈਕਚਰਰ, ਔਰ ਮੈਂ ਉਹਦੇ ਘਰ ਸਿਰਫ ਕਿਰਾਏਦਾਰ ਬਣ ਕੇ ਗਿਆ ਸੀ, ਪਰ ਉਹਦੀ ਫੈਮਿਲੀ ਨਾਲ ਮੇਰਾ ਹਾਲੇ ਤੱਕ ਰਿਸ਼ਤਾ ਚੱਲਦਾ ਹੈ। ਹਾਲੇ ਤੱਕ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ। ਉਹਦੀ ਮਾਂ ਨੇ ਮੈਨੂੰ ਆਪਣੇ ਪੁੱਤਾਂ ਵਾਂਗੂ ਰੱਖਿਆ। ਹਾਂਜੀ,
ਮੈਮ ਤੁਹਾਡੇ ਵੱਲ ਮੈਂ ਆਉਣੀ ਆ। ਜਦੋਂ ਮੈਂ ਤੁਹਾਡੇ ਪਰਿਵਾਰ ਬਾਰੇ ਪੜ੍ਹ ਰਹੀ ਸੀਗੀ ਤਾਂ ਮੈਨੂੰ ਇੱਕ ਬਹੁਤ ਅਲੱਗ ਗੱਲ ਪਤਾ ਚੱਲੀ, ਜਿਹੜੀ ਸ਼ਾਇਦ ਮੈਂ ਕਦੀ ਕਿਤੇ ਹੋਰ ਲਿਖੀ ਹੋਈ ਸ਼ਾਇਦ ਨਾ ਪੜ੍ਹਾਂ ਜਾਂ ਮੀਡੀਆ ਦੇ ਵਿੱਚ ਵੀ ਕਦੀ ਨਾ ਆਈ ਹੋਵੇ, ਕਿ ਸ਼ਹੀਦ ਭਗਤ ਸਿੰਘ ਨੇ ਜਿਹੜੇ, ਹਾਂਜੀ ਸ਼ਹੀਦ ਭਗਤ ਸਿੰਘ, ਹਾਂਜੀ ਉਹਨਾਂ ਦੀ ਇੱਕ ਤਸਵੀਰ ਜਿਹੜੀ ਅੱਜ ਵੀ ਅਸੀਂ ਦੇਖਦੇ ਹਾਂ, ਉਹ ਮੰਜੇ ਤੇ ਬੈਠੇ ਨੇ, ਉਹਨਾਂ ਨੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਨੇ, ਉਹਨਾਂ ਦੇ ਨਾਲ ਇੱਕ ਬਜ਼ੁਰਗ ਬੈਠੇ ਨੇ ਉਸ ਤਸਵੀਰ ਦੇ ਵਿੱਚ। ਕਿਹਾ ਜਾਂਦਾ ਹੈ ਕਿ ਉਹ ਤੁਹਾਡੇ ਪਰਿਵਾਰ ਦੇ ਇੱਕ ਬਜ਼ੁਰਗ, ਮੇਰੇ ਦਾਦਾ ਜੀ ਸੀ, ਸਕੇ ਦਾਦਾ ਜੀ। ਪੋਤੀ ਆ। ਹਾਂਜੀ, ਤੇ ਤੁਹਾਡੇ ਪਰਿਵਾਰ ਦੇ ਜ਼ਰੀਏ ਹੀ ਉਹ ਤਸਵੀਰ ਹੈ ਜਿਹੜੀ ਭਗਤ ਸਿੰਘ ਹੋਣਾ ਦੇ ਪਰਿਵਾਰ ਕੋਲੇ ਪਹੁੰਚੀ। ਮੈਂ ਚਾਹੁੰਦੀ ਕਿ ਤੁਸੀਂ ਆਪਣੇ ਪਿਛੋਕੜ ਬਾਰੇ ਕੋਈ ਗੱਲ ਹੈ ਜਿਹੜੀ, ਮਤਲਬ ਤੁਹਾਡੇ ਬਜ਼ੁਰਗਾਂ ਬਾਰੇ ਕੋਈ ਗੱਲ ਸਾਡੇ ਨਾਲ ਸਾਂਝੀ ਕਰੋ, ਕਿਉਂਕਿ ਮੈਨੂੰ ਪਹਿਲੀ ਵਾਰ ਇਹ ਚੀਜ਼ ਸੁਣਨ 'ਚ ਆਈ ਕਿ ਤੁਸੀਂ ਉਹਨਾਂ ਦੇ ਪੋਤੀ ਹੋ, ਤੇ ਉਹ ਤਸਵੀਰ ਆ ਜਿਹੜੀ ਭਗਤ ਸਿੰਘ ਹੋਣਾ ਦੇ ਪਰਿਵਾਰ ਕੋਲੇ ਤੁਹਾਡੇ ਪਰਿਵਾਰ ਦੇ ਜ਼ਰੀਏ ਗਈ। ਦੇਖੋ, ਸਾਡਾ ਜਿਹੜਾ ਪਰਿਵਾਰ ਹੈ, ਅਸੀਂ ਆਪਣੇ ਪਿੰਡ ਦੇ ਵਿੱਚ, ਜਿਵੇਂ ਹੁੰਦਾ ਨਾ ਹਰ ਇੱਕ ਪਿੰਡ 'ਚ ਵੀ ਇਹ ਸਰਦਾਰ ਨੇ ਜਾਂ ਇਹ ਵੱਡਾ ਪਰਿਵਾਰ ਹੈ, ਸੋ ਉਸ ਸਿਚੁਏਸ਼ਨ ਦੇ ਵਿੱਚ ਉਸ ਤਰ੍ਹਾਂ ਦਾ ਪਰਿਵਾਰ ਸੀਗਾ ਸਾਡਾ, ਜਿਹੜੇ ਬੜਿਆਂ ਲੋਕਾਂ ਦੀ ਮਦਦ ਵੀ ਕਰਦੇ ਸੀ। ਮੇਰੇ ਫਾਦਰ ਲਾਸਟ 12 ਇਅਰਸ ਆਫ ਹਿਸ, ਮੈਂ 5ਵੀਂ 'ਚ ਸੀਗੀ, 4ਵੀਂ 5ਵੀਂ ਦੇ ਵਿੱਚ ਸੀਗੀ ਜਦੋਂ ਮੇਰੇ ਫਾਦਰ ਜਿਹੜੇ ਸੀਗੇ ਉਹ ਇਹ ਮਜੀਠੀਆਂ ਦੀ ਸਰਈਆ ਸ਼ੂਗਰ ਫੈਕਟਰੀ ਜਿਹੜੀ ਪਹਿਲੀ ਇਹਨਾਂ, ਉਹਦੇ ਵਿੱਚ ਮੈਨੇਜਰ ਦੀ ਪੋਜੀਸ਼ਨ ਵਿੱਚ ਚਲੇ ਗਏ ਸੀਗੇ। ਉਹਨਾਂ ਦਾ ਇਹਨਾਂ ਨੇ ਇੱਕ ਕੇਸ ਇਨਕਮ ਟੈਕਸ ਦਾ ਫਾਈਟ ਕੀਤਾ ਸੀਗਾ, ਤੇ ਉਹਦੇ ਬਾਅਦ ਸਰਸੁੰਦਰ ਸਿੰਘ ਮਜੀਠੀਆ ਦਾ ਜਿਹੜਾ ਵੱਡਾ ਬੇਟਾ ਸੀ, ਉਹ ਮੇਰੇ ਫਾਦਰ ਤੋਂ 3 ਸਾਲ ਵੱਡੇ ਸੀਗੇ, ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਹੁਣ ਤੂੰ ਆ ਜਾ ਸਾਡੇ ਕੋਲ, ਤੇ ਉਹਨਾਂ ਦੀ ਫੈਕਟਰੀ ਦੇ ਵਿੱਚ ਹੀ ਉੱਥੇ ਹੀ ਰਹੇ। ਹੀ ਡਾਈਡ ਓਵਰ, ਉੱਥੇ ਹੀ ਉਹਨਾਂ ਦੀ ਸੁਰਗਵਾਸ ਵੀ ਉੱਥੇ ਹੀ ਹੋਏ। ਔਰ ਮੇਰਾ ਕੰਟੈਕਟ ਉਹਨਾਂ ਨਾਲ ਨਹੀਂ ਰਿਹਾ ਹੈ, ਕਿਉਂਕਿ ਉਹ ਤੋਂ ਚਲੇ ਗਏ। ਜਦੋਂ ਕਦੇ ਇੱਥੇ ਆਉਂਦੇ ਸੀ ਤੇ ਸ਼ਾਰਟ ਪੀਰੀਅਡ ਲਈ ਆਉਂਦੇ ਸੀ, ਕਿਸੇ ਕੇਸ ਨੂੰ ਫਾਈਟ ਕਰਨ ਲਈ, ਕੋਈ ਫੈਕਟਰੀ ਦਾ ਕੋਈ ਕੇਸ ਹੋਵੇ ਉਹਦੇ ਲਈ, ਜਾਂ ਇਲੈਕਸ਼ਨਸ, ਕਿਉਂਕਿ ਸਰਸੁੰਦਰ ਸਿੰਘ ਮਜੀਠੀਆ ਦਾ ਜਿਹੜਾ ਵੱਡਾ ਬੇਟਾ ਸੀ ਕਿਰਪਾਲ ਸਿੰਘ, ਉਹਨਾਂ ਨੇ ਇਲੈਕਸ਼ਨ 'ਤੇ ਤਾਂ ਪਾਪਾ ਜੀ ਆਏ ਸੀਗੇ, ਉਹਨਾਂ ਦੀ ਇਲੈਕਸ਼ਨ ਵਕੀਲ ਸੀਗੇ ਨਾ ਇਹਨਾਂ ਦੇ ਫਾਦਰ। ਹਾਂ, ਉਸ ਤਸਵੀਰ ਦਾ ਅਤੇ ਮੈਂ ਇਹ ਜਦੋਂ ਮੈਨੂੰ ਲੱਗਦਾ ਹੈ ਕਿ ਕਿਉਂਕਿ ਜਿਹੜਾ ਹੁਣ ਮੈਨੂੰ ਪਤਾ ਲੱਗਾ, ਮੇਰਾ ਇੱਕ ਭਤੀਜਾ ਇੱਥੇ ਚੰਡੀਗੜ੍ਹ 'ਚ ਹੀ ਹੈ, ਉਹਨੂੰ ਹੈਗਾ ਇੰਟਰਸਟ, ਅਤੇ ਉਹਨੇ ਪਾਪਾ ਜੀ ਦੇ ਜਿਹੜੇ ਕੋਈ ਕੰਟੈਕਟ ਸੀਗੇ, ਜਿਵੇਂ ਉਹ ਕੀ ਸਤਿੰਦਰ ਕਮਿਊਨਿਸਟ ਲੀਡਰਸ, ਕਿ ਐਟ ਵਨ ਸਟੇਜ ਮੇਰੇ ਫਾਦਰ ਉਹਨਾਂ ਨੂੰ ਸਰਚੰਦਰ ਈਸ਼ਰ ਨਹੀਂ ਬੋਸ, ਸ਼ੀਨਾ, ਅਛਰ ਸਿੰਘ ਸ਼ੀਨਾ ਨਹੀਂ, ਉਹ ਤੇ ਸੁਤੰਤਰ ਤੇਜਾ ਸਿੰਘ ਸੁਤੰਤਰ ਤੋਂ ਹੀ ਉਹਨੂੰ ਪਤਾ ਲੱਗਾ ਕਿ ਮੇਰੇ ਫਾਦਰ ਤੇ ਸੁਤੰਤਰ ਇਕੱਠੇ ਉੱਥੇ ਜਾ ਰਹੇ ਸੀ ਰਸ਼ੀਆ, ਹੈ, ਤੇ ਉੱਥੇ ਉਹ ਤੇ ਲੰਘ ਗਿਆ, ਤੇ ਮੇਰੇ ਫਾਦਰ ਕਾਬੁਲ ਫੜੇ ਗਏ ਸੀਗੇ। ਸੋ ਆ ਕੇ ਫਿਰ ਇਸ ਕਰਕੇ ਪ੍ਰੋਬਲੀ ਮੇਰੇ ਦਾਦਾ ਜੀ ਡਿਪਟੀ ਕਮਿਸ਼ਨਰ ਸੀਗੇ, ਤੇ ਹੀ ਵਾਸ ਡਿਊ ਟੂ ਬਿਕਮ ਅ ਕਮਿਸ਼ਨਰ, ਤਾਂ ਉਹ ਫਿਰ ਸਰਕਾਰ ਨੇ ਬਿਕੋਜ਼ ਆਫ ਮੇਰੇ ਫਾਦਰ, ਤਾਂ ਉਹਨਾਂ ਦੀ ਬਾਅਦ 'ਚ ਪ੍ਰਮੋਸ਼ਨ ਜਿਹੜੀ ਸੀ ਉਹ ਠੱਪ ਕਰ ਦਿੱਤੀ। ਸੋ ਮੇਰਾ ਕੋਈ ਕੰਟੈਕਟ ਨਹੀਂ ਸੀਗਾ। ਅਤੇ ਜਦੋਂ ਮੇਰੇ ਫਾਦਰ ਦੀ ਯੂਪੀ ਦੇ ਵਿੱਚ ਡੈਥ ਹੋਈ, ਅਤੇ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਆਈਆਂ, ਅਤੇ ਉਹ ਇੱਕ ਸੰਦੂਖੜੀ ਸੀ ਜਿਹੜੀ ਕਿ ਉਹਦੇ 'ਚ ਉਹਨਾਂ ਦੇ ਪ੍ਰੈਸ਼ੀਅਸ ਚੀਜ਼ਾਂ ਸੀਗੀਆਂ, ਸਪੈਸ਼ਲ ਚੀਜ਼ਾਂ ਸੀਗੀਆਂ। ਉਹਨਾਂ ਵਿੱਚ ਮੇਰੇ ਬਾਪੂ ਜੀ ਦੇ ਤਗਮੇ, ਮੇਰੇ ਫਾਦਰ ਦੀਆਂ ਸਰਟੀਫਿਕੇਟਸ ਵਗੈਰਾ, ਉਹਦੇ ਵਿੱਚ ਇਹ ਤਸਵੀਰ ਸੀਗੀ। ਹਾਂ, ਅਤੇ ਮੈਂ 2 ਕਾਪੀਆਂ ਸੀਗੀਆਂ ਤਸਵੀਰ ਦੀਆਂ, ਅਤੇ ਉਹ ਮੈਂ ਇੱਕ ਹੋਰ ਸਾਡੇ ਘਰ 'ਚ ਰਹਿੰਦੇ ਹੁੰਦੇ ਸੀਗੇ, ਜਿਹੜੇ ਕਿ ਸਾਰੇ ਫਾਦਰ ਨੇ ਦੇ ਕੋਲ ਰਹਿੰਦੇ ਸੀਗੇ, ਕਿ ਵੀ ਬੱਚਿਆਂ ਨੂੰ ਰਿਲੀਜੀਅਸ ਐਜੂਕੇਸ਼ਨ ਦੇਣ ਦੇ ਲਈ, ਤਾਂ ਉਹਨਾਂ ਨੂੰ ਅਸੀਂ ਜੋਗੀ ਜੀ ਕਹਿੰਦੇ ਹੁੰਦੇ ਸੀਗੇ ਨਾ, ਅਤੇ ਉਹ ਵੀ ਯੂਪੀ 'ਚ ਹੀ ਨਾਲ ਇਹਨਾਂ ਦੇ ਆਏ ਸੀ। ਅਤੇ ਮੈਂ ਕਿਹਾ ਆਹ ਤਸਵੀਰ ਕਿਹਦੀ ਆ, ਅਤੇ ਮੈਨੂੰ ਜੋਗੀ ਜੀ ਕਹਿੰਦੇ ਤੈਨੂੰ ਨਹੀਂ ਪਤਾ, ਆਹ ਭਗਤ ਸਿੰਘ ਆ ਤੇਰਾ ਦਾਦਾ ਹੈ। ਅਤੇ ਆਈ ਡਿਡਨਟ ਰਜਿਸਟਰ ਕਿ ਭਗਤ ਸਿੰਘ ਐਨੀਥਿੰਗ ਸਪੈਸ਼ਲ ਹੈ, ਅਤੇ ਮੈਨੂੰ ਕੋਈ ਉਹ ਨਹੀਂ ਆਇਆ। ਉਹਦੇ ਬਾਅਦ ਉਹ ਤਸਵੀਰ ਪਤਾ ਨਹੀਂ ਕਿੱਧਰ ਗਈਆਂ, ਉਹ ਜਿਹੜੀਆਂ ਨੋਰਮਲ ਐਡਿਕ ਸਾਈਜ਼ ਦੀ ਜਿਹੜੀ ਹੁੰਦੀ ਹੈ ਨਾ, ਉਹ ਸੀਗੀਆਂ 2 ਕਾਪੀਆਂ ਮੈਂ ਦੇਖੀਆਂ।
ਇਹ ਜਦੋਂ ਇੱਥੇ ਭਗਤ ਸਿੰਘ ਦੀ ਤਸਵੀਰ ਦੀ ਬੜੀ ਕੁਛ ਆਰਗੂਮੈਂਟਸ ਚੱਲੀਆਂ ਸੀ, ਅਖਬਾਰਾਂ 'ਚ ਆਇਆ, ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਇਹ ਤਾਂ ਤਸਵੀਰ ਮੈਂ ਦੇਖੀ ਹੋਈ ਹੈ, ਇਹ ਤਾਂ ਸਾਡੇ ਘਰ ਹੈ ਤੇ ਮੈਨੂੰ ਪਤਾ ਹੈ। ਤੇ ਨਾਓ ਦਾ ਪੁਆਇੰਟ ਇਜ਼ ਕਿ ਦੈਟ ਤਸਵੀਰ, ਫਿਰ ਅਸੀਂ ਭਗਤ ਸਿੰਘ ਦਾ ਵੱਡਾ ਭਰਾ ਸੀ ਨਾ ਕਿ ਹਾਂ ਕੁਲਤਾਰ PGI ਦੇ ਵਿੱਚ ਦਾਖਲ ਸੀਗਾ। ਮੈਂ ਇਹ ਤੇ ਮੇਰਾ ਨੈਫਿਊ ਹੀ ਪੰਮੀ, ਅਸੀਂ ਉਹਨੂੰ ਕੁਲਤਾਰ ਨੂੰ ਮਿਲਣ ਗਏ, ਦੇਖਣ ਗਏ ਤੇ ਉਹਦੇ ਆਕਸੀਜਨ ਲੱਗੀ ਹੋਈ ਸੀਗੀ ਤੇ ਉਹਦੇ ਹੋਰ ਵੀ ਪਰਿਵਾਰ ਦੇ ਲੋਕੀ ਉੱਥੇ ਸੀਗੇ। ਤੇ ਫਿਰ ਇਹਨਾਂ ਨੇ ਪੁੱਛਿਆ ਕਿ ਤੁਸੀਂ ਇਹ ਜਿਹੜੀ ਤਸਵੀਰ ਸੀ ਤੁਹਾਨੂੰ ਕਿੱਥੋਂ ਮਿਲੀ? ਉਹਨੇ ਕਿਹਾ ਕਿ ਕੋਈ ਪੁਲਿਸ ਦੇ ਅਫਸਰ ਸੀਗੇ, ਕਿ ਮਿਹਰਬਾਨ ਕਿਸੇ ਪੁਲਿਸ ਅਫਸਰ ਨੇ ਸਾਨੂੰ ਭਿਜਵਾਈ ਸੀ। ਹੈ ਇਹਨਾਂ ਨੇ ਫਿਰ ਪੁੱਛਿਆ ਕਿ ਤੁਸੀਂ ਨਸ਼ਹਿਰੇ ਵਾਲਿਆਂ ਨੂੰ ਜਾਣਦੇ ਹੋ? ਤਾਂ ਉਹਨੇ ਸਿਰ ਹਿਲਾਇਆ ਸੀ, ਬਸ ਇੰਨਾ ਹੀ। ਤੇ ਉਹਦੇ ਬਾਅਦ ਸੋ ਆਈ ਫੀਲ ਕਿ ਮੇਰੇ ਬ੍ਰਦਰ ਦੀ ਵੀ ਡੈਥ ਹੋ ਚੁੱਕੀ ਸੀ, ਸ਼ਾਇਦ ਉਹਨਾਂ ਨੂੰ ਕੁਝ ਪਤਾ ਹੁੰਦਾ। ਚਾਚਾ ਜੀ ਦੀ ਡੈਥ, ਚਾਚਾ ਜੀ ਮੇਰੇ ਵੀ ਅਮਰੀਕਾ ਸ਼ਿਫਟ ਕਰ ਗਏ ਸੀਗੇ ਬਾਅਦ ਵਿੱਚ, ਤੇ ਮੈਂ ਚਾਚਾ ਜੀ ਨੂੰ ਆਏ ਇੱਥੇ ਆਪਣੀ ਬੇਟੀ ਦੇ ਕੋਲ, ਤੇ ਅਸੀਂ ਸਪੈਸ਼ਲੀ ਗਏ। ਮੈਂ ਕਿਹਾ ਚਾਚਾ ਜੀ ਨੂੰ ਪਤਾ ਹੋਏਗਾ ਤੇ ਚਲੋ ਚਾਚਾ ਜੀ ਤੋਂ ਪੁੱਛਦੇ ਆ। ਅਸੀਂ ਗਏ, ਚਾਚਾ ਜੀ ਬਾਈ ਦੈਟ ਟਾਈਮ ਕੁਆਇਟ ਐਡਵਾਂਸ ਸਟੇਜ ਦੇ ਵਿੱਚ, ਉਹ ਮੈਨੂੰ ਮਿਲ ਕੇ ਬੜੇ ਇਮੋਸ਼ਨਲ ਹੋ ਗਏ, ਰੋਣ ਲੱਗ ਪਏ। ਤੇ ਮੈਂ ਇਹ ਕਹਿੰਦੇ ਹੁਣ ਨਾ ਪੁੱਛੇ, ਬੜੇ ਇਮੋਸ਼ਨਲ ਹੋਏ ਨੇ। ਤੇ ਮੈਂ ਕਿਹਾ ਚਾਚਾ ਜੀ ਤੁਸੀਂ ਚੰਡੀਗੜ੍ਹ ਜ਼ਰੂਰ ਆਉਣਾ। ਤੇ ਕਹਿੰਦੇ ਹਾਂ ਮੈਂ ਐਤਵਾਰ ਨੂੰ ਆਵਾਂਗਾ। ਤੇ ਮੈਂ ਸੁਰਿੰਦਰ ਉਹਨਾਂ ਦੀ ਬੇਟੀ ਨੂੰ ਕਿਹਾ, ਮੈਂ ਕਿਹਾ ਸੁਰਿੰਦਰ ਚਾਚਾ ਜੀ ਨੂੰ ਜ਼ਰੂਰ ਲੈ ਕੇ ਆਈ। ਕਹਿੰਦੀ ਹਾਂ। ਅਸੀਂ ਇੱਥੇ ਉਡੀਕਦੇ ਰਹੇ ਸੰਡੇ ਨੂੰ, ਚਾਚਾ ਜੀ ਆਏ ਨਹੀਂ, ਪਤਾ ਲੱਗਾ ਕਿ ਉਹ ਜਦੋਂ ਤੱਕ ਮੈਂ ਅਗਲੇ ਸੰਡੇ ਨਹੀਂ ਆਇਆ, ਮੈਂ ਟੈਲੀਫੋਨ ਕੀਤਾ ਤੇ ਆਇਆ। ਉਹਨਾਂ ਦੇ ਕਹਿਣ ਲੱਗੀ ਜੀ ਉਹ ਤੇ ਬੀਬੀ ਜੀ ਲੈ ਕੇ ਉनको ਵਾਪਸ ਅਮਰੀਕਾ ਚਲੇ ਗਏ। ਸੋ ਆਈ ਕੁਡਨਟ ਚੈੱਕਅਪ ਵਿਦ ਐਨੀਬਡੀ, ਨਾ ਮੇਰੇ ਮਦਰ ਵੀ ਉਦੋਂ ਤੱਕ ਡੈਥ, ਸ਼ਾਇਦ ਮਦਰ ਨੂੰ ਵੀ ਕੁਛ ਥੋੜ੍ਹਾ ਬਹੁਤ ਪਤਾ ਹੁੰਦਾ। ਸੋ ਮੈਨੂੰ ਇਸ ਚੀਜ਼ ਦਾ ਅਫਸੋਸ ਹੈ। ਪਰ ਮੇਰੀ ਜਿਹੜੀ ਛੋਟੀ ਸਿਸਟਰ ਸਟੈਪ, ਆਈ ਹੈਡ 2 ਮਦਰਸ ਹੈ, ਤੇ ਜਿਹੜੀ ਮੇਰੀ ਸਟੈਪ ਸਿਸਟਰ ਉਹ ਦੱਸਦੀ ਹੈ, ਮੇਰੀ ਜਿਹੜੀ ਅਜੇ ਇੱਥੇ ਮੋਹਾਲੀ 'ਚ ਰਹਿੰਦੀ ਹੈ ਛੋਟੀ ਸਿਸਟਰ, ਉਹ ਕਹਿੰਦੀ ਹੈ ਕਿ ਪਾਪਾ ਜੀ ਅਕਸਰ ਜਦੋਂ ਸੈਰ ਕਰਦੇ ਹੁੰਦੇ ਸੀ ਨਾ, ਤੇ ਉਹ ਗੁਣਗੁਣਾਉਂਦੇ ਰਹਿੰਦੇ ਸੀਗੇ, ਮੇਰਾ ਰੰਗ ਦੇ ਬਸੰਤੀ ਚੋਲਾ ਹੈ। ਸੋ ਉਹ ਜਿਹੜੀ ਹੈ ਨਾ ਪ੍ਰੋਬਬਲੀ ਦੇ ਹੈਡ ਉਸ ਵੇਲੇ ਸਾਰਾ ਵੀ ਜਿਹੜਾ ਵੀ ਕੋਈ ਪੜ੍ਹਿਆ ਲਿਖਿਆ ਸੀਗਾ ਫਰੀडम ਮੂਵਮੈਂਟ ਦੇ ਲਈ ਸੀਗਾ, ਔਰ ਜਿਹੜੇ ਵੀ ਉਸ ਵੇਲੇ ਦੇ ਲੀਡਰ ਸੀਗੇ, ਸੋ ਦੇ ਵਰ ਵਿਦ ਦੈਟ। ਐਂਡ ਇੱਕ ਕਿਤਾਬ ਜਿਹੜੀ ਵੜੈਚ ਨੇ ਲਿਖੀ ਆ, ਉਹਨੇ ਮੈਨੂੰ ਵੜੈਚ ਨੇ ਦਿਖਾਈ ਸੀ ਕਿ ਜਦੋਂ ਜਿਹੜਾ ਪਹਿਲੇ ਕੇਸ ਦੇ ਵਿੱਚ, ਜਿਹੜਾ ਸ਼ਾਹਦਰਾ ਬੰਬ ਕੇਸ ਦੇ ਵਿੱਚ ਭਗਤ ਸਿੰਘ ਜਦੋਂ ਇਹਨਾਂ ਨੂੰ ਕੈਦ ਕੀਤਾ ਹੈ, ਜਿਹੜੀ ਉਹ ਤਸਵੀਰ ਹੈ, ਉਹ ਜਿਹੜਾ ਕੇਸ ਸੀਗਾ ਹੈ, ਉਹ ਦੁਸਹਿਰਾ ਬੰਬ ਕੇਸ ਸੀਗਾ ਹੈ। ਤੇ ਉਹਦੇ ਵਿੱਚ ਬਾਪੂ ਜੀ ਨੇ ਉਹਦੀ ਇਨਵੈਸਟੀਗੇਸ਼ਨ ਕਰਕੇ ਬਾਪੂ ਜੀ ਨੇ ਰਿਪੋਰਟ ਦਿੱਤੀ, ਤੇ ਉਹਨੇ ਮੈਨੂੰ ਉਹ ਰਿਪੋਰਟ ਦੀ ਨਾ, ਜਿਹਦੇ 'ਚ ਉਹਦੀ ਰਿਕਮੈਂਡੇਸ਼ਨ ਬਾਪੂ ਜੀ ਦੀ ਆ ਕਿ ਇਹਨੂੰ ਬੇਲ 'ਤੇ ਛੱਡਿਆ ਜਾਵੇ ਹੈ, ਉਹਨੇ ਮੈਨੂੰ ਦਿਖਾਇਆ। ਉਹਦੇ ਵਿੱਚ ਬਾਪੂ ਜੀ ਦੇ ਸਿਗਨੇਚਰਸ ਹੈਗੇ ਨੇ। ਤੇ ਉਹਦੇ ਬਾਅਦ ਹੁਣ ਹੇਅਰ ਸੇ ਇੱਧਰੋਂ ਉੱਧਰੋਂ ਲੱਗਦਾ ਹੈ, ਜਿਹੜੇ ਕਿ ਪੁਰਾਣੇ ਹੁਣ ਕੋਈ ਰਿਹਾ ਹੀ ਨਹੀਂ ਕਿ ਬਾਪੂ ਜੀ ਤੋਂ ਇਹਨਾਂ ਦਾ ਮਤਲਬ ਦਾਦਾ ਜੀ, ਮੇਰੇ ਦਾਦਾ ਜੀ, ਕਿ ਉਹ ਉਸ ਇੰਟਰਵਿਊ ਦੇ ਵਿੱਚ ਉਹ ਕੁਛ ਹੀ ਡਿਵੈਲਪ ਅਫੈਕਸ਼ਨੇਟ ਕੰਟੈਕਟ ਵਿਦ ਭਗਤ ਸਿੰਘ। ਤੇ ਉਹਨਾਂ ਨੇ ਉਹਦੀ ਰਿਕਮੈਂਡ, ਅੰਗਰੇਜ਼ਾਂ ਨੇ ਹੁਣ ਇਹ ਤਾਂ ਨਹੀਂ ਸੀ ਕਹਿ ਸਕਦੇ ਕਿ ਅਸੀਂ ਨਹੀਂ ਇਹਨੂੰ ਬੇਲ ਦੇਣੀ, ਉਹਨਾਂ ਨੇ ਉਹਦਾ ਅਮਾਊਂਟ ਇੱਕਦਮ ਵਧਾ ਦਿੱਤਾ, ਜਿਹੜਾ ਕਿ ਉਹਦੇ ਫਾਦਰ ਨਹੀਂ ਸੀ। ਸੋ ਅਕੋਰਡਿੰਗ ਟੂ ਵੜੈਚ ਕਿ ਉਹ ਲਾਹੌਰ ਦੇ ਕਿਸੇ ਜੈਨ ਬਿਜ਼ਨਸਮੈਨ ਨੇ, ਜਿਹੜਾ ਭਗਤ ਸਿੰਘ ਨੂੰ ਨਹੀਂ ਸੀ ਜਾਣਦਾ, ਉਹਨੇ ਉਹ ਪੇਮੈਂਟ ਕੀਤੀ। ਬਟ ਕੋਈ ਕਹਿੰਦੇ ਨੇ ਕਿ ਨਹੀਂ, ਉਹਦੇ ਫਾਦਰ ਨੇ ਆਪ ਹੀ ਮਨੀ ਅਰੇਂਜ ਕਰਕੇ ਉਹ ਬੇਲ ਦੇ ਦਿੱਤੀ। ਦੈਟਸ ਅਨਦਰ ਥਿੰਗ। ਬਟ ਸੋ ਇਨ ਦੈਟ ਵੇ ਆਈ ਫੀਲ ਕਿ ਮਾਈ ਫੈਮਿਲੀ ਵਾਜ਼ ਕੰਸਰਨ। ਇਹਨਾਂ 'ਤੇ ਮੈਨੂੰ ਪਤਾ ਹੈ ਕਿ ਜਦੋਂ, ਕਿਉਂਕਿ ਮਜੀਠੀਏ ਵੀ ਕਾਂਗਰਸ ਦੀ ਟਿਕਟ ਦੇ ਉੱਤੇ ਲੜਦੇ, ਮਤਲਬ ਪ੍ਰੋ, ਮੈਂ ਫਾਦਰ ਵਾਜ਼ ਅ ਪ੍ਰੋ। ਅਸੀਂ ਖੱਦਰ ਦੇ ਕੱਪੜੇ ਪਾਉਂਦੇ ਸੀ, ਚਿੱਟੇ ਕੱਪੜੇ। ਜਦੋਂ ਮੈਂ ਕਾਲਜ 'ਚ ਗਈ ਹਾਂ, ਮੇਰੇ ਕੱਪੜਿਆਂ ਦਾ ਸਵਾਲ ਆਇਆ, ਕਿਉਂਕਿ ਮੈਂ ਹੋਸਟਲ 'ਚ ਜਾਣਾ ਸੀ। ਅਤੇ ਮੇਰੇ ਫਾਦਰ ਕਹਿੰਦੇ, ਜਦੋਂ ਮੈਂ ਖਾਲਸਾ ਕਾਲਜ ਗਿਆ ਸੀ, ਮੈਨੂੰ 4 ਖੱਦਰ ਦੇ ਸੂਟ ਮਿਲੇ ਸੀ, ਚੱਲ ਤੈਨੂੰ 6 ਮਿਲਣਗੇ। ਸੋ ਆਈ ਗੋਟ 6 ਸੂਟਸ ਖੱਦਰ ਦੇ।
ਚਿੱਟੇ। ਸੋ ਇਹ ਸਾਡਾ ਟ੍ਰੈਡੀਸ਼ਨ ਹੈ, ਮਤਲਬ ਨੈਸ਼ਨਲਿਸਟ ਪੁਆਇੰਟ ਆਫ ਵਿਊ। ਸੋ ਨੈਸ਼ਨਲਿਸਟ ਪੁਆਇੰਟ ਆਫ ਵਿਊ ਹੀ ਹਮੇਸ਼ਾ ਮੇਰੇ ਬ੍ਰਦਰ ਦਾ ਵੀ ਰਿਹਾ ਹੈ, ਸਾਡਾ ਵੀ। ਅਸੀਂ ਅਕਾਲੀ ਨਹੀਂ ਹੈਗੇ ਹੈ। ਸੋ ਨੈਸ਼ਨਲਿਸਟ, ਮੇਰੇ ਫਾਦਰ ਵੀ ਬੜੇ ਹਾਈਲੀ ਰਿਲੀਜੀਅਸ ਸੀ, ਮੇਰੇ ਮਦਰ ਵੀ। ਤੇ ਬਹੁਤ ਮਤਲਬ ਇਹ ਚੀਜ਼ਾਂ ਘੱਟ ਸੁਣਨ ਨੂੰ ਮਿਲਦੀਆਂ ਨੇ, ਪਰ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਕਿੰਨੇ ਵਧੀਆ ਪਰਿਵਾਰ ਦੇ ਵਿੱਚੋਂ ਆਏ ਹੋ। ਸਿਰ ਤੁਹਾਡੇ ਵੱਲ ਮੈਂ ਆਉਂਦੀ ਹਾਂ ਹੁਣ। ਮੈਮ ਕਹਿੰਦੇ ਨੇ ਅਕਸਰ ਕਿ ਤੁਸੀਂ ਪਾਣੀ ਵੀ ਪੀ ਲਓ ਤਾਂ ਤੁਹਾਨੂੰ ਨੀਂਦ ਆ ਜਾਂਦੀ ਹੈ ਨਾ। ਹਰ ਇੰਟਰਵਿਊ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਗੁਲਜ਼ਾਰ ਸੰਧੂ ਕੁਝ ਵੀ ਖਾ ਲੈਣ ਤਾਂ ਉਹਨਾਂ ਨੂੰ ਨੀਂਦ ਆ ਜਾਂਦੀ ਹੈ। ਇੰਨੀਆਂ ਕਿਤਾਬਾਂ ਲਿਖ ਲਈਆਂ, ਇੰਨੇ ਅਦਾਰਿਆਂ ਦੇ ਵਿੱਚ ਕੰਮ ਕੀਤਾ ਹੈ ਤੁਸੀਂ, ਬਹੁਤ ਜਗ੍ਹਾ 'ਤੇ ਸਕੂਲ ਵੀ ਬਦਲੇ ਨੇ, ਯੂਨੀਵਰਸਿਟੀਆਂ ਵੀ ਬਦਲੀਆਂ ਨੇ। ਇੰਨਾ ਸੌਣ ਵਾਲਾ ਬੰਦਾ ਇੰਨਾ ਕੰਮ ਕਿੱਦਾਂ ਕਰ ਗਿਆ? ਜਦੋਂ ਜਾਗਦਾ ਮੈਂ ਹੋਰ ਕੋਈ ਕੰਮ ਨਹੀਂ ਨਾ ਕਰਦਾ, ਲਿਖਣ ਦਾ ਹੀ ਕਰਦਾ। ਹਾਂਜੀ। ਮੇਰੇ ਕੋਲ ਹੋਰ ਕੋਈ ਕੰਮ ਹੁੰਦਾ ਨਹੀਂ, ਮੇਰਾ ਕੋਈ ਧਿਆਨ ਕਿਸੇ ਪਾਸੇ ਨਹੀਂ ਜਾਂਦਾ। ਜਦੋਂ ਵੀ ਮੈਂ ਜਾਗਦਾ ਮੈਂ ਲਿਖ ਰਿਹਾ ਹੁੰਦਾ। ਹੁਣ ਅੱਜ ਕੱਲ੍ਹ ਵੀ ਟਾਈਮ ਬੜਾ ਪਾਸ ਕਰਨਾ ਔਖਾ ਹੈ ਨਾ। ਸੁਰਜੀਤ ਤੇ ਉੱਧਰ ਜਾ ਕੇ ਪੇਸ਼ੈਂਸ ਦਾ ਗੇਮ ਹੈਗੀ ਹੈ, ਕਾਰਡ ਦੀ ਗੇਮ ਹੈ ਇੱਕ, ਪੇਸ਼ੈਂਸ। ਉਹਦੇ ਪੱਤੇ ਜੇ ਜੋੜਨੇ ਹੁੰਦੇ ਆ, ਇਹ ਤਾਂ ਉਹਦੇ 'ਤੇ ਲੱਗਦੀ ਰਹਿੰਦੀ। ਮੈਂ ਆ ਕੇ ਇੱਧਰ ਕੁਝ ਨਾ ਕੁਝ ਲਿਖਦਾ ਰਹਿੰਦਾ। ਮੈਂ ਤਾਂ ਹੁਣ ਵੀ ਮੈਂ ਸਾਰੀ ਦੁਨੀਆ ਨੂੰ ਦੱਸਦਾ ਮੈਂ ਐਮ ਏ ਵੈਰੀ ਪੂਅਰ ਰੀਡਰ ਐਂਡ ਏ ਵੈਰੀ ਹੈਵੀ ਸਲੀਪਰ। ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੈਨੂੰ ਨੀਂਦ, ਮੈਂ ਤਾਂ ਲੋਕਾਂ ਨੂੰ ਮਜ਼ਾਕ ਵਿੱਚ ਇਹ ਵੀ ਕਹਿਣਾ ਵੀ ਜਦੋਂ ਮੈਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਮੈਂ ਕਿਤਾਬ ਪੜ੍ਹਨ ਲੱਗ ਜਾਂਦਾ, ਫਿਰ ਫਟਾਫਟ ਆ ਜਾਂਦੀ ਹੈ। ਨਹੀਂ, ਅਸੀਂ ਇੱਕ ਹੈ ਨਾ, ਸਾਡੀ ਜਿਹੜੀ ਲਾਈਫ ਸਟਾਈਲ ਹੈ ਨਾ, ਸਾਡੇ ਕੋਈ ਬਾਹਰ ਵੀ ਅਸੀਂ ਰੈਸਟੋਰੈਂਟ 'ਚ ਨਹੀਂ ਜਾਂਦੇ, ਅਸੀਂ ਕਿਸੇ ਹੋਟਲ 'ਚ ਨਹੀਂ ਜਾਂਦੇ, ਅਸੀਂ ਘਰ ਹੀ ਜਿਹੜਾ ਕੋਈ ਆਇਆ ਵੀ ਆਓ, ਜੇ ਕੋਈ ਸੋ ਉਹ ਇਸ ਕਰਕੇ ਜਾਂ ਸੌਂ ਲਿਆ ਅਤੇ ਜਾਂ ਲਿਖ ਲਿਆ ਜਾਂ ਪੜ੍ਹ ਲਿਆ। ਹੁਣ ਮੈਂ ਅੱਜ ਕੱਲ੍ਹ ਕਿਉਂਕਿ ਬਹੁਤਾ ਐਟ ਦਿਸ ਏਜ ਬਹੁਤਾ ਕੰਟੀਨਿਊਸਲੀ ਪੜ੍ਹਿਆ ਨਹੀਂ ਜਾਂਦਾ, ਅਤੇ ਬਹੁਤ ਕਿਤਾਬਾਂ ਰੱਖੀਆਂ ਹੋਈਆਂ ਨੇ, ਕੋਈ ਕਿਸੇ ਸਟੇਜ 'ਤੇ ਪੜ੍ਹਨ ਵਾਲੀ, ਕੋਈ ਕਿਸੇ ਸਟੇਜ 'ਤੇ ਪੜ੍ਹਨ ਵਾਲੀ। ਸੋ ਉਹ ਪੜ੍ਹਦੇ ਰਹੀ ਤਾਂ ਜਦੋਂ ਥੱਕ ਜਾਂਦੀ ਹੈ ਤਾਂ ਮੈਂ ਤਾਂ ਕੇ ਦੋਨਾਂ ਨੂੰ ਹੀ ਫਿਰਨ ਤੁਰਨ ਦਾ ਇੰਨਾ ਸ਼ੌਕ ਹੈ ਕਿ ਅਸੀਂ ਤਾਂ ਸਾਰੀ ਦੁਨੀਆ ਦੇਖੀ ਹੋਈ ਹੈ ਤਕਰੀਬਨ ਸਿਵਾਏ ਚੀਨ ਦੇ ਅਤੇ ਰੂਸ ਦੇ। ਸਾਰੀ ਦੁਨੀਆ ਦੇਖੀ ਹੋਈ ਆ, ਅਮਰੀਕਾ, ਕੈਨੇਡਾ, ਇੰਗਲੈਂਡ, ਅਮਰੀਕਾ, ਯੂਰਪ, ਸਵਿਟਜ਼ਰਲੈਂਡ, ਅਤੇ ਮੈਂ ਤਾਂ ਕੰਟੀਨੈਂਟਸ ਵੀ ਦੇਖੇ ਹੋਏ ਨੇ, ਬੀਨ ਟੂ ਅਫਰੀਕਾ। ਹਾਂ, ਆ ਜਿਹੜੀਆਂ ਨੇ ਇੱਦਾਂ ਦੀਆਂ ਆਈਲੈਂਡਸ ਵੀ, ਸੋਲੋਮਨ ਆਈਲੈਂਡ, ਪੈਸੀਫਿਕ ਆਈਲੈਂਡਸ ਦੇ ਵਿੱਚ, ਕਈ ਆਈਲੈਂਡਸ ਦੇ ਵਿੱਚ ਮੈਂ WHO ਕੰਸਲਟੈਂਟ ਸ਼ਾਰਟ ਟਰਮ ਰਹੀ। ਸੋ ਅਸੀਂ ਬਹੁਤ ਸਾਰੇ ਅਸੀਂ ਇਹ ਵੀ ਕਰਦੇ ਰਹੇ ਹਾਂ। ਜਿੱਥੇ ਇਹਦੀ ਫਰਜ਼ ਕਰੋ, ਇੱਕ ਵਾਰੀ ਇਹ ਮਾਲਦੀਵ ਗਈ 2 ਮਹੀਨੇ ਲਈ ਕੰਮ ਕਰਨ, ਮੈਂ 2 ਮਹੀਨੇ ਦੀ ਛੁੱਟੀ ਲੈ ਕੇ ਫਿਰ ਮਾਲਦੀਵ ਇਹਦੇ ਕੋਲ ਜਾ ਕੇ ਰਿਹਾ। ਅਤੇ ਜੇ ਇਹਦੀ ਕਿਤੇ ਪੋਸਟਿੰਗ ਹੋਈ ਜੀ ਥਾਂ ਹੋ ਜਾਂਦੀ ਸੀ, ਅਨੋਬੜ ਜੀ ਥਾਂ 'ਤੇ ਮੈਂ ਮਗਰ ਛੁੱਟੀ ਲੈ ਕੇ ਚਲਾ ਜਾਂਦਾ ਸੀਗਾ। ਅਤੇ ਜੇ ਮੈਂ ਕਿਤੇ ਇੱਥੇ ਆਇਆ ਤਾਂ ਇਹਨੇ ਆਪਣੀ ਨੌਕਰੀ ਛੱਡ ਕੇ, ਵੱਡੀ ਨੌਕਰੀ ਛੱਡ ਕੇ ਇੱਕ ਸਟੈਪ ਬਲੋ ਇੱਥੇ ਆ ਕੇ ਇੱਥੇ ਆ ਗਈ। ਸਾਡਾ ਇੱਦਾਂ ਬਹੁਤ ਅੱਛਾ ਰਿਹਾ ਆਪਣੇ। ਸਰ, ਤੁਹਾਡੀਆਂ ਕਿਤਾਬਾਂ ਤੋਂ ਵੀ ਤੁਸੀਂ ਬਹੁਤ ਮਕਬੂਲ ਹੋ, ਜਾਣੇ ਜਾਂਦੇ ਹੋ, ਪਰ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਤੁਹਾਡਾ ਕਾਲਮ ਆ ਇੰਨੇ ਵਰਿਆਂ ਤੋਂ ਨਿੱਕ ਸੁੱਕ ਅਜੀਤ ਅਖਬਾਰ ਦੇ ਵਿੱਚ ਚੱਲ ਰਿਹਾ, ਉਹਨੇ ਤੁਹਾਨੂੰ ਬਹੁਤ ਵੱਡੀ ਪਹਿਚਾਣ ਦਿੱਤੀ ਹੈ ਨਾ। ਜਦੋਂ ਮੈਂ ਕੱਲ੍ਹ ਘਰੇ ਗੱਲ ਕਰ ਰਹੀ ਸੀ ਤਾਂ ਮੈਨੂੰ ਪੁੱਛਿਆ ਘਰਦਿਆਂ ਨੇ ਕਿ ਕੱਲ੍ਹ ਨੂੰ ਕਿਹਦੀ ਇੰਟਰਵਿਊ, ਮੈਂ ਕਿਹਾ ਵੀ ਗੁਲਜ਼ਾਰ ਸਿੰਘ ਸੰਧੂ ਹੁਣਾਂ ਦੀ। ਤਾਂ ਉਹਨਾਂ ਨੂੰ ਕਿਤਾਬ ਦਾ ਨਾਂ ਕੋਈ ਨਹੀਂ ਸੀ ਪਤਾ। ਉਹ ਕਹਿੰਦੇ ਵੀ ਅੱਛਾ, ਜਿਹੜੇ ਨਿੱਕ ਸੁੱਕ ਲਿਖਦੇ ਨੇ। ਇਹ ਵੀ ਇੱਕ ਤਮਾਸ਼ਾ। ਹਾਂਜੀ। ਮੈਂ ਰਿਟਾਇਰ ਹੋ ਗਿਆ, ਟ੍ਰਿਬਿਊਨ ਛੱਡ ਦਿੱਤੀ। ਫਿਰ ਟ੍ਰਿਬਿਊਨ ਫਿਰ ਮੈਨੂੰ ਯੂਨੀਵਰਸਿਟੀ ਵਾਲੇ ਲੈ ਗਏ, ਫਿਰ ਦੇਸ਼ ਸੇਵਕ ਦਾ ਐਡੀਟਰ ਬਣ ਗਿਆ। ਜਦ ਦੇਸ਼ ਸੇਵਕ ਦਾ ਐਡੀਟਰ ਬਣ ਗਿਆ ਤਾਂ ਫਿਰ ਮੈਨੂੰ ਸਮਝ ਨਾ ਆਵੇ ਕਿ ਵੀ ਮੈਂ ਹੁਣ ਕੀ ਕਰਾਂ। ਮੈਂ ਕਿਹਾ ਵੀ ਹੁਣ ਕੀ ਕੀਤਾ ਜਾਵੇ, ਕੋਈ ਨੌਕਰੀ ਤਾਂ ਹੈ ਨਹੀਂ। ਫਿਰ ਮੈਂ ਹਿਸਾਬ ਲਾਇਆ ਵੀ ਕਾਲਮ ਲਿਖਿਆ ਜਾ ਸਕਦਾ ਹੈ। ਜਦ ਮੈਂ ਹਿਸਾਬ ਲਾਇਆ ਕਾਲਮ ਲਿਖਿਆ ਜਾਵੇ, ਮੈਂ ਕਿਹਾ ਮੈਂ ਰਿਲੀਜਨ ਬਾਰੇ ਮੈਂ ਨਹੀਂ ਲਿਖ ਸਕਦਾ, ਪੋਲੀਟਿਕਸ ਬਾਰੇ ਮੈਂ ਨਹੀਂ ਲਿਖ ਸਕਦਾ, ਅਤੇ ਕਾਲਮ ਜੇ ਲਿਖਾਂ ਤਾਂ ਕੀ ਲਿਖਾਂ। ਮੈਂ ਕਿਹਾ ਵੀ ਖੁਸ਼ਵੰਤ ਸਿੰਘ ਲਿਖਦਾ ਹੈ ਨਾ ਜਿਹੜਾ ਕਾਲਮ, ਵੀ ਉਹਦੇ 'ਚ ਕਦੇ ਕੁਛ ਨਹੀਂ ਹੁੰਦਾ, ਕਦੇ ਕਿਸੇ ਨੂੰ ਮਿਲ ਲਿਆ ਉਹਦੀ ਗੱਪ ਮਾਰ ਲਈ, ਕਦੇ ਕੋਈ ਪੜ੍ਹ ਲਿਆ ਉਹਦੇ ਬਾਰੇ ਲਿਖ ਦਿੱਤਾ, ਕਦੇ ਕੋਈ ਦੇਖ ਲਈ ਚੀਜ਼ ਉਹਦੇ ਬਾਰੇ ਲਿਖ ਦਿੱਤਾ, ਕਦੇ ਕੋਈ ਖਿਆਲ ਆਇਆ ਉਹਦੇ ਬਾਰੇ ਹੈਂ। ਅਤੇ ਮੈਂ ਉਹਦਾ ਨਿੱਕ ਸੁੱਕ ਨਾਂ ਰੱਖ ਕੇ ਨਾ ਉਹ ਕਾਲਮ ਅਜੀਤ ਨੂੰ ਭੇਜਿਆ ਬਾਈ ਪੋਸਟ, ਨਵਾਂ ਜ਼ਮਾਨਾ ਨੂੰ ਭੇਜਿਆ ਬਾਈ ਪੋਸਟ, ਪੰਜਾਬੀ ਟ੍ਰਿਬਿਊਨ ਨੂੰ ਮੈਂ ਆਪ ਦੇ ਕੇ ਆਇਆ ਉਹਨਾਂ ਦੇ ਦਫ਼ਤਰ ਦੇ ਕਾਊਂਟਰ 'ਤੇ। ਮੈਂ ਕਿਹਾ ਜੇ ਅੰਦਰ ਜਾ ਕੇ ਦਿੱਤਾ ਤਾਂ ਉਹਨਾਂ ਨੇ ਛਾਪ ਹੀ ਦੇਣਾ। ਅਤੇ ਮੈਂ
ਅਜੀਤ ਨੂੰ ਆਪ ਦੇ ਕੇ ਆਏ ਸੀ ਦਫ਼ਤਰ 'ਚ? ਅਜੀਤ ਨੂੰ ਅਜੀਤ ਦੇ ਦਫ਼ਤਰ, ਇੱਥੇ ਵਾਲੇ ਅਜੀਤ ਨੂੰ ਅਜੀਤ ਦੇ ਦਫ਼ਤਰ, ਤੇ ਪੰਜਾਬੀ ਨਵੇਂ ਟ੍ਰਿਬਿਊਨ ਜ਼ਮਾਨੇ ਨੂੰ ਭੇਜਿਆ ਸੀ। ਨਵੇਂ ਜ਼ਮਾਨੇ ਨੂੰ ਬਾਈ ਪੋਸਟ, ਤੇ ਪੰਜਾਬੀ ਟ੍ਰਿਬਿਊਨ ਨੂੰ ਮੈਂ ਹੈਂਡ ਦੇ ਕੇ ਆਇਆ, ਕਾਊਂਟਰ ਤੇ ਦੇ ਕੇ ਆਇਆ। ਵੀ ਜੇ ਅੰਦਰ ਦੇ ਕੇ ਆਇਆ ਤਾਂ ਫਿਰ ਤਾਂ ਉਹਨਾਂ ਨੇ ਮੈਨੂੰ ਪਛਾਣ ਲੈਣਾ, ਤੇ ਵੀ ਇਹ ਆਪ ਦੇਣਾ ਹੈ ਤਾਂ ਛਾਪ ਦੇਣਾ। ਮੈਂ ਅਗਲਾ ਹਫ਼ਤਾ ਉਹਦੇ 'ਤੇ ਲਿਖਿਆ ਵੀ ਇਹ ਸੰਡੇ ਤੋਂ ਪਹਿਲਾਂ ਨਹੀਂ ਛਪਣਾ ਚਾਹੀਦਾ। ਉਹ ਸੰਡੇ ਨੂੰ ਮੈਂ ਅਖਬਾਰਾਂ ਸਾਰੀਆਂ ਹੀ ਲੈ ਕੇ ਆਇਆ, ਤੇ ਕਿਸੇ ਵਿੱਚ ਨਾ ਛਪਿਆ। ਅੱਛਾ ਜੀ। ਮੈਂ ਕਿਹਾ ਗੁਲਜ਼ਾਰ ਸਿੰਘ ਤੈਨੂੰ ਕੋਈ ਨਹੀਂ ਹੁਣ ਪੁੱਛਦਾ, ਛੱਡੋ ਪਰੇ। ਮੈਂ ਕਿਹਾ ਦੇਖੀ ਜਾਏਗੀ। ਤੇ ਅਗਲੇ ਦਿਨ ਟੈਲੀਫੋਨ ਆ ਗਿਆ, ਨਵਾਂ ਜ਼ਮਾਨਾ ਦਾ ਆਇਆ ਸੀ। ਹਾਂ, ਨਵਾਂ ਜ਼ਮਾਨਾ। ਜਤਿੰਦਰ ਪੰਨੂ। ਹਾਂ, ਜਤਿੰਦਰ ਪੰਨੂ ਦਾ ਟੈਲੀਫੋਨ ਆਇਆ। ਕਹਿੰਦਾ ਜੀ ਨਹੀਂ, ਹਾਂ ਜਤਿੰਦਰ ਪੰਨੂ ਦਾ ਟੈਲੀਫੋਨ ਆਇਆ, ਸੰਧੂ ਸਾਹਿਬ ਇਹ ਕੀ ਗੱਲ ਹੈ, ਅਜੀਤ ਵਾਲਿਆਂ ਲਈ ਤੁਸੀਂ ਕਾਲਮ ਲਿਖਣਾ ਸ਼ੁਰੂ ਕਰਤਾ, ਮੇਰੇ ਲਈ ਲਿਖਿਆ ਨਹੀਂ। ਅਗਲਾ ਐਤਵਾਰ ਲੰਘ ਗਿਆ ਹੈ। ਮੈਂ ਕਿਹਾ ਅਜੀਤ ਵਾਲਿਆਂ ਨੇ ਛਾਪਿਆ? ਕਹਿੰਦਾ ਹਾਂ ਅੱਜ ਛਪਿਆ। ਅੱਛਾ ਜੀ। ਮੈਂ ਕਿਹਾ ਤੇਰੇ ਲਈ ਵੀ ਭੇਜ ਦਿਆਂ, ਕੋਈ ਨਹੀਂ। ਮੈਂ ਫਿਰ ਜਾ ਕੇ ਬਾਜ਼ਾਰ ਅਜੀਤ ਅਖਬਾਰ ਖਰੀਦੀ। ਮੈਂ ਬਾਅਦ ਵਿੱਚ ਫਿਰ ਸ਼ਿੰਗਾਰਾ ਸਿੰਘ ਭੁੱਲਰ ਮੇਰੇ ਤੋਂ ਬਾਅਦ ਐਡੀਟਰ ਬਣਿਆ ਸੀ ਪੰਜਾਬੀ ਟ੍ਰਿਬਿਊਨ ਦਾ। ਉਹਨੂੰ ਪੁੱਛਿਆ ਵੀ ਤੁਸੀਂ ਨਹੀਂ ਛਾਪਿਆ? ਕਹਿੰਦਾ ਅਸੀਂ ਸੋਚਿਆ ਸੀ ਵੀ ਅਗਲੇ ਸੰਡੇ ਨੂੰ ਛਾਪਾਂਗੇ। ਅਜੀਤ ਵਾਲਿਆਂ ਨੇ ਸੰਡੇ ਤੋਂ ਪਹਿਲਾਂ ਹੀ ਛਾਪਤਾ ਸੀ। ਅਤੇ ਇੱਦਾਂ ਫਿਰ ਜਦ ਇੱਕ ਨੇ ਛਾਪਣਾ ਸ਼ੁਰੂ ਕਰਤਾ। ਹੁਣ ਤਾਂ ਮੇਰਾ ਅਜੀਤ ਵਾਲਾ ਤਾਂ ਮੇਰਾ ਕਾਲਮ ਜਿੱਦਣ ਮੇਰੀ ਬਾਈਪਾਸ ਸਰਜਰੀ ਹੋਈ ਹੈ ਇੱਕੋ ਹੀ ਮਿਸ ਹੋਇਆ। ਇੱਕ ਅੱਧਾ ਸ਼ਾਇਦ ਉਦੋਂ ਵੀ ਮਿਸ ਹੋਇਆ ਜਦ ਲੋਕਡਾਊਨ ਹੋਇਆ, ਇੱਕ ਸ਼ਾਇਦ ਉਦੋਂ। ਮੈਂ ਤੇ ਖੁਸ਼ਵੰਤ ਸਿੰਘ ਤਾਂ ਜੇ 2-2 ਮਹੀਨੇ ਜਾਂ ਕਸੌਲੀ ਆ ਜਾਂਦਾ ਸੀ ਤੇ ਕਾਲਮ ਬੰਦ ਕਰ ਦਿੰਦਾ ਸੀ, ਮਹੀਨੇ ਲਈ ਆਉਣਾ ਹੋਵੇ ਤਾਂ ਕੁਛ ਵੀ। ਲੇਕਿਨ ਮੈਂ ਬੰਦ ਨਹੀਂ ਕੀਤਾ, ਮੇਰਾ ਤਾਂ ਚੱਲਿਆ ਲਗਾਤਾਰ ਚੱਲੀ। ਇੰਨਾ ਕੁ ਜ਼ਰੂਰ ਹੋ ਜਾਂਦਾ ਵੀ ਜਿੱਦਾਂ ਹੁਣ ਐਤਕੀ ਸੰਡੇ ਵਾਲੇ ਦਿਨ ਹੋਰ ਟੌਪਿਕ ਸਭ ਜ਼ਿਆਦਾ ਇੰਪੋਰਟੈਂਟ ਆ ਗਏ, ਸੰਡੇ ਨੂੰ ਨਹੀਂ ਛਪਿਆ ਅਤੇ ਅੱਜ ਛਪਿਆ ਮੇਰਾ ਕਾਲਮ, ਮੰਡੇ ਨੂੰ ਛਪਿਆ ਅੱਜ। ਉਹ ਜਿਹਦੇ ਬਾਰੇ ਉਹ ਕਾਲਮ ਆ ਉਹਦਾ ਵੀ ਟੈਲੀਫੋਨ ਸਵੇਰੇ ਮੈਨੂੰ ਆ ਗਿਆ ਸੀ, ਅਜੇ ਮੈਂ ਨਹੀਂ ਸੀ ਦੇਖਿਆ। ਉਹਨੇ ਦੇਖ ਕੇ ਮੈਨੂੰ ਟੈਲੀਫੋਨ ਵੀ ਕਰਤਾ ਸੀ ਵੀ ਕਾਲਮ ਮੇਰਾ ਬਹੁਤ ਚੱਲਿਆ। ਕਾਲਮ ਦਾ ਤਾਂ ਇਹ ਹਾਲ ਹੈ, ਕਈ ਵਾਰੀ ਮੈਂ ਰੇਲਵੇ ਸਟੇਸ਼ਨ 'ਤੇ ਬੈਠਾ ਇੰਤਜ਼ਾਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਗੁਲਜ਼ਾਰ ਸਿੰਘ ਸੰਧੂ ਹੀ ਹੋ ਨਾ? ਮੈਂ ਕਿਹਾ ਹਾਂਜੀ। ਅਸੀਂ ਜੀ ਤੁਹਾਡਾ ਕਾਲਮ ਪੜ੍ਹਦੇ ਹੁੰਦੇ, ਕਿਤੇ ਰੇਲਵੇ ਸਟੇਸ਼ਨ 'ਤੇ, ਕਿਤੇ ਬੱਸ ਸਟੈਂਡ 'ਤੇ, ਕਿਤੇ ਹੋਰ ਲਾਈਨ 'ਚ ਲੱਗੇ, ਤੁਸੀਂ ਜੀ ਗੁਲਜ਼ਾਰ ਸਿੰਘ ਸੰਧੂ ਲੱਗਦੇ ਹੋ। ਮੈਂ ਕਿਹਾ ਜੀ ਹਾਂ ਗੁਲਜ਼ਾਰ, ਬਹੁਤ ਚੱਲਿਆ ਕਾਲਮ ਮੇਰਾ। ਬਿਲਕੁਲ ਸਰ, ਕਾਲਮ ਤੁਹਾਨੂੰ ਮਕਬੂਲੀਅਤ ਤਾਂ ਜ਼ਰੂਰ ਦਿੰਦਾ, ਪਰ ਬਹੁਤ ਸਾਰੇ ਲੇਖਕਾਂ ਦਾ ਕਹਿਣਾ ਇਹ ਵੀ ਹੁੰਦਾ ਹੈ ਕਿ ਕਾਲਮ ਤੁਹਾਡੀ ਹੋਰ ਕ੍ਰੀਏਟੀਵਿਟੀ ਨੂੰ ਮਾਰ ਦਿੰਦਾ, ਕਿ ਤੁਸੀਂ ਮਾਰ ਲਈ। ਮੈਂ ਹੁਣ ਕਹਾਣੀ ਲਿਖਦਾ ਹੀ ਨਹੀਂ, ਪਰ ਫਿਰ ਮੈਂ ਕਹਿੰਦਾ ਵੀ ਚਲੋ ਕਹਾਣੀਆਂ ਬਥੇਰੀਆਂ ਲਿਖੀਆਂ ਗਈਆਂ, ਹੁਣ ਕਹਾਣੀਆਂ ਵੀ ਕੀ ਲਿਖੀ ਜਾਣੀਆਂ, ਵੀ ਇਹ ਕਾਲਮ ਚੱਲਦਾ ਚਲਾਈ ਜਾਂਦੇ ਆ। ਗੱਲਾਂ ਤੁਹਾਡੇ ਬਾਰੇ ਇੰਨੀਆਂ ਕੀਤੀਆਂ ਜਾ ਸਕਦੀਆਂ ਨੇ, ਜਿਵੇਂ ਮੈਂ ਪਹਿਲਾਂ ਹੀ ਗੱਲ ਕਰ ਰਹੀ ਸੀ ਵੀ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਵੀ ਇੰਡਸਟਰੀ ਦੇ ਵਿੱਚ ਖਾਨ ਨੇ ਜਿਹੜੇ ਉਹਨਾਂ ਦੀ ਬਹੁਤ ਚੜ੍ਹਾਈ ਹੈ, ਅਤੇ ਲਿਖਤਾਂ ਦੇ ਵਿੱਚ ਸੰਧੂਆਂ ਦੀ ਬਹੁਤ ਚੜ੍ਹਾਈ ਹੈ ਨਾ। ਤੁਸੀਂ ਹੋ ਗਏ ਵਰਿਆਮ ਸਿੰਘ ਸੰਧੂ, ਹੋ ਗਏ ਸੰਤ ਸਿੰਘ ਸੰਧੂ, ਹੋ ਗਏ ਅਵਤਾਰ ਪਾਸ਼ਵੀ ਸੰਧੂ ਸੀਗੇ। ਇਹਨਾਂ ਨਾਲ ਜੁੜੀ ਹੋਈ ਮੈਂ ਤੁਹਾਨੂੰ ਇੱਕ ਗੱਲ ਸੁਣਾ ਦਿੰਦੀ ਹਾਂ। ਗੁਰਭਜਨ ਗਿੱਲ ਸਰ ਕਹਿੰਦੇ ਵੀ ਇੱਕ ਵਾਰੀ ਸ਼ਮਸ਼ੇਰ ਸੰਧੂ ਬੈਠੇ ਸੀਗੇ ਉਹਨਾਂ ਕੋਲ, ਤਾਂ ਕਹਿੰਦੇ ਗੱਲ ਚੱਲ ਪਈ ਵੀ ਸੰਧੂਆਂ ਦੀ ਕਿੰਨੀ ਚੜ੍ਹਾਈ ਹੈ, ਤਾਂ ਉਹ ਕਹਿੰਦੇ ਵੀ ਦੱਸੋ ਫਿਰ। ਗੁਰਭਜਨ ਗਿੱਲ ਸਰ ਕਹਿੰਦੇ ਵੀ ਇੰਨੇ ਸੰਧੂ ਨੇ, ਉਹਨਾਂ ਨੇ ਨਾਂ ਗਿਣਾਏ ਵੀ ਇੰਨੇ ਸੰਧੂ ਨੇ ਜਿਹੜੇ ਬਹੁਤ ਚੰਗਾ ਕੰਮ ਕਰ ਰਹੇ ਨੇ, ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਵੀ ਸੰਧੂ ਨੇ। ਕਹਿੰਦੇ ਹਾਸੇ ਹਾਸੇ 'ਚ ਮੈਂ ਕਹਿ ਦਿੱਤਾ ਵੀ ਦਾਰਾ ਸਿੰਘ ਰੰਧਾਵਾ ਵੀ ਸੰਧੂ ਨੇ, ਅਤੇ ਸ਼ਮਸ਼ੇਰ ਸੰਧੂ ਇੰਨੇ ਖੁਸ਼ ਹੋ ਗਏ, ਉਹ ਕਹਿੰਦੇ ਅੱਛਾ ਉਹਨਾਂ ਨੇ ਨੋਟਿਸ ਹੀ ਨਹੀਂ ਕੀਤਾ ਵੀ ਰੰਧਾਵਾ ਤਾਂ ਉਹਨਾਂ ਨੇ ਪਹਿਲਾਂ ਬੋਲ ਦਿੱਤਾ। ਅਤੇ ਇੰਨੇ ਮਤਲਬ ਉਹ ਖੁਸ਼ ਹੋਏ ਕਿ ਹਾਂ ਲਿਖਤਾਂ ਦੇ ਵਿੱਚ ਸੰਧੂ ਬਹੁਤ ਕੰਮ ਕਰ ਰਹੇ ਨੇ, ਹੈ ਨਾ, ਲਿਖਤਕਾਰ ਬਹੁਤ ਚੰਗੇ ਨੇ। ਅਤੇ ਮੇਰਾ ਤਾਂ ਦਿਲ ਨਹੀਂ ਕਰ ਰਿਹਾ ਕਿ ਮੈਂ ਗੱਲਾਂ ਬਾਤਾਂ ਖ਼ਤਮ ਕਰਾਂ, ਪਰ ਮੈਂ ਚਾਹੁੰਦੀ ਹਾਂ ਕਿ ਅਖੀਰ 'ਤੇ ਤੁਹਾਡੇ ਦੋਵਾਂ ਦੇ ਮੂੰਹੋਂ ਮੈਂ ਸ਼ਬਦ ਸੁਣਾ ਕਿ ਇੱਕ ਲੇਖਕ ਦਾ ਅਤੇ ਇੱਕ ਡਾਕਟਰ ਦਾ ਜ਼ਿੰਦਗੀ ਦਾ ਨਿਰਵਾਹ ਕਿਵੇਂ ਦਾ। ਲੇਖਕ ਦੀ ਪਹਿਲਾਂ ਗੱਲ ਮੁਕਾ ਲਈਏ। ਹਾਂਜੀ। ਭਗਤ ਸਿੰਘ ਵੀ ਸੰਧੂ ਸੀ, ਲੇਕਿਨ ਸਾਡਾ ਇੱਕ ਲੇਖਕ ਹੁੰਦਾ ਸੀ ਜਿਹੜਾ ਸਿਰਫ ਜਿਹਨੇ ਜਦੋਂ ਮੈਂ ਪੰਜਾਬੀ ਟ੍ਰਿਬਿਊਨ ਜੁਆਇਨ ਕੀਤੀ ਹੈ, ਉਹਨੇ ਸਿਰਫ ਲੇਖਕਾਂ ਦੀ ਅਤੇ ਪੱਤਰਕਾਰਾਂ ਦੀ ਗੱਲ ਕੀਤੀ। ਉਹਨੇ ਮੈਨੂੰ ਕਾਲਮ ਲਿਖ ਕੇ ਭੇਜਿਆ ਜਿਹੜਾ ਮੈਂ ਉਦੋਂ ਛਾਪਿਆ ਨਹੀਂ ਸੀ। ਲਿਖਿਆ ਖਤ ਸ਼ਮਸ਼ੇਰ ਵਰਿਆਮ ਤਾਈਂ। ਸ਼ਮਸ਼ੇਰ ਪੰਜਾਬੀ ਟ੍ਰਿਬਿਊਨ 'ਚ ਸਬ ਐਡੀਟਰ ਸੀ ਅਤੇ ਵਰਿਆਮ ਬਾਹਰ ਰਾਈਟਰ ਸੀ। ਲਿਖਿਆ ਖਤ ਸ਼ਮਸ਼ੇਰ ਵਰਿਆਮ ਤਾਈਂ, ਅਸੀਂ ਸਦਾ ਹੀ ਰਹੇ ਸਰਦਾਰ ਸੰਧੂ, ਸਾਡਾ ਸੰਤ ਸੰਧੂ, ਸਾਡਾ ਪਾਸ਼ ਸੰਧੂ, ਪੂਰਨ ਭਗਤ ਵਾਲਾ ਕਾਦਰ ਯਾਰ ਸੰਧੂ, ਸਾਡੀ ਕਲਗੀ ਨੂੰ ਨਵਾਂ ਇਹ ਖੰਭ ਲੱਗਾ ਜਦੋਂ ਦਾ ਇੱਥੇ ਗੁਲਜ਼ਾਰ ਸੰਧੂ, ਜੱਟ ਚੜ੍ਹਿਆ ਸੁਹਾਗੇ ਨਹੀਂ ਮਾਣ ਹੁੰਦਾ। ਇਹ ਤਾਂ ਆਇਆ ਅਖਬਾਰ ਸਵਾਰ ਸੰਧੂ, ਅਤੇ ਉਹਦੇ ਵਿੱਚ ਵੀ ਉਹਨੇ ਭਗਤ ਸਿੰਘ ਦਾ ਨਾਂ ਨਹੀਂ ਲਿਖਿਆ,
ਕਿਉਂਕਿ ਉਹ ਦੇਖਣਾ ਪੈਂਦਾ ਵੀ ਇਹ ਟੋਨ ਇੱਕੋ ਹੀ ਹੋਣੀ ਚਾਹੀਦੀ ਹੈ। ਉਹਨੇ ਅਵਤਾਰ ਦਾ ਨਾਂ ਲੈਤਾ ਪਾਸ਼ ਦਾ, ਸੰਤ ਦਾ ਵੀ ਲਿਆ, ਪੂਰਨ ਭਗਤ ਵਾਲੇ ਕਾਦਰ ਯਾਰ ਦਾ ਵੀ ਲਿਆ, ਪਰ ਭਗਤ ਸਿੰਘ ਦਾ ਨਾਂ ਨਹੀਂ ਲਿਆ। ਇਹ ਤਾਂ ਫਰਕ ਹੁੰਦਾ ਜ਼ਰਾ ਵੀ ਇੱਕ ਜਿਹੜੀ ਲਾਈਨ ਹੈ ਉਹਦੇ ਵਿੱਚ ਹੀ। ਬਾਕੀ ਸਾਡਾ ਜੇ ਡਾਕਟਰੀ ਦੀ ਗੱਲ ਸੁਣੋ, ਮੈਂ ਬਹੁਤ ਲਾਪਰਵਾਹ ਆਦਮੀ ਹੈ। ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਜੇ ਸੁਰਜੀਤ ਨਾਲ ਮੈਰਿਡ ਨਾ ਹੁੰਦਾ ਮੈਂ ਤਾਂ ਮੇਬੀ ਆਈ ਵੁੱਡ ਹੈਵ ਡਾਈਡ 5-10 years earlier, ਡਰੁੰਕ ਕਰਕੇ ਜਾਂ ਬੇਬਦ ਆਦਮੀ ਕਰਕੇ। ਇਹ ਹੁਣ ਮੈਨੂੰ ਇਹ ਐਡਵਾਂਟੇਜ ਬੜਾ ਹੁੰਦਾ ਕਿ ਵੀ ਜੇ ਗਲਾ ਖਰਾਬ ਹੈ ਜਾਂ ਕੋਈ ਕੰਨ ਵਿੱਚ ਹੈ, ਜੋ ਅੱਖ 'ਚ ਨੁਕਸ ਹੈ, ਫਟਾਫਟ ਇਹਨੂੰ ਪੁੱਛ ਲਈਦਾ। ਇਹ ਆਪ ਨੂੰ ਨਾ ਵੀ ਪਤਾ ਹੋਵੇ, ਕੋਈ ਨਾ ਕੋਈ ਡਾਕਟਰ ਨੂੰ ਪੁੱਛ ਕੇ ਦਵਾਈ ਲੈ ਦਿੰਦੀ ਆ, ਅਤੇ ਮੈਂ ਮੰਗਵਾ ਲੈਣਾ ਅਤੇ ਖਾ ਲੈਣਾ। ਸਾਡਾ ਬਹੁਤ ਅੱਛਾ ਰਿਹਾ। ਬਾਕੀ ਜਿਹੜੀ ਪ੍ਰੋਬਲਮ ਪੈਂਦੀ ਹੈ, ਜੇ ਤੁਸੀਂ ਕਲੀਨਿਕਲ ਹੋਵੋ ਨਾ, ਉਹਦੇ ਵਿੱਚ ਨੋਨ ਕਲੀਨਿਕਲ ਹਸਬੈਂਡ ਹੋਵੇ ਤਾਂ ਪ੍ਰੋਬਲਮਸ ਆਉਂਦੀਆਂ ਨੇ। ਪਰ ਕਿਉਂਕਿ ਕਲੀਨਿਕਲ ਦੋਨੋਂ ਹੀ ਹੋਣ ਤੇ ਜਾਂ ਨਾ, ਮੇਰਾ ਹੈ ਕਿ ਮੈਂ ਨੋਨ ਕਲੀਨਿਕਲ ਹੈ। ਮੈਂ ਪਬਲਿਕ ਹੈਲਥ ਐਡਮਿਨਿਸਟ੍ਰੇਸ਼ਨ, ਹੈਲਥ ਐਜੂਕੇਸ਼ਨ ਮੇਰੀ ਫੀਲਡ ਰਿਹਾ ਹੈ ਮੈਂ। ਅਤੇ ਇਸ ਕਰਕੇ ਹਾਲਾਂਕਿ ਮੈਂ ਜਾਣਾ ਪੀਡੀਆਟ੍ਰਿਕਸ ਚਾਹੁੰਦੀ ਸੀ, ਉੱਥੋਂ ਮੈਂ ਫੈਮਿਲੀ ਪਲੈਨਿੰਗ 'ਚ ਆ ਕੇ ਫਿਰ ਬੜੇ, ਅਤੇ ਇਸ ਕਰਕੇ ਮੇਰੇ ਆਫਿਸ ਜੋਬਸ ਰਹੇ ਨੇ। ਅਤੇ ਉਹ ਆਫਿਸ ਜੋਬ ਇਜ਼ ਲਾਈਕ, ਇਹਨਾਂ ਦਾ ਵੀ ਆਫਿਸ ਜੋਬ, ਮੇਰਾ ਵੀ ਆਫਿਸ ਜੋਬ। ਦਿੱਲੀ 'ਚ ਇਹ ਹੁੰਦਾ ਸੀਗਾ ਕਿ ਕਿਉਂਕਿ ਮੇਰੀ ਪੋਜੀਸ਼ਨ ਇਸ ਤਰ੍ਹਾਂ ਦੀ, ਮੈਂ ਲੇਟ ਹੋ ਜਾਂਦੀ ਸੀ ਕਿ ਕੰਮ ਕਰਦੀ, ਅਤੇ ਇਹਨਾਂ ਨੇ, ਸਾਡਾ ਘਰ ਵੀ ਨੇੜੇ ਹੀ ਸੀ ਮੇਰੇ ਆਫਿਸ ਤੋਂ, ਅਤੇ ਇਹਨਾਂ ਨੇ ਘਰ ਚਲੇ ਜਾਣਾ, ਮੈਂ ਟੈਲੀਫੋਨ ਕਰਨਾ, ਹੁਣ ਮੈਂ ਵਿਹਲੀ ਹੋ ਗਈ ਹਾਂ, ਇਹਨਾਂ ਨੇ ਆ ਕੇ ਮੈਨੂੰ ਲੈ ਜਾਣਾ, ਕਿਉਂਕਿ ਮੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਸੋ ਇਸ ਕਰਕੇ ਸਾਡਾ ਕੋਈ ਇਹ ਵੀ ਰਿਫਟ ਨਹੀਂ ਹੋਇਆ, ਇਸ ਕਰਕੇ ਕਿਉਂਕਿ ਮੈਂ ਕਲੀਨਿਕਲ ਜੋਬ 'ਤੇ ਨਹੀਂ ਸੀਗੀ। ਕਿਉਂਕਿ ਕਲੀਨੀਸ਼ੀਅਨਸ ਦੇ ਲਈ ਪ੍ਰੋਬਲਮ ਹੋ ਜਾਂਦੀ ਹੈ ਕਿ ਉਹ ਲੇਟ, ਐਮਰਜੈਂਸੀ ਡਿਊਟੀ, ਇਹ ਉਹ। ਸੋ ਮੇਰਾ ਇਹੋ ਜਿਹਾ ਕੋਈ ਹੈ ਹੀ ਨਹੀਂ ਸੀ। ਸੋ ਸਾਨੂੰ ਐਜ਼ ਅ ਪ੍ਰੋਫੈਸ਼ਨ ਦੀ ਕੋਈ ਦਿੱਕਤ ਨਹੀਂ ਆਈ। ਉੱਦਾਂ ਵੀ ਰੁਪਿੰਦਰ ਅਸੀਂ ਥੋੜ੍ਹਾ ਜਿਹਾ ਸੈਕਰੀਫਾਈਸ ਵੀ ਕਰ ਲੈਂਦੇ ਰਹੇ ਹਾਂ। ਜਿੱਦਾਂ ਮਿਸਾਲ ਦੇ ਤੌਰ 'ਤੇ ਜਦੋਂ ਮੈਂ ਇੱਥੇ ਪੰਜਾਬੀ ਟ੍ਰਿਬਿਊਨ ਦਾ ਐਡੀਟਰ ਬਣ ਕੇ ਆਇਆ, ਅਤੇ ਇਹਨਾਂ ਲਈ ਇੱਥੇ ਕੋਈ ਪੋਸਟ ਹੈ ਨਹੀਂ ਸੀ। ਜਦ ਮੈਂ ਲੁਧਿਆਣੇ ਗਿਆ, ਉਸ ਵੇਲੇ ਤਾਂ ਕੋਈ ਦਿੱਕਤ ਨਹੀਂ ਸੀ, ਕਿਉਂਕਿ ਲੁਧਿਆਣੇ ਤੋਂ ਮੈਂ ਵਾਪਸ ਹੀ ਚਲੇ ਜਾਣਾ ਸੀ। ਫਿਰ ਪੰਜਾਬੀ ਟ੍ਰਿਬਿਊਨ ਦਾ ਜਦੋਂ ਐਡੀਟਰ ਬਣ ਕੇ ਆਇਆ, ਉਹ ਤੋਂ ਬਾਅਦ ਤਾਂ ਫਿਰ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਵਾਪਸ ਜਾਣ ਦਾ, ਕਿਉਂਕਿ ਨੌਕਰੀ ਮੈਂ 9 ਸਾਲ ਪਹਿਲਾਂ ਆਪਣੀ ਨੌਕਰੀ ਛੱਡ ਕੇ ਆਇਆ। ਇਹਨਾਂ ਨੇ, ਸੁਰਜੀਤ ਨੇ ਉੱਥੇ ਡਿਪਟੀ ਡਾਇਰੈਕਟਰ ਜਨਰਲ ਦੇ ਰੈਂਕ ਦੀ ਸੀ। ਇਸ ਰੈਂਕ ਦੀ ਚੰਡੀਗੜ੍ਹ 'ਚ ਕੋਈ ਸੈਂਟਰ ਗੌਰਮੈਂਟ ਦੀ ਪੋਸਟ ਨਹੀਂ ਸੀ, ਉਦੋਂ ਇੱਕ ਸਟੈਪ ਬਲੇ ਸੀ, ਅਸਿਸਟੈਂਟ ਡਾਇਰੈਕਟਰ ਜਨਰਲ ਦੇ ਰੈਂਕ ਦੀ ਪੋਸਟ। ਇਹਨੇ ਆਪਣੀ ਉਹ ਛੱਡ ਕੇ ਉਹ ਛੋਟੀ ਪੋਸਟ 'ਤੇ ਆਏ। ਦੋਹਾਂ ਨੂੰ ਪੈਨਸ਼ਨ ਦਾ ਫਰਕ ਪਿਆ, ਪਰ ਅਸੀਂ ਕੋਈ ਪਰਵਾਹ ਨਹੀਂ ਕੀਤੀ, ਠੀਕ ਹੀ ਲੰਘ ਗਈ ਹਾਲ ਤੱਕ। ਨਹੀਂ ਸਰ, ਤੁਸੀਂ ਅਕਸਰ ਕਹਿੰਦੇ ਹੋ, ਤੁਸੀਂ ਆਪਣੀ ਸਵੈ ਜੀਵਨੀ ਵੀ ਲਿਖੀ ਹੈ ਕਿ ਬਿਨ ਮੰਗੇ ਮੋਤੀ ਮਿਲੇ, ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਵੀ ਕੁਝ ਵੀ ਤੁਹਾਡੀ ਰੂਹ ਦੀ ਅਮੀਰੀ ਤੋਂ ਬਾਹਰ ਜਾ ਕੇ ਨਹੀਂ ਤੁਹਾਨੂੰ ਮਿਲਦਾ। ਸ਼ਾਇਦ ਤੁਹਾਡੀ ਸ਼ਖਸੀਅਤ ਦੀ ਜਿਹੜੀ ਅਮੀਰੀ ਹੈ, ਇਸ ਚੀਜ਼ ਨੇ ਤੁਹਾਨੂੰ ਇੰਨੀਆਂ ਦੌਲਤਾਂ ਬਖਸ਼ੀਆਂ ਨੇ। ਚਾਹੇ ਚਲੋ ਉਹ ਤਾਂ ਬੀਬਾ ਤੁਹਾਡੀ ਮਿਹਰਬਾਨੀ ਹੈ, ਲੋਕਾਂ ਦੀ ਇਹ ਸੋਚਦੇ ਹੋ। ਉਹ ਮੈਨੂੰ ਲੱਗਦਾ ਹੁੰਦਾ ਵੀ ਇੱਕ ਉਹ ਚਾਹੇ ਚੰਗੇ ਜੀਵਨ ਸਾਥੀ ਦੇ ਰੂਪ ਦੇ ਵਿੱਚ ਮਿਲ ਜੇ, ਜਾਂ ਉਹ ਸਤਿਕਾਰ ਜਿਹੜਾ ਤੁਹਾਨੂੰ ਲੋਕ ਦਿੰਦੇ ਨੇ, ਹੈ ਨਾ। ਤੁਹਾਡੇ ਬਾਰੇ ਬਹੁਤ ਚੰਗੀਆਂ ਗੱਲਾਂ ਨੇ। ਕਹਿੰਦੇ ਵੀ ਤੁਸੀਂ ਦੋਵਾਂ ਜੀਆਂ ਨੇ ਆਪਣੇ ਜਿਹੜੇ ਅੰਗ ਨੇ ਉਹ, ਹੈ ਨਾ, ਮਰਨ ਉਪਰੰਤ ਦਾਨ ਕਰਨ ਦਾ ਜਿਹੜਾ ਇਹ ਵੀ ਫੈਸਲਾ ਤੁਸੀਂ ਲੈ ਚੁੱਕੇ ਹੋ। ਬਹੁਤ ਸਾਰੇ ਲੋਕਾਂ ਦੀ ਤੁਸੀਂ ਮੇਰੀ ਜੇਬ 'ਚ ਹੁੰਦਾ ਕਾਰਡ ਹਰ ਵੇਲੇ। ਨਹੀਂ, ਅਸੀਂ ਬੋਡੀ ਡੋਨੇਸ਼ਨ ਕੀਤੀ ਹੈ, ਅੰਗ ਨਹੀਂ, ਬੋਡੀ। ਅਸੀਂ ਬੋਡੀ ਡੋਨੇਟ ਕੀਤੀ ਹੈ ਵੀ ਕੋਈ ਐਨਾਟਮੀ ਡਿਪਾਰਟਮੈਂਟ ਵਾਲੇ ਬੋਡੀ ਲੈ ਜਾਣੇ। ਸਾਡਾ ਇਹਨਾਂ ਦੀ ਡੈਥ ਹੋ ਜਾਏ ਪਹਿਲਾਂ, ਜਾਂ ਮੇਰੀ ਹੋ ਜਾਏ, ਜਾਂ ਕਿਸੇ ਦੀ ਵੀ ਹੋਵੇ, ਸਾਰੇ ਰਿਸ਼ਤੇਦਾਰਾਂ ਨੂੰ ਪਤਾ ਕਿ ਕੋਈ ਸੰਸਕਾਰ ਵਗੈਰਾ ਨਹੀਂ ਕਰਨਾ, ਕੁਛ ਨਹੀਂ ਕਰਨਾ, ਬਸ ਗਈ ਤਾਂ ਗਈ। ਉਹ ਤੇ ਕਿ ਸਟੂਡੈਂਟਸ ਫॉर ਡਿਸੈਕਸ਼ਨ ਲਈ ਇਹ ਵੀ ਅਸੀਂ ਜ਼ਰੂਰ ਸੋਚਿਆ ਹੈ ਵੀ ਜਦੋਂ ਵੀ ਕੋਈ ਪਹਿਲਾਂ ਚਲਾ ਜਾਏ, ਉਹਦੀ ਖੁਸ਼ੀ ਵਿੱਚ ਕੋਈ ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਕੋਈ ਪਾਰਟੀ ਪੂਰਟੀ ਕਰ ਲੈਣੀ ਹੈ, ਭੋਗ ਨਹੀਂ ਕਰਨਾ, ਕੋਈ ਰਿਲੀਜੀਅਸ ਰਸਮ ਨਹੀਂ ਕਰਨੀ, ਨਾ ਮੈਂ ਕਰਨੀ ਨਾ ਇਹਨਾਂ ਨੇ ਕਰਨੀ। ਨਹੀਂ ਸਰ, ਮੈਂ ਚਾਹੁੰਦੀ ਹਾਂ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਇਸੇ ਤਰ੍ਹਾਂ ਹੱਸਦੇ ਰਹੋ, ਅਤੇ ਇਸੇ ਤਰ੍ਹਾਂ ਤੁਹਾਡਾ ਜਿਹੜਾ ਨਾਤਾ ਹੈ ਉਹ ਜੁੜਿਆ ਰਹੇ। ਮੈਨੂੰ ਬਹੁਤ ਅਖੀਰ ਤੇ ਹੋਣਾ ਹੀ ਹੈ। ਤੁਹਾਡੇ ਵਰਗੇ ਬੱਚੇ ਆਉਂਦੇ ਰਹਿਣਗੇ, ਅਸੀਂ ਆਪੇ ਹੱਸਦੇ ਰਹਿਣਾ। ਬਿਲਕੁਲ। ਤੇ
ਤੇ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਇੰਨੀਆਂ ਸੋਹਣੀਆਂ ਤੇ ਇੰਨੀਆਂ ਤਜਰਬੇ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ। ਬਹੁਤ ਬਹੁਤ ਸਤਿਕਾਰ। ਤੁਸੀਂ ਕਰਾ ਲਈਆਂ ਤਾਂ ਕਰਦੇ ਨਹੀਂ, ਆਪਸ ਵਿੱਚ ਹੀ ਗੱਲ